ਮੰਜੀ ਸਾਹਿਬ ਦੀਵਾਨ ਹਾਲ ਚ ਕਥਾ। ਪਹਿਲਾਂ ਸੰਤ ਜੀ ਜਥੇ ਸਮੇਤ ਜਾਂ ਕੁਝ ਸਿੰਘਾਂ ਸਮੇਤ ਯਾਤਰਾ ਹਿਤ ਆਉਂਦੇ ਤਾਂ ਪੰਜਾਂ ਸਰੋਵਰਾਂ ਦੇ ਇੱਕੋ ਵਾਰ ਇਸ਼ਨਾਨ, ਸ੍ਰੀ ਹਰਿਮੰਦਰ ਸਾਹਿਬ ਤੇ ਸੰਬੰਧਿਤ ਗੁਰਦੁਆਰਿਆਂ ਦੀ ਪੈਦਲ ਯਾਤਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਰੀ ਮਾਤਰਾ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ, ਗੋਲਕ ਤੇ ਲੰਗਰ ਚ ਮਾਇਆ ਪਾਉਣੀ ਜਾਂ ਰਾਸ਼ਨ ਲੈ ਕੇ ਹਿੱਸਾ ਪਾਉਂਦੇ। ਸ਼ਰਧਾ ਭਰੇ ਮਨ ਨਾਲ ਆਉਣਾ ਤੇ ਦਰਸ਼ਨ ਮੇਲੇ ਕਰਕੇ ਚਲੇ ਜਾਣਾ। ਪ੍ਰਬੰਧਕਾਂ ਜਾਂ ਜਾਣੂ ਸਿੰਘਾਂ ਦੇ ਬੇਨਤੀ ਕਰਨ ਦੇ ਬਾਵਜੂਦ ਵੀ ਮੰਜੀ ਸਾਹਿਬ ਕਥਾ ਨਾ ਕਰਨੀ, ਨਿਮਰਤਾ ਵਿੱਚ ਉੱਤਰ ਦੇਣਾ ਕਿ ਇਹ ਗੁਰੂ ਕੀ ਨਗਰੀ ਹੈ, ਸੱਚਖੰਡ ਹੈ। ਇੱਥੇ ਕਥਾ ਸੁਣਾਉਣ ਵਾਲੇ ਗੁਰੂ ਕੇ ਸਵਾਰੇ ਬੇਅੰਤ ਗੁਰਮੁਖ ਵਿਦਵਾਨ ਹਨ। ਅਸੀਂ ਇੱਥੇ ਕੀਰਤਨ ਕਥਾ ਸੁਣਨ, ਦਰਸ਼ਨ ਕਰਨ, ਸੰਗਤਾਂ ਤੇ ਗੁਰੂ ਦਰਬਾਰ ਦੀ ਧੂੜੀ ਪਰਸਣ ਲਈ ਆਉਂਦੇ ਹਾਂ। ਪਰ ਇਸ ਵਾਰ 10 ਕੋ ਸਿੰਘਾਂ ਸਮੇਤ ਜਦ ਸੰਤ ਜੀ ਸ੍ਰੀ ਅੰਮ੍ਰਿਤਸਰ ਆਏ ਤਾਂ 29, 30, 31 ਅਗਸਤ 1958 ਈਸਵੀ ਨੂੰ 3 ਦਿਨ ਹਰ ਰੋਜ਼ ਮਹਾਵਾਕ ਦੀ ਕਥਾ ਮੰਜੀ ਸਾਹਿਬ ਕਰਦੇ ਰਹੇ। ਸੰਗਤ ਦਰਸ਼ਨ ਕਰਕੇ ਤੇ ਕਥਾ ਦਾ ਆਨੰਦ ਮਾਣ ਕੇ ਬਹੁਤ ਪ੍ਰਸੰਨ ਹੋਈ। ਸੰਗਤ ਦੀ ਪ੍ਰਬਲ ਇੱਛਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਪੁਰਜ਼ੋਰ ਮੰਗ ਕੀਤੀ ਕਿ ਘੱਟੋ ਘੱਟ 1 ਮਹੀਨਾ ਕਥਾ ਦਾ ਪ੍ਰੋਗਰਾਮ ਜਥੇ ਸਮੇਤ ਇੱਥੇ ਰੱਖੋ ਜੀ। ਸੰਤਾਂ ਨੇ ਮੰਨ ਲਿਆ। 17 ਅਕਤੂਬਰ ਤੋਂ 1 ਮਹੀਨੇ ਦਾ ਪ੍ਰੋਗਰਾਮ ਬਣਾਇਆ, ਜਿਸ ਅਨੁਸਾਰ ਹਰ ਰੋਜ਼ ਦੋਨੋਂ ਸਮੇਂ ਕਥਾ ਕਰਦੇ ਰਹੇ। ਸੰਗਤ ਦੇ ਪ੍ਰੇਮ ਕਰਕੇ 1 ਮਹੀਨੇ ਦੀ ਥਾਂ 1 ਮਹੀਨਾ 20 ਦਿਨ ਕਥਾ ਹੋਈ। ਜਥੇ ਦਾ ਉਤਾਰਾ ਸਰਾਂ ਵਿੱਚ ਤੇ ਸੰਤਾਂ ਦਾ ਅਕਾਲ ਰੈਸਟ ਹਾਊਸ ਵਿੱਚ ਸੀ। ਪ੍ਰਸ਼ਾਦਾ ਦੋਨੋਂ ਵੇਲੇ ਗੁਰੂ ਰਾਮਦਾਸ ਲੰਗਰ ਵਿੱਚੋਂ ਛਕਦੇ ਰਹੇ। 23 ਨੂੰ ਸੰਤੋਖ ਸਰ ਸਰੋਵਰ ਦੀ ਕਾਰ ਕੱਢਣ ਲਈ ਜਥੇ ਸਮੇਤ ਪੁੱਜੇ। 17 ਅਕਤੂਬਰ ਤੋਂ 6 ਦਸੰਬਰ ਦੀ ਸੁਬਾਹ ਤੱਕ ਦੋਨੋਂ ਸਮੇਂ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਵਿੱਚ ਸੁਬਾਹ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਕਥਾ, ਫਿਰ ਸਿੰਘਾਂ ਦੀ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੀ ਸੰਥਾ ਕਥਾ ਕਰਦੇ ਰਹੇ। ਸ਼ਾਮ ਨੂੰ ਕੀਰਤਨ ਉਪਰੰਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਥਾ ਕਥਾ ਸੰਗਤਾਂ ਤੇ ਵਿਦਿਆਰਥੀਆਂ ਨੂੰ ਸਰਵਣ ਕਰਵਾਉਂਦੇ ਰਹੇ। ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਵਤਾਰ ਗੁਰਪੁਰਬ ਤੇ ਦੀਵਾਲੀ ਦਾ ਜੋੜ ਮੇਲਾ ਅੰਮ੍ਰਿਤਸਰ ਹੀ ਮਨਾਇਆ। ਜਥੇ ਦੀ ਰਿਹਾਇਸ਼ ਤੇ ਲੰਗਰ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਸ਼ਹਿਰ ਦੀਆਂ ਸੰਗਤਾਂ ਨੇ ਵੀ ਭੰਡਾਰੇ ਤੇ ਵਸਤਰਾਂ ਆਦਿ ਨਾਲ ਜਥੇ ਦੀ ਬਹੁਤ ਚਾਅ ਤੇ ਸ਼ਰਧਾ ਨਾਲ ਸੇਵਾ ਕੀਤੀ। 4 ਦਸੰਬਰ ਨੂੰ ਸੁਬਾਹ ਦਾ ਦੀਵਾਨ ਮੰਜੀ ਸਾਹਿਬ ਅੰਮ੍ਰਿਤਸਰ ਕਰਕੇ ਸੰਗਤਾਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਆਪ ਜੀ ਨੂੰ ਸਿਰੋਂ ਪਾਓ, ਵਸਤਰ ਤੇ ਮਾਇਆ ਅਰਪਣ ਕਰਕੇ ਪ੍ਰੇਮ ਭਿੱਜੀ ਵਿਦਾਇਗੀ ਦਿੱਤੀ ਗਈ। ਸ਼ਹਿਰ ਦੀਆਂ ਸੰਗਤਾਂ, ਕਮੇਟੀ ਦੇ ਅਹੁਦੇਦਾਰ, ਸਕੱਤਰ, ਮੈਨੇਜਰ ਤੇ ਸਾਰਾ ਸਟਾਫ ਬਹੁਤ ਪ੍ਰਸੰਨ ਹੋਇਆ। ਸੰਤ ਜੀ ਨੇ ਜਥੇ ਸਮੇਤ ਪ੍ਰਸ਼ਾਦਾ ਛਕ ਕੇ ਬਾਬਾ ਬਕਾਲਾ ਦੇ ਸਾਰੇ ਗੁਰਦੁਆਰਿਆਂ ਦੀ ਯਾਤਰਾ ਕੀਤੀ। ਪਿੰਡ ਸਠਿਆਲਾ ਜਲ ਪਾਣੀ ਛਕ ਕੇ ਸ਼ਾਮ ਨੂੰ ਪਿੰਡ ਬੁਤਾਲੇ ਪੁੱਜੇ। ਜਥੇ ਦੀ ਸੇਵਾ ਤੇ ਰਿਹਾਇਸ਼ ਦਾ ਪ੍ਰਬੰਧ ਭਾਈ ਇੰਦਰ ਸਿੰਘ ਤੇ ਨਗਰ ਦੀ ਸੰਗਤ ਨੇ ਕੀਤਾ। 6 ਤੋਂ 24 ਤੱਕ ਬੁਤਾਲੇ ਰਹੇ। 15 ਦਸੰਬਰ ਸੰਗਰਾਂਦ ਨੂੰ ਪਾਤਸ਼ਾਹੀ ਨੌਵੀਂ ਦੇ ਜੋਤੀ ਜੋਤ ਸਮਾਉਣ ਦਾ ਭਾਰੀ ਜੋੜ ਮੇਲਾ ਹੋਇਆ। ਵਿਦਿਆਰਥੀਆਂ ਨੇ 7 ਸ੍ਰੀ ਗੁਰੂ ਗ੍ਰੰਥ ਸਾਹਿਬ ਤੇ 2 ਸ੍ਰੀ ਦਸਮ ਗ੍ਰੰਥ ਦੇ ਪਾਠਾਂ ਦੇ ਭੋਗ ਪਾਏ। ਕੀਰਤਨ
ਤੇ ਕਥਾ ਦਾ ਪ੍ਰੋਗਰਾਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਬਾਬਾ ਪੱਲਾ ਵਿਖੇ ਹੁੰਦਾ ਰਿਹਾ। ਇਹ ਬਾਬਾ ਪੱਲਾ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨਿੰਨ ਸ਼ਰਧਾਲੂ ਸੀ। 24 ਦਸੰਬਰ ਦੀ ਸ਼ਾਮ ਦਾ ਤੇ 25 ਦਾ ਦੀਵਾਨ ਪਿੰਡ ਕੰਮੋ ਕੇ ਕੀਤਾ। 26 ਤੋਂ 28 ਤੱਕ 3 ਦਿਨ ਦੇ ਦੀਵਾਨ ਪਿੰਡ ਸਠਿਆਲੇ ਕੀਤੇ। ਪ੍ਰਬੰਧ ਨਗਰ ਦੇ ਗ੍ਰੰਥੀ ਤੇ ਸੰਗਤ ਨੇ ਕੀਤਾ। ਦੀਵਾਨ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਸੱਜਦੇ ਰਹੇ। 28 ਨੂੰ ਸਠਿਆਲੇ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਦੀ ਯਾਤਰਾ ਕਰਕੇ ਸ਼ਾਮ ਨੂੰ ਪਿੰਡ ਠੁੱਲੀਵਾਲ ਪੁੱਜੇ। 31 ਦਸੰਬਰ 1958 ਤੱਕ ਠੁੱਲੀਵਾਲ ਗੁਰਮਤਿ ਪ੍ਰਚਾਰ ਕਰਦੇ ਰਹੇ। 58ਵਾਂ ਸਾਲ ਸੰਨ 1959 ਈਸਵੀ ਠੁੱਲੀਵਾਲ, ਤਖਤੂਪੁਰੇ, ਅੰਬਾਲਾ ਛਾਵਣੀ ਆਦਿ ਦੇ ਪ੍ਰੋਗਰਾਮ। 21 ਜਨਵਰੀ 1959 ਈਸਵੀ ਤੱਕ ਪਿੰਡ ਠੁੱਲੀਵਾਲ ਦੋਨੋਂ ਸਮੇਂ ਦਾ ਕੀਰਤਨ ਕਥਾ ਦਾ ਪ੍ਰਵਾਹ ਚੱਲਦਾ ਰਿਹਾ। 9 ਤੋਂ 10 ਜਨਵਰੀ ਦੇ ਦੀਵਾਨ 10 ਸਿੰਘਾਂ ਸਮੇਤ ਜਾ ਕੇ ਤਖਤੂਪੁਰੇ ਕੀਤੇ। ਸੰਤ ਅਜੈਬ ਸਿੰਘ ਜੀ ਸਮੇਤ ਇਹ ਦੀਵਾਨ ਗੁਰਪ੍ਰਵਾਸੀ ਜਥੇਦਾਰ ਗੁਰਦਿਆਲ ਸਿੰਘ ਬੋਪਾ ਰਾਏ ਦੀ ਯਾਦ ਵਿੱਚ ਨਗਰ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਕੀਤੇ ਗਏ। 17 ਨੂੰ ਅੰਮ੍ਰਿਤ ਛਕ ਕੇ 16 ਮਾਈ ਭਾਈ ਗੁਰੂ ਕੇ ਜਹਾਜ਼ੇ ਚੜ੍ਹੇ। 16 ਸ਼ਾਮ ਨੂੰ ਅੰਬਾਲਾ ਛਾਉਣੀ ਲਾਲ ਕੁੜਤੀ ਬਾਜ਼ਾਰ ਵਿਖੇ ਮਾਈ ਤੰਬੂਆਂ ਵਾਲੀ ਦੇ ਘਰ ਪੁੱਜੇ। 17 ਨੂੰ ਦਿੱਲੀ ਪੁੱਜ ਕੇ ਗੁਰਦੁਆਰਿਆਂ ਦੀ ਯਾਤਰਾ ਕੀਤੀ। 18 ਨੂੰ ਦਿੱਲੀ ਤੋਂ ਅੰਮ੍ਰਿਤਸਰ ਪੁੱਜ ਕੇ 2200 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਈ ਤੇ ਯਾਤਰਾ ਕੀਤੀ। ਸੰਤਾਂ ਦੇ ਬਾਹਰ ਜਾਣ ਸਮੇਂ ਕਥਾ ਗਿਆਨੀ ਮੋਹਨ ਸਿੰਘ ਜੀ ਅਤੇ ਗਿਆਨੀ ਵੀਰ ਸਿੰਘ ਜੀ ਮੱਦੋ ਕੇ ਕਰਦੇ ਰਹੇ। 20 ਨੂੰ ਮੰਗੇਵਾਲ ਤੇ 21 ਨੂੰ ਕੁਰੜ ਪਿੰਡ ਦੀਵਾਨ ਕੀਤੇ। 22 ਤੋਂ 26 ਤੱਕ ਪਿੰਡ ਛਾਪਾ। 26 ਸ਼ਾਮ ਨੂੰ ਕੁਤਬੇ ਤੇ 27 ਸੁਬਾਹ ਦਾ ਦੀਵਾਨ ਸੁਭਾਸ਼ਪੁਰ ਕੀਤਾ। ਸ਼ਾਮ ਤੋਂ 2 ਫਰਵਰੀ ਤੱਕ ਰਾਜਗੜ੍ਹ ਦੀਵਾਨ ਸੱਜਦੇ ਰਹੇ। 30 ਜਨਵਰੀ ਦੇ ਸ਼ਾਮ ਦਾ ਦੀਵਾਨ ਤੇ ਲੰਗਰ ਪਿੰਡ ਗੋਬਿੰਦਗੜ੍ਹ ਹੋਇਆ। ਰਾਜਗੜ੍ਹ ਪ੍ਰਬੰਧ ਭਾਈ ਗੁਰਦੇਵ ਸਿੰਘ ਸੋਹਣ ਸਿੰਘ ਨੇ ਕੀਤਾ, ਜੋ ਸੰਤਾਂ ਦੇ ਮਾਮੇ ਦੇ ਪੋਤਰੇ ਹਨ। 3 ਫਰਵਰੀ ਤੋਂ 10 ਫਰਵਰੀ ਤੱਕ ਦੇ ਦੀਵਾਨ ਪਿੰਡ ਬਸੀਆਂ ਦੇ ਗੁਰਦੁਆਰਾ ਪਾਤਸ਼ਾਹੀ 10ਵੀਂ ਵਿਖੇ ਸੱਜਦੇ ਰਹੇ। 7 ਸ਼ਾਮ ਤੇ 8 ਸੁਬਾਹ ਦੇ ਦੀਵਾਨ ਜਗਰਾਉਂ ਸੂਬੇਦਾਰ ਗੁਰਬਚਨ ਸਿੰਘ ਦੇ ਘਰ ਕੀਤੇ। ਸਿੰਘਾਂ ਸ੍ਰੀ ਅਖੰਡ ਪਾਠ ਕੀਤਾ। 9 ਮਈ ਨੂੰ 14 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। 11 ਫਰਵਰੀ ਤੋਂ 14 ਮਾਰਚ ਤੱਕ ਪਿੰਡ ਰੋਡਿਆਂ ਵਿਖੇ ਗੁਰਮਤਿ ਪ੍ਰਚਾਰ ਦਾ ਪ੍ਰਵਾਹ ਚੱਲਦਾ ਰਿਹਾ। ਪ੍ਰਬੰਧ ਸੰਤ ਕਿਰਪਾਲ ਸਿੰਘ ਜੀ ਨੇ ਕੀਤਾ। 12 ਫਰਵਰੀ ਨੂੰ 101 ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ, ਜਿਸ ਦਾ ਭੋਗ 14 ਮਾਰਚ ਨੂੰ ਪਿਆ। ਪਾਠ ਜਥੇ ਦੇ ਸਿੰਘਾਂ ਨੇ ਕੀਤੇ। ਸੇਵਾ ਨਗਰ ਦੀ ਸੰਗਤ ਨੇ ਸੰਤ ਕਿਰਪਾਲ ਸਿੰਘ ਜੀ ਦੀ ਪ੍ਰੇਰਣਾ ਨਾਲ ਕੀਤੀ। 14 ਨੂੰ 101 ਅਖੰਡ ਪਾਠਾਂ ਦੇ ਭੋਗ ਪਾਏ ਗਏ। ਗੁਣੀ ਗਿਆਨੀ ਰਾਗੀ ਮਹਾਪੁਰਸ਼ ਪੁੱਜੇ ਹੋਏ ਸਨ। 13 ਨੂੰ 164 ਤੇ 14 ਨੂੰ 50 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। ਵਿੱਚੋਂ ਹੀ ਸੰਤ ਜੀ ਕੁਝ ਸਿੰਘਾਂ ਨੂੰ ਨਾਲ ਲੈ ਕੇ ਪਿੰਡ ਬੋਪਾ ਰਾਏ, ਮਲਕ ਰੌਲੀ ਤੇ ਜਿਉਣ ਵਾਲੇ ਗਏ ਦੀਵਾਨ ਕੀਤਾ। ਕਥਾ 'ਚ ਗੁਰਦੁਆਰੇ ਦੀ ਬਣ ਰਹੀ ਨਵੀਂ ਇਮਾਰਤ ਲਈ ਅਪੀਲ ਕੀਤੀ। 2000 ਰੁਪਏ ਉਗਰਾਹੀ ਹੋਈ। ਪ੍ਰਸ਼ਾਦਾ ਗਿਆਨੀ ਕਪੂਰ ਸਿੰਘ ਜੀ ਬਰਾੜ ਦੇ ਘਰ ਛਕਿਆ। ਜਥਾ ਰੋਡਿਆਂ ਤੋਂ ਅੰਮ੍ਰਿਤਸਰ ਮਾਹਣਾ ਸਿੰਘ ਦੀ ਧਰਮਸ਼ਾਲਾ ਵਿੱਚ ਪੁੱਜ ਗਿਆ। ਸੰਤ ਜੀ ਧੀਰਾ ਪੱਤਰਾ, ਰੌਲੀ, ਦੋਸਾਂਝ ਇੱਕ ਦੀਵਾਨ ਕਰਕੇ 18 ਨੂੰ ਸ੍ਰੀ ਅੰਮ੍ਰਿਤਸਰ ਜਥੇ ਪਾਸ ਪੁੱਜ ਗਏ। 125 ਸ੍ਰੀ ਅਖੰਡ ਪਾਠਾਂ ਦਾ ਪ੍ਰਵਾਹ।
19 ਨੂੰ ਸਰਦਾਰ ਮਾਹਣਾ ਸਿੰਘ ਦੀ ਧਰਮਸ਼ਾਲਾ ਵਿਖੇ 125 ਅਖੰਡ ਪਾਠਾਂ ਦੀ ਲੜੀ ਦੇ ਪਹਿਲੇ 3 ਅਖੰਡ ਪਾਠ ਆਰੰਭ ਕਰਦਿਆਂ ਅਰਦਾਸ ਜਥੇਦਾਰ ਅਛਰ ਸਿੰਘ ਜੀ ਨੇ ਕੀਤੀ, ਜੋ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ। ਉਸ ਸਮੇਂ ਸਾਰੇ ਸਿੰਘ ਸਾਹਿਬਾਨ ਤੇ ਸ਼ਹਿਰ ਦੇ ਡੇਰਿਆਂ ਦੇ ਸੰਤ ਮਹੰਤ ਪੁੱਜੇ ਹੋਏ ਸਨ। 21 ਤੋਂ ਹਰ ਰੋਜ਼ 3 ਅਖੰਡ ਪਾਠਾਂ ਦੇ ਮੱਧ ਲੱਗਦੇ, 3 ਦੇ ਭੋਗ ਪੈਂਦੇ ਤੇ 3 ਆਰੰਭ ਹੁੰਦੇ। ਜਥੇ ਦੇ ਸਿੰਘਾਂ ਨੇ ਸੰਤਾਂ ਦੇ ਬਿਮਾਰ ਹੋਣ ਸਮੇਂ ਸ੍ਰੀ ਅੰਮ੍ਰਿਤਸਰ ਵਿਖੇ 125 ਅਖੰਡ ਪਾਠ ਕਰਨ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੋਈ ਸੀ। ਇਹ ਅਖੰਡ ਪਾਠਾਂ ਦੀ ਲੜੀ ਉਸੇ ਅਰਦਾਸ ਦੀ ਪੂਰਤੀ ਹਿੱਤ ਜਥੇ ਦੇ ਸਿੰਘਾਂ ਵੱਲੋਂ ਆਰੰਭ ਕੀਤੀ ਗਈ ਸੀ। ਸੇਵਾ ਹਰ ਇਲਾਕੇ ਦੀਆਂ ਸੰਗਤਾਂ ਨੇ ਆਪਣੇ ਵਿੱਤ ਅਨੁਸਾਰ ਕੀਤੀ। ਦੋਨੋਂ ਸਮੇਂ ਕੀਰਤਨ ਕਥਾ ਦਾ ਪ੍ਰਵਾਹ ਚੱਲਦਾ ਰਿਹਾ। ਕਥਾ ਸੁਣਨ ਵਾਲੀ ਸੰਗਤ ਵੀ ਹਰ ਰੋਜ਼ ਦੋਨੋਂ ਸਮੇਂ ਸੰਤਾਂ ਦੀ ਕਥਾ ਆਸਾਨੀ ਨਾਲ ਸੁਣ ਸਕਦੀ ਸੀ। ਸ਼ਹਿਰ 'ਚ ਪ੍ਰੇਮੀਆਂ ਦੇ ਘਰ ਜਥੇ ਦੇ ਲੰਗਰ ਹੁੰਦੇ ਰਹਿੰਦੇ ਸਨ। 125 ਸ੍ਰੀ ਅਖੰਡ ਪਾਠਾਂ ਦਾ ਭੋਗ ਸਮਾਗਮ 30 ਅਪ੍ਰੈਲ ਤੇ 1-2 ਮਈ 3 ਦਿਨ ਭਾਰੀ ਜੋੜ ਮੇਲਾ ਹੋਇਆ। ਮਾਝੇ, ਦੁਆਬੇ ਤੇ ਮਾਲਵੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਜਥੇ ਬਣਾ ਕੇ ਆਈਆਂ। ਸੰਤਾਂ, ਮਹਾਂਪੁਰਖਾਂ, ਰਾਗੀਆਂ, ਢਾਡੀਆਂ ਤੇ ਕਵੀਸ਼ਰਾਂ ਦੇ ਜਥੇ ਪੁੱਜੇ। ਸ਼ਹਿਰ ਦੀਆਂ ਸੰਗਤਾਂ ਦੀ ਖੁਸ਼ੀ ਦਾ ਤਾਂ ਕੋਈ ਅੰਤ ਹੀ ਨਹੀਂ ਸੀ। ਇਸ ਦੌਰਾਨ ਜਿਸ ਦਿਨ ਸੰਤ ਜੀ ਦਾ ਸਰੀਰ ਕੁਝ ਢਿੱਲਾ ਹੁੰਦਾ ਤਾਂ ਕਥਾ ਗਿਆਨੀ ਮੋਹਨ ਸਿੰਘ ਜੀ ਕਰਦੇ ਰਹੇ। ਕਈ ਵਾਰ ਗਿਆਨੀ ਵੀਰ ਸਿੰਘ ਮੱਦੋ ਕੇ ਵੀ ਕਥਾ ਕਰਦੇ ਰਹੇ। ਗਿਆਨੀ ਕਿਰਪਾਲ ਸਿੰਘ ਵੀ ਕਥਾ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕਰਦੇ ਰਹੇ। 2 ਮਈ ਨੂੰ ਅਖੰਡ ਪਾਠਾਂ ਦੀ ਲੜੀ ਦੇ ਭੋਗ ਸਮੇਂ ਸਾਰੇ ਸਿੰਘ ਸਾਹਿਬਾਨ, ਸ਼ਹਿਰ ਦੇ ਡੇਰਿਆਂ ਦੇ ਸੰਤ ਮਹੰਤ, ਸ਼ਹਿਰ ਦੀਆਂ ਸਭਾ ਸੁਸਾਇਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਨੇ 15 ਮਿੰਟ ਪ੍ਰਚਾਰ ਕੀਤਾ ਤੇ ਸੰਤਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। 27 ਸੇਰ ਦੇਸੀ ਘਿਓ ਦੀ ਦੇਗ ਤੇ 4 ਪੀਪੇ ਦੇਸੀ ਘਿਓ ਦੀ ਮਠਿਆਈ ਲੰਗਰ ਵਿੱਚ ਵਰਤੀ। ਸੰਗਤ 4 ਵਜੇ ਸ਼ਾਮ ਤੱਕ ਲੰਗਰ ਛਕਦੀ ਰਹੀ। ਗੁਰੂ ਰਾਮਦਾਸ ਲੰਗਰ ਵਿੱਚ 3 ਪੀਪੇ ਦੇਸੀ ਘਿਓ ਦੀਆਂ ਜਲੇਬੀਆਂ ਵਰਤੀਆਂ। ਕਮੇਟੀ ਦੇ ਸਟਾਫ ਦੀ ਗਿਣਤੀ 500, ਹੋਰ ਸ਼ਹਿਰ ਦੀਆਂ ਅਣਗਿਣਤ ਸੰਗਤਾਂ ਸਨ। ਸ਼ਹਿਰ ਦੇ ਬਜ਼ੁਰਗ ਗੱਲਾਂ ਕਰਦੇ ਸੁਣੇ ਗਏ ਕਿ ਅਜਿਹਾ ਜੋੜ ਮੇਲਾ, ਲਗਾਤਾਰ ਇੰਨੇ ਅਖੰਡ ਪਾਠਾਂ ਦਾ ਪ੍ਰਵਾਹ, ਕੀਰਤਨ ਤੇ ਕਥਾ ਦੀ ਲਹਿਰ, ਜਲੇਬੀਆਂ ਦਾ ਏਡਾ ਵੱਡਾ ਲੰਗਰ ਅਸਾਂ ਆਪਣੀ ਸੁਰਤ ਵਿੱਚ ਪਹਿਲਾਂ ਨਹੀਂ ਕਦੇ ਵੇਖਿਆ, ਨਾ ਪਿੱਛੇ ਹੋਇਆ ਹੈ ਤੇ ਨਾ ਹੀ ਸ਼ਾਇਦ ਅੱਗੇ ਨੂੰ ਹੋਵੇ। 5 ਪੀਪਿਆਂ ਦਾ ਕੜਾਹ ਪ੍ਰਸ਼ਾਦ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਭੇਜਿਆ ਗਿਆ। ਸ਼ਾਮ ਦੇ 8 ਵਜੇ ਤੱਕ ਦੇਗ ਅਟੁੱਟ ਵਰਤਦੀ ਰਹੀ। ਸਾਰੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਦੇਗ ਭੇਜੀ। ਸਾਰਾ ਸ਼ਹਿਰ ਧੰਨ ਧੰਨ ਕਰ ਉੱਠਿਆ। ਸ਼ਾਮ ਦੇ ਦੀਵਾਨ ਦੀ ਸਮਾਪਤੀ ਰਾਤ ਨੂੰ 10 ਵਜੇ ਹੋਈ। 6 ਮਈ ਨੂੰ ਵਿਦਾ ਹੋਏ। 10 ਸਿੰਘਾਂ ਸਮੇਤ ਸੰਤ ਜੀ ਸ੍ਰੀ ਤਰਨ ਤਾਰਨ ਸਾਹਿਬ, ਸ੍ਰੀ ਖਡੂਰ ਸਾਹਿਬ ਤੇ ਸ੍ਰੀ ਗੋਇੰਦਵਾਲ ਸਾਹਿਬ ਦਰਸ਼ਨ ਇਸ਼ਨਾਨ ਕਰਕੇ ਸ਼ਾਮ ਠੱਟੇ ਪਿੰਡ ਬਾਬਾ ਵੀਰ ਸਿੰਘ ਜੀ ਦੀ ਬਰਸੀ ਤੇ ਪੁੱਜੇ। ਪ੍ਰਬੰਧ ਸੰਤ ਕਰਤਾਰ ਸਿੰਘ ਜੀ ਨੇ ਕੀਤਾ। ਨਾਭਾ ਸਾਹਿਬ ਆਦ ਜਥਾ ਚੰਡੀਗੜ੍ਹ ਨੇੜੇ ਨਾਭਾ ਸਾਹਿਬ ਪੁੱਜਾ। ਪ੍ਰਬੰਧ ਮਾਤਾ ਹਰਬੰਸ ਕੌਰ ਨੇ ਕੀਤਾ। ਕੀਰਤਨ ਤੋਂ ਬਾਅਦ ਕਥਾ ਗਿਆਨੀ ਮੋਹਨ ਸਿੰਘ ਜੀ ਅਤੇ ਗਿਆਨੀ ਵੀਰ ਸਿੰਘ ਜੀ ਮੱਦੋ ਕੇ ਕਰਦੇ ਰਹੇ। ਸੰਤ ਜੀ 7, 8, 9 ਮਈ ਨੂੰ ਠੱਟੇ ਦਾ ਸਾਲਾਨਾ ਜੋੜ ਮੇਲਾ ਮਨਾ ਕੇ ਸੁਲਤਾਨਪੁਰ ਯਾਤਰਾ ਕਰਕੇ 10 ਦੀ ਸ਼ਾਮ ਨੂੰ ਨਾਭਾ ਸਾਹਿਬ ਪੁੱਜ ਗਏ। ਗੁਰਦੁਆਰਾ ਪਾਤਸ਼ਾਹੀ 9ਵੀਂ ਤੇ 10ਵੀਂ ਦੇ ਗੁਰਦੁਆਰੇ ਦੀਵਾਨ ਸੱਜਦੇ ਰਹੇ। 31 ਮਈ ਨੂੰ ਸੰਤ ਜੀ 25 ਸਿੰਘਾਂ ਸਮੇਤ
ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਤੇ ਪਿੰਡ ਮਿਆਣੀ ਪੁੱਜੇ। ਪ੍ਰਬੰਧ ਚੌਧਰੀ ਲੱਖੀ ਸਿੰਘ ਨੇ ਕੀਤਾ। 1, 2 ਤੇ 3 ਜੂਨ ਨੂੰ 3 ਦਿਨ ਸਾਲਾਨਾ ਜੋੜ ਮੇਲਾ ਮਨਾਇਆ। ਕੀਰਤਨ ਤੇ ਕਥਾ ਦਾ ਪ੍ਰਵਾਹ ਚੱਲਿਆ। 3 ਨੂੰ ਸੁਬਹ ਅਖੰਡ ਪਾਠ ਦੇ ਭੋਗ ਉਪਰੰਤ ਸ਼ਬਦ ਦੀ ਕਥਾ ਤੇ ਸੰਤ ਪ੍ਰੇਮ ਸਿੰਘ ਜੀ ਦੇ ਜੀਵਨ ਤੇ ਰੌਸ਼ਨੀ ਪਾਈ। 3 ਦੀ ਸ਼ਾਮ ਨੂੰ ਜਲੰਧਰ ਬਸਤੀ ਗੁਜਾ ਆਰਾਮ ਕੀਤਾ। ਸੇਵਾ ਗਿਆਨੀ ਨਿਰੰਜਨ ਸਿੰਘ ਜੀ ਅਤੇ ਸਰਦਾਰ ਰਾਮ ਸਿੰਘ ਪੰਜੂ ਨੇ ਕੀਤੀ। ਚੰਡੀਗੜ੍ਹ ਗੁਰਦੁਆਰਾ ਸੈਕਟਰ 22 ਚ ਦੀਵਾਨ ਸਜਾਏ। 6 ਤੋਂ ਦੋਨੋਂ ਸਮੇਂ ਦੇ ਦੀਵਾਨ ਨਾਭਾ ਸਾਹਿਬ ਗੁਰਦੁਆਰਾ ਪਾਤਸ਼ਾਹੀ 9ਵੀਂ ਤੇ 10ਵੀਂ ਵਿਖੇ ਹੁੰਦੇ ਰਹੇ। ਕਥਾ ਸੰਤ ਜੀ ਕਰਦੇ ਰਹੇ। 6 ਨੂੰ ਦਿਨੇ ਪਿੰਡ ਲੋਹਗੜ੍ਹ ਦੇ ਗੁਰਦੁਆਰੇ ਦੀ ਸੇਵਾ ਆਰੰਭ ਕਰਵਾਈ। 25 ਸਿੰਘਾਂ ਸਮੇਤ ਆਪ ਸਾਰਾ ਦਿਨ ਉੱਥੇ ਰਹੇ। 8 ਨੂੰ ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਦਰਸ਼ਨਾਂ ਨੂੰ ਆਇਆ। ਸੰਤਾਂ ਨਾਲ ਪੰਥਕ ਹਾਲਾਤ ਤੇ ਵਿਚਾਰਾਂ ਕੀਤੀਆਂ ਤੇ ਧਰਮ ਪ੍ਰਚਾਰ ਨੂੰ ਤੇਜ਼ ਕਰਨ ਲਈ ਸੰਤਾਂ ਨੇ ਕੁਝ ਸੁਝਾਅ ਦਿੱਤੇ। ਗਿਆਨੀ ਜੀ ਬਹੁਤ ਖੁਸ਼ੀ ਵਾਪਸ ਚੰਡੀਗੜ੍ਹ ਚਲੇ ਗਏ। 10 ਨੂੰ 5ਵੀਂ ਪਾਤਸ਼ਾਹੀ ਦੇ ਸ਼ਹੀਦੀ ਜੋੜ ਮੇਲੇ ਤੇ 5 ਅਖੰਡ ਪਾਠਾਂ ਦੇ ਭੋਗ ਪਾਏ। ਕੀਰਤਨ ਤੇ ਕਥਾ ਹੋਈ। ਹੋਰ ਸਿੰਘਾਂ ਨੇ ਵੀ ਸ਼ਹੀਦੀ ਗੁਰਪੁਰਬ ਸੰਬੰਧੀ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। 16 ਦੀ ਸ਼ਾਮ ਨੂੰ ਸੰਤਾਂ ਨੇ 2 ਸਿੰਘਾਂ ਸਮੇਤ ਸੰਗਰੂਰ ਗੁਰਦੁਆਰਾ ਸਿੰਘ ਸਭਾ ਜਾ ਉਤਾਰਾ ਕੀਤਾ। ਪ੍ਰਬੰਧਕਾਂ ਨੇ ਸਾਰਾ ਪ੍ਰਬੰਧ ਕੀਤਾ। ਸਾਰਾ ਜਥਾ 17 ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਪੁੱਜ ਗਿਆ। ਸੰਤਾਂ ਦੇ ਆਉਣ ਤੱਕ ਕੀਰਤਨ ਉਪਰੰਤ ਕਥਾ ਗਿਆਨੀ ਮੋਹਨ ਸਿੰਘ ਜੀ ਤੇ ਗਿਆਨੀ ਵੀਰ ਸਿੰਘ ਜੀ ਕਰਦੇ ਰਹੇ। ਹਨੂਮਾਨਗੜ੍ਹ, ਗੰਗਾ ਨਗਰ ਆਦਿ। 17 ਦੀ ਰਾਤ ਹਨੂਮਾਨਗੜ੍ਹ ਰਹੇ। 18 ਦੀ ਰਾਤ ਟਿੱਬੀ ਪਿੰਡ ਡਿਪਟੀ ਮੁਕੰਦ ਸਿੰਘ ਦੇ ਘਰ ਰਹੇ। 19 ਨੂੰ ਗੁਰਦੁਆਰਾ ਸਹੇਵਾ ਸਾਹਿਬ ਦੀ ਯਾਤਰਾ ਕੀਤੀ। ਸੇਵਾ ਮਹੰਤ ਹਰਨਾਮ ਸਿੰਘ ਨੇ ਕੀਤੀ। ਉਥੋਂ ਨਾਹਰ ਸ਼ਹਿਰ ਗੁਰਦੁਆਰਾ ਪਾਤਸ਼ਾਹੀ 10ਵੀਂ ਦੀ ਯਾਤਰਾ ਕੀਤੀ। 20 ਨੂੰ ਰਾਤ ਦੀ ਗੱਡੀ ਚੜ੍ਹ ਕੇ 3 ਵਜੇ ਤੜਕੇ ਗੰਗਾ ਨਗਰ ਪੁੱਜੇ। 21 ਨੂੰ ਸਰਦਾਰ ਜਵਾਹਰ ਸਿੰਘ ਦੇ ਬਾਗ 'ਚ ਉਤਰੇ। ਦੋਨੋਂ ਸਮੇਂ ਕਥਾ ਸਿੰਘ ਸਭਾ ਦੇ ਗੁਰਦੁਆਰੇ ਕੀਤੀ। 22 ਜੂਨ ਨੂੰ ਪ੍ਰਸ਼ਾਦਾ ਛਕ ਕੇ ਬੁੱਢਾ ਜੌੜ ਗੁਰਦੁਆਰੇ ਪੁੱਜੇ। ਸੇਵਾ ਸੰਤ ਫਤਿਹ ਸਿੰਘ ਜੀ ਨੇ ਕੀਤੀ। 23 ਨੂੰ ਕੀਰਤਨ ਸੰਤ ਫਤਿਹ ਸਿੰਘ ਜੀ ਨੇ ਕੀਤਾ ਤੇ ਕਥਾ ਸੰਤਾਂ ਨੇ ਕੀਤੀ। ਵਾਪਸ ਗੰਗਾ ਨਗਰ ਆ ਕੇ ਸ਼ਾਮ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਗੁਰਦੁਆਰਾ ਸਿੰਘ ਸਭਾ ਕੀਤੀ। 24 ਤੇ 25 ਨੂੰ ਦੋਨੋਂ ਸਮੇਂ ਕਥਾ ਸਿੰਘ ਸਭਾ ਹੋਈ। ਸੇਵਾ ਸਰਦਾਰ ਜਵਾਹਰ ਸਿੰਘ ਦੇ ਪਰਿਵਾਰ ਨੇ ਕੀਤੀ। 26 ਨੂੰ ਗੰਗਾ ਨਗਰ ਤੋਂ ਫਾਜ਼ਿਲਕਾ, ਫਿਰੋਜ਼ਪੁਰ ਤੇ ਜਲੰਧਰ ਵਿੱਚ ਦੀ। 27 ਨੂੰ ਸਵੇਰੇ ਅੰਮ੍ਰਿਤਸਰ ਪੁੱਜੇ। 28 ਨੂੰ ਦਰਸ਼ਨ ਇਸ਼ਨਾਨ ਅਤੇ ਯਾਤਰਾ ਕੀਤੀ। ਆਰਾਮ ਡੇਰਾ ਸੱਤੋ ਵਾਲੀ ਗਲੀ ਵਿੱਚ ਕੀਤਾ। ਸੇਵਾ ਸੰਤ ਗਿਆਨੀ ਕਿਰਪਾਲ ਸਿੰਘ ਜੀ ਨੇ ਕੀਤੀ। 29 ਨੂੰ 500 ਰੁਪਏ ਦੀ ਦੇਗ ਸ੍ਰੀ ਹਰਿਮੰਦਰ ਸਾਹਿਬ, 100 ਰੁਪਏ ਦੀ ਸ਼ਹਿਰ ਦੇ ਬਾਕੀ ਇਤਿਹਾਸਿਕ ਗੁਰਦੁਆਰਿਆਂ ਵਿੱਚ ਕਰਵਾਈ। ਚਾਲੇ ਪਾ ਕੇ ਜਲੰਧਰ, ਲੁਧਿਆਣਾ, ਚੰਡੀਗੜ੍ਹ ਤੇ ਨਾਭਾ ਸਾਹਿਬ ਦਰਸ਼ਨ ਕਰਕੇ ਸ਼ਾਮ ਨੂੰ ਪੰਜੋਖਰਾ ਸਾਹਿਬ ਜਥੇ ਪਾਸ ਪੁੱਜੇ। 3 ਜੁਲਾਈ ਤੱਕ ਇੱਥੇ ਰਹੇ। 4 ਨੂੰ 15 ਪੁਰਾਣੀ ਗੁਰੂ ਵਾਲੇ ਬਣੇ। ਸ਼ਾਮ ਨੂੰ ਜਥੇ ਸਮੇਤ ਦੁਆਬੇ ਵਿੱਚ ਪਿੰਡ ਬਾਮਣ ਮਾਜਰੇ ਪੁੱਜੇ। ਪ੍ਰਬੰਧ ਮਹੰਤ ਸਾਹਿਬ ਨੇ ਕੀਤਾ। ਗੁਰਦੁਆਰਾ ਪਾਤਸ਼ਾਹੀ 10ਵੀਂ ਵਿਖੇ ਦੀਵਾਨ ਸੱਜਦੇ ਰਹੇ। 5 ਨੂੰ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਸੰਥਾ ਕਥਾ ਆਰੰਭ ਕੀਤੀ। 11 ਨੂੰ ਅਨੰਦਪੁਰ ਸਾਹਿਬ ਯਾਤਰਾ ਕੀਤੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ਾਮ ਦੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਕੀਤੀ। 12 ਦੀ ਸੁਬਹ ਮੁੱਖ ਵਾਕ ਦੀ ਕਥਾ ਵੀ ਤਖਤ ਸਾਹਿਬ ਹੀ ਕੀਤੀ। 60 ਰੁਪਏ ਦੀ ਦੇਗ ਤੇ 50 ਰੁਪਏ ਗੋਲਕ ਵਿੱਚ ਪਾਏ। ਗੁਰਦੁਆਰਾ ਸਦਾ ਬਰਤ ਰੋਪੜ 'ਚ ਦੁਪਹਿਰ ਦਾ ਪ੍ਰਸ਼ਾਦਾ ਛਕਿਆ।
ਗੁਰਦੁਆਰਾ ਭੱਠਾ ਸਾਹਿਬ ਦੀ ਯਾਤਰਾ ਕੀਤੀ। ਜਥੇ ਸਮੇਤ ਸ਼ਾਮ ਨੂੰ ਬਾਹਮਣ ਮਾਜਰੇ ਪਹੁੰਚ ਗਏ। 13 ਨੂੰ ਚੰਡੀਗੜ੍ਹ ਸਿੰਘ ਅੰਮ੍ਰਿਤ ਛਕਾਉਣ ਗਏ। ਸ਼ਾਮ ਨੂੰ ਵਾਪਸ ਆ ਗਏ। 16 ਨੂੰ 8 ਅਖੰਡ ਪਾਠਾਂ ਦੇ ਭੋਗ ਪਾਏ। ਕਥਾ ਕੀਰਤਨ ਹੋਇਆ। 1 ਵਜੇ ਤੱਕ ਦੀਵਾਨ ਸਜਿਆ। ਦੁਪਹਿਰ ਦਾ ਲੰਗਰ ਮਹੰਤਾਂ ਵੱਲੋਂ ਤੇ ਸ਼ਾਮ ਨੂੰ ਰਾਗੀ ਬਚਨ ਸਿੰਘ ਤੇ ਹੋਰ ਗੁਰਮੁਖਾਂ ਵੱਲੋਂ ਜਲੇਬੀਆਂ ਦਾ ਅਤੁੱਟ ਭੰਡਾਰਾ ਵਰਤਿਆ। 25 ਨੂੰ 65 ਤੇ 30 ਨੂੰ 14 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। 28 ਨੂੰ 2 ਅਖੰਡ ਪਾਠਾਂ ਦੇ ਭੋਗ ਪਾਏ। ਬਚਨ ਸਿੰਘ ਵੱਲੋਂ ਲੰਗਰ ਵਿੱਚ ਘਿਓ ਦੀ ਕੜਛੀ ਵਰਤੀ। ਮੁੰਡੀਆਂ ਕਲਾਂ ਦੋਰਾਹਾ 31 ਜੁਲਾਈ ਨੂੰ 10 ਸਿੰਘਾਂ ਸਮੇਤ ਸੰਤ ਮੱਧੋ ਕੇ ਜੋੜ ਮੇਲੇ ਤੇ ਅਤੇ ਬਾਕੀ ਸਾਰਾ ਜਥਾ ਪਿੰਡ ਮੁੰਡੀਆਂ ਕਲਾਂ ਪੁੱਜਾ। ਪ੍ਰਬੰਧ ਜਥੇਦਾਰ ਪ੍ਰਤਾਪ ਸਿੰਘ ਨੇ ਕੀਤਾ। ਇਹ ਜਥੇਦਾਰ ਜੀ ਦਾ ਜਨਮ ਨਗਰ ਹੈ। 1 ਤੇ 2 ਅਗਸਤ ਸਾਲਾਨਾ ਦੀਵਾਨ 'ਚ ਕਥਾ ਕੀਤੀ। ਪਖੰਡ ਦਾ ਖੰਡਨ ਤੇ ਗੁਰਮਤ ਦਾ ਮੰਡਨ ਦ੍ਰਿੜ ਕਰਵਾਇਆ। 35 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। 3 ਨੂੰ ਸ਼ਾਮ ਦਾ ਦੀਵਾਨ ਗੁਰਦੁਆਰਾ ਛਾਉਣੀ ਪਿੰਡ ਢੁੱਡੀਕੇ ਵਿਖੇ ਸਜਾਇਆ। ਢੁੱਡੀਕੇ ਤੋਂ ਗੁਰਦੁਆਰਾ ਗੁਰੂ ਸਰ ਮੱਧੋ ਕੇ ਨੂੰ ਸਿੱਧਾ ਰਸਤਾ ਛੱਡਣ ਲਈ ਪ੍ਰੇਮੀਆਂ ਨੇ ਜ਼ਮੀਨ ਅਰਦਾਸ ਕਰਵਾਈ। 4 ਨੂੰ ਸਿੰਘਾਂ ਨੇ ਕਹੀਆਂ ਲੈ ਕੇ ਰਸਤੇ ਤੇ ਮਿੱਟੀ ਪਾਈ। ਪ੍ਰਸ਼ਾਦਾ ਭਾਈ ਆਨੰਦ ਸਿੰਘ ਢੁੱਡੀਕੇ ਦੇ ਘਰ ਛਕ ਕੇ ਚਾਲੇ ਪਾਏ। ਅਜੀਤਵਾਲ ਤੋਂ ਲੁਧਿਆਣੇ ਦੇ ਰਸਤੇ ਪਿੰਡ ਮੁੰਡੀਆਂ ਕਲਾਂ ਜਥੇ ਪਾਸ ਪੁੱਜੇ। 12 ਨੂੰ ਮੁੰਡੀਆਂ ਤੋਂ ਦੋਰਾਹੇ ਪੁੱਜੇ। ਪ੍ਰਬੰਧ ਸਰਦਾਰ ਆਤਮਾ ਸਿੰਘ ਨੇ ਕੀਤਾ। ਦੀਵਾਨ ਗੁਰਦੁਆਰਾ ਸਿੰਘ ਸਭਾ ਵਿੱਚ ਸਜਿਆ। ਜਥੇ ਦਾ ਉਤਾਰਾ ਹਾਈ ਸਕੂਲ ਵਿੱਚ ਕੀਤਾ। ਸੰਤਾਂ ਦਾ ਉਤਾਰਾ ਸਰਦਾਰ ਆਤਮਾ ਸਿੰਘ ਭੱਠੇ ਵਾਲੀ ਦੀ ਕੋਠੀ ਵਿੱਚ ਸੀ। 16 ਨੂੰ ਅਖੰਡ ਪਾਠਾਂ ਦਾ ਭੋਗ ਪਿਆ। ਕਥਾ ਤੋਂ ਬਾਅਦ ਸਰਦਾਰ ਗਿਆਨ ਸਿੰਘ ਰਾੜੇਵਾਲਾ ਤੇ ਗਿਆਨੀ ਕਰਤਾਰ ਸਿੰਘ ਬੋਲੇ। ਦੋਨੋਂ ਪੰਜਾਬ ਦੇ ਵਜ਼ੀਰ ਸਨ। ਫਿਰ ਸਰਦਾਰ ਭੁਪਿੰਦਰ ਸਿੰਘ ਮਾਨ ਬੋਲਿਆ। ਉਸ ਦਿਨ ਹੋਰ ਵੀ ਇਲਾਕੇ ਦੇ ਪਤਵੰਤੇ ਸੱਜਣ ਪੁੱਜੇ ਹੋਏ ਸਨ। ਸੰਤਾਂ ਨੇ ਭਾਰੀ ਇਕੱਠ ਵਿੱਚ ਕਿਹਾ ਕਿ ਸਾਡਾ ਸਾਰਿਆਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਹੁਣ ਜੋ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਦਲੇ ਹਨ, ਇਹ ਨਹੀਂ ਚਾਹੀਦਾ। ਕੱਲ ਨੂੰ ਕੋਈ ਹੋਰ ਅਦਲ ਬਦਲ ਕਰ ਦੇਵੇਗਾ। ਆਪਣੀ ਮਨਮਤ ਨਹੀਂ ਕਰਨੀ ਚਾਹੀਦੀ। ਤੁਸੀਂ ਇਸ ਕੰਮ ਵਿੱਚ ਮਦਦ ਕਰ ਸਕਦੇ ਹੋ। ਦੀਵਾਨ ਦੀ ਸਮਾਪਤੀ ਤੋਂ ਬਾਅਦ 2 ਘੰਟੇ ਰਾੜੇ ਵਾਲੇ ਗਿਆਨ ਸਿੰਘ ਨਾਲ ਸੰਤਾਂ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਜ਼ੋਰ ਲਾਵਾਂਗਾ। 17 ਨੂੰ ਕੁਝ ਸਿੰਘਾਂ ਸਮੇਤ ਗੁਰਦੁਆਰਾ ਰੇਰੂ ਸਾਹਿਬ, ਗੁਰਦੁਆਰਾ ਕਟਾਣਾ ਸਾਹਿਬ, ਭੈਣੀ ਸਾਹਿਬ ਤੇ ਰਾਤ ਨੂੰ ਵਾਪਸ ਦੋਰਾਹੇ ਆ ਗਏ। 19 ਨੂੰ ਸੁਬਾਹ ਦੀ ਕਥਾ ਬਾਅਦ 30 ਸਿੰਘਾਂ ਸਮੇਤ ਮਾਛੀਵਾੜੇ ਪੁੱਜੇ। ਅਖੰਡ ਪਾਠ ਦੇ ਭੋਗ ਉਪਰੰਤ ਨਾਵੇਂ ਮਹੱਲੇ ਦੇ ਸਲੋਕਾਂ, ਮੁੰਦਾਵਣੀ ਤੇ ਰਾਗਮਾਲਾ ਦੀ ਕਥਾ ਕਰਕੇ ਮਾਛੀਵਾੜੇ ਚੱਲਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਭੋਗ ਪਾਇਆ। ਵਾਪਸ ਦੋਰਾਹੇ ਆ ਕੇ ਸ਼ਾਮ ਦਾ ਦੀਵਾਨ ਕੀਤਾ। ਰਾੜਾ ਸਾਹਿਬ ਕੁਢਾਣੀ 20 ਅਗਸਤ ਨੂੰ ਜਥੇ ਸਮੇਤ ਰਾੜੇ ਵਾਲੇ ਸੰਤਾਂ ਦੇ ਅਸਥਾਨ ਤੇ ਪੁੱਜੇ। ਸੰਤ ਈਸ਼ਰ ਸਿੰਘ ਜੀ ਨੇ ਸੰਤਾਂ ਦਾ ਬਹੁਤ ਸਤਿਕਾਰ ਕੀਤਾ। ਇਲਾਕੇ ਦੀ ਸੰਗਤ ਦਾ ਭਾਰੀ ਇਕੱਠ ਸੀ। ਗਿਆਨੀ ਸ਼ੇਰ ਸਿੰਘ ਨੇ ਕੀਰਤਨ ਕੀਤਾ। ਗੁਰਦੁਆਰੇ ਅੰਦਰ ਸੰਤਾਂ ਨੇ ਮੁੱਖ ਵਾਕ ਦੀ ਕਥਾ ਕੀਤੀ। ਸੰਤ ਈਸ਼ਰ ਸਿੰਘ ਜੀ ਨੇ ਵੀ ਸੰਗਤ ਵਿੱਚ ਬੈਠ ਕੇ ਕਥਾ ਸੁਣੀ। ਮਾਹਲ ਪੂੜੀਆਂ ਦਾ ਭੰਡਾਰਾ ਵਰਤਿਆ। 3 ਵਜੇ ਪਿੰਡ ਵੱਡੀ ਕੁਢਾਣੀ ਪੁੱਜੇ। ਸਾਰੇ ਪਿੰਡ ਦੀ ਸੰਗਤ ਨੇ ਭਾਰੀ ਸੁਆਗਤ ਕੀਤਾ। ਸ਼ਾਮ ਦਾ ਦੀਵਾਨ ਸਜਾਇਆ। ਸੰਗਤਾਂ ਵੱਲੋਂ ਸੰਤਾਂ ਨੂੰ ਸਿਰੋਂ ਪਾਉ ਦਿੱਤਾ ਗਿਆ। ਗੁਰਦੁਆਰਾ ਪਾਤਸ਼ਾਹੀ 6ਵੀਂ ਦੇ ਦਰਸ਼ਨ ਕੀਤੇ ਅਤੇ ਸਤਿਗੁਰਾਂ ਦੀਆਂ ਯਾਦਗਾਰਾਂ, ਗੁਰੂ ਕਾ ਚੋਲਾ, ਪੋਥੀ ਤੇ ਜੋੜਾ
ਦੇ ਦਰਸ਼ਨ ਕਰਕੇ ਵਾਪਸ ਦੋਰਾਹੇ ਆ ਗਏ। 23 ਨੂੰ ਦੋਰਾਹੇ ਮੰਡੀ ਤੋਂ ਨੀਵੀਂ ਤਲਵੰਡੀ ਪਹੁੰਚ ਗਏ। ਪ੍ਰਬੰਧ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਤੇ ਸੰਤੋਖ ਸਿੰਘ ਨੇ ਸੰਗਤ ਨਾਲ ਮਿਲ ਕੇ ਕੀਤਾ। ਇਹ ਪਿੰਡ ਵੇਦਾਂਤੀ ਜੀ ਦਾ ਜਨਮ ਨਗਰ ਹੈ। 27 ਨੂੰ ਸੰਤ ਮਹਿੰਦਰ ਸਿੰਘ ਜੀ ਹਰਖੋਵਾਲ ਵਾਲੇ ਅਤੇ ਡੋਮੇਲੀ ਦੇ ਸੰਤ ਹਰਬੰਸ ਸਿੰਘ, ਰਾਮਗੜ੍ਹ ਤੋਂ ਸੰਤ ਨੰਦ ਸਿੰਘ ਜੀ ਤੇ ਕਹਾਰਪੁਰ ਦੇ ਛੋਟੇ ਸੰਤ ਮਿਲਣ ਲਈ ਆਏ। ਮੰਗਲਾਂ ਸੰਬੰਧੀ ਚੱਲ ਰਹੇ ਵਾਦ ਵਿਵਾਦ ਬਾਰੇ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ। ਸ਼ਾਮ ਦਾ ਦੀਵਾਨ ਬਾਹਰ ਸੰਤਾਂ ਦੇ ਡੇਰੇ ਵਿੱਚ ਸਜਿਆ। 28 ਨੂੰ ਸੰਤੋਖ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਤੇ ਕਥਾ ਹੋਈ। ਇੱਥੇ ਹੀ ਜਲੇਬੀਆਂ ਦਾ ਭੰਡਾਰਾ ਵਰਤਿਆ। 29 ਨੂੰ ਦੋਨੋਂ ਵਕਤ ਦੇ ਦੀਵਾਨ ਤੇ ਲੰਗਰ ਪਿੰਡ ਮੰਡਿਆਣੀ ਹੋਏ। ਸ਼ਾਮ ਨੂੰ ਉੱਚੀ ਤਲਵੰਡੀ ਆ ਗਏ। 31 ਅਗਸਤ ਦੀ ਸ਼ਾਮ ਤੋਂ 5 ਸਤੰਬਰ ਦੀ ਸੁਬਾਹ ਤੱਕ ਦੇ ਦੀਵਾਨ ਉੱਚੀ ਤਲਵੰਡੀ ਸੱਜਦੇ ਰਹੇ। 5 ਨੂੰ 11 ਪ੍ਰਾਣੀ ਗੁਰੂ ਵਾਲੇ ਬਣੇ। ਸ਼ਾਮ ਨੂੰ ਪਿੰਡਰੀ ਪਹੁੰਚ ਗਏ। 7 ਦੀ ਸ਼ਾਮ ਤੇ 8 ਦੀ ਸੁਬਾਹ ਦੇ 2 ਦੀਵਾਨ ਕੋਕਰੀ ਕਲਾਂ ਕੀਤੇ। 10, 11, 12 3 ਦਿਨ ਭਾਰੀ ਸਾਲਾਨਾ ਜੋੜ ਮੇਲਾ ਮਨਾਇਆ। ਪਿੰਡਰੀ ਸੰਤ ਸਮਾਜ ਦੀ ਮੀਟਿੰਗ 26 ਭਾਦਰੋਂ ਸੰਨ 1959। 11 ਸਤੰਬਰ ਨੂੰ ਕਮੇਟੀ ਬਣੀ। 11 ਸਤੰਬਰ ਨੂੰ ਮੰਗਲਾਂ ਬਾਰੇ ਸੰਤ ਸਮਾਜ ਦੀ ਮੀਟਿੰਗ ਹੋਈ, ਜੋ 12 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਚੱਲੀ। ਸੰਤ ਸਮਾਜ ਵਿੱਚੋਂ 5 ਪਿਆਰੇ ਚੁਣੇ ਗਏ। ਸਭ ਤੋਂ ਪਹਿਲਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਦੂਸਰੇ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀਏ ਪ੍ਰਧਾਨ ਚੁਣੇ ਗਏ। ਤੀਸਰੇ ਸੰਤ ਈਸ਼ਰ ਸਿੰਘ ਜੀ ਰਾੜੇ ਵਾਲੇ। ਚੌਥੇ ਸੰਤ ਈਸ਼ਰ ਸਿੰਘ ਕਲੇਰਾਂ ਵਾਲੇ। ਪੰਜਵੇਂ ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲੇ। ਇਸ ਪੰਚਾਇਤ ਦੇ ਸਹਾਇਕ ਸਭ ਤੋਂ ਪਹਿਲਾਂ ਬਾਬਾ ਸੋਹਣ ਸਿੰਘ ਜੀ ਬਿਧੀ ਚੰਦੀਏ। ਦੂਸਰੇ ਬਾਬਾ ਬਿਸ਼ਨ ਸਿੰਘ ਜੀ ਬਾਬਾ ਬਕਾਲਾ। ਤੀਸਰੇ ਸੰਤ ਮਹਿੰਦਰ ਸਿੰਘ ਜੀ ਹਰਖੋਵਾਲ। ਚੌਥੇ ਸੰਤ ਮੇਲਾ ਸਿੰਘ ਜੀ ਬੰਗਾ, ਪ੍ਰਧਾਨ ਨਿਰਮਲ ਮੰਡਲ। ਪੰਜਵੇਂ ਸੰਤ ਸਿੰਘ ਸੈਕਟਰੀ ਚੀਫ ਖਾਲਸਾ ਦੀਵਾਨ। ਛੇਵੇਂ ਸੰਤ ਵਿਸਾਖਾ ਸਿੰਘ ਜੀ ਕਿਸ਼ਨਪੁਰਾ। ਸੱਤਵੇਂ ਗਿਆਨੀ ਕਿਰਪਾਲ ਸਿੰਘ ਜੀ ਗਲੀ ਸੱਤੋਵਾਲੀ, ਜ਼ਿਲ੍ਹਾ ਅੰਮ੍ਰਿਤਸਰ। 8ਵੇਂ ਪੰਡਿਤ ਨਿਹਚਲ ਸਿੰਘ ਜੀ ਜਮੁਨਾ ਨਗਰ। 9ਵੇਂ ਸੰਤ ਨੰਦ ਸਿੰਘ ਜੀ ਰਾਮਗੜ੍ਹ। 10ਵੇਂ ਸੰਤ ਨਿਰੰਜਨ ਸਿੰਘ ਮੋਹੀ ਵਾਲੇ। 11ਵੇਂ ਗਿਆਨੀ ਨਿਰੰਜਨ ਸਿੰਘ ਪਟਿਆਲਾ। 12ਵੇਂ ਸੰਤ ਅਜਾਇਬ ਸਿੰਘ ਬੋਪਾ ਰਾਏ। 13ਵੇਂ ਸੰਤ ਮੀਹਾ ਸਿੰਘ ਸਿਆੜ ਵਾਲੇ। 14ਵੇਂ ਸੰਤ ਰਣ ਸਿੰਘ ਡੇਰਾ ਬਾਬਾ ਖੜਕ ਸਿੰਘ ਅੰਮ੍ਰਿਤਸਰ। 15ਵੇਂ ਸੰਤ ਗੁਰਬਚਨ ਸਿੰਘ ਜੀ ਵੈਦ ਬਾਹੋ ਮਾਜਰਾ। 16ਵੇਂ ਬਾਬਾ ਤੀਜਾ ਸਿੰਘ ਡਬਲ MA। 17ਵੇਂ ਜਥੇਦਾਰ ਬਚਿੱਤਰ ਸਿੰਘ ਰੇਰੂ ਸਾਹਿਬ। 18ਵੇਂ ਗਿਆਨੀ ਹਰਭਜਨ ਸਿੰਘ ਖਾਲਸਾ ਨੈਸ਼ਨਲ ਸਕੂਲ ਲੁਧਿਆਣਾ। 19ਵੇਂ ਸੰਤ ਸੰਤੋਖ ਸਿੰਘ ਰਾਗੀ ਅੰਬਾਲਾ। 20ਵੇਂ ਨੰਬਰ ਤੇ ਸੰਤ ਕਿਰਪਾਲ ਸਿੰਘ ਰੋਡੇ। 21ਵੇਂ ਰਾਗੀ ਬਲਵੰਤ ਸਿੰਘ ਕਿਲਾ ਰਾਏਪੁਰ। 22ਵੇਂ ਅਕਾਲੀ ਟਹਿਲ ਸਿੰਘ ਵੈਦਰਾਜ। 23ਵੇਂ ਸੰਤ ਮਾਨ ਸਿੰਘ ਨੰਗਲ। 24ਵੇਂ ਸੰਤ ਜਵਾਲਾ ਸਿੰਘ ਕਹਾਰਪੁਰ। 25ਵੇਂ ਨੰਬਰ ਤੇ ਸੰਤ ਇੰਦਰ ਸਿੰਘ ਪਿੰਡਰਾਂ ਵਾਲੇ। 26ਵੇਂ ਸੰਤ ਕਰਤਾਰ ਸਿੰਘ ਪਠਲਾਵੇ ਵਾਲੇ। 27ਵੇਂ ਗੰਧਰਬ ਸਰਵਣ ਸਿੰਘ ਡੁਮੇਲੀ। ਸਾਰਿਆਂ ਦੀ ਫੋਟੋ ਲੁਹਾਈ। 5-5 ਮਿੰਟ ਸਾਰਿਆਂ ਦੀਵਾਨ ਵਿੱਚ ਪ੍ਰਚਾਰ ਕੀਤਾ। ਪ੍ਰਸ਼ਾਦਾ ਛਕ ਕੇ ਅੱਗੇ ਚਲੇ ਗਏ। 12 ਨੂੰ ਅਖੀਰਲੇ ਦਿਨ ਭਾਰੀ ਦੀਵਾਨ ਸਜਿਆ। 13 ਨੂੰ 45 ਮਾਈ ਭਾਈ ਨੇ ਅੰਮ੍ਰਿਤਪਾਨ ਕੀਤਾ। 15 ਨੂੰ ਕਥਾ ਤੋਂ ਬਾਅਦ 5 ਅਖੰਡ ਪਾਠਾਂ ਦੇ ਭੋਗ ਪਾਏ। ਜਲੇਬੀਆਂ ਦਾ ਭੰਡਾਰਾ ਅਤੁੱਟ ਵਰਤਿਆ। 16 ਨੂੰ ਗੁਰਦੁਆਰਾ ਜਗਤ ਸੁਧਾਰ ਵੱਲੋਂ ਕੁਝ ਪ੍ਰਬੰਧਕ ਸੱਜਣ ਕਲਕੱਤੇ ਤੋਂ ਆਏ
ਤੇ ਕਲਕੱਤੇ ਦਾ ਪ੍ਰੋਗਰਾਮ ਪੱਕਾ ਕਰਕੇ ਗਏ। ਕਲਕੱਤੇ ਨੂੰ ਚਾਲੇ। 18 ਨੂੰ 60 ਸਿੰਘਾਂ ਨੇ ਮੋਗੇ ਤੋਂ ਗੱਡੀ ਚੜ੍ਹ ਕੇ ਕਲਕੱਤੇ ਨੂੰ ਚਾਲੇ ਪਾਏ। 19 ਨੂੰ ਬਾਕੀ 90 ਸਿੰਘ 2 ਬੱਸਾਂ ਤੇ ਜੋ ਕਲਕੱਤੇ ਤੋਂ ਆਈਆਂ ਸਨ ਸਵਾਰ ਹੋ ਕੇ ਚੱਲੇ। ਰਾਤ ਦਿੱਲੀ ਗੁਰਦੁਆਰਾ ਸੀਸਗੰਜ ਰਹੇ। ਸੰਤ ਕੁਝ ਸਿੰਘਾਂ ਸਮੇਤ ਕਾਰ ਤੇ ਗਏ। ਦਿੱਲੀ ਰਾਤ ਨੂੰ ਗੱਡੀ ਵਾਲੇ 60 ਸਿੰਘ ਵੀ ਮਿਲ ਪਏ। 20 ਨੂੰ 2 ਬੱਸਾਂ ਤੇ ਕਾਰ ਨਾਲ ਅੱਧੇ ਅੱਧੇ ਸਿੰਘ ਕਰਕੇ 2 ਵਾਰ ਦਿੱਲੀ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਕੀਤੀ। ਸ਼ਾਮ ਨੂੰ 60 ਸਿੰਘ ਗੱਡੀ ਤੇ ਕਲਕੱਤੇ ਨੂੰ ਚੱਲ ਪਏ। 21 ਨੂੰ ਸੰਤ ਜੀ ਤੇ 2 ਬੱਸਾਂ ਤੇ 90 ਸਿੰਘ ਦਿੱਲੀ ਤੋਂ ਕਾਨਪੁਰ ਜਾ ਪੁੱਜੇ। ਬਾਬਾ ਮੋਹਨ ਸਿੰਘ ਜੀ ਅਲੀ ਬੇਗ ਵਾਲੇ ਮਹਾਂਪੁਰਖਾਂ ਦੇ ਅਸਥਾਨ ਗੁਰਦੁਆਰਾ ਕੀਰਤਨਗੜ੍ਹ ਠਹਿਰੇ। ਪ੍ਰਸ਼ਾਦਾ ਛਕਿਆ ਤੇ ਆਰਾਮ ਕੀਤਾ। ਸ਼ਾਮ ਦੇ ਦੀਵਾਨ ਵਿੱਚ ਭਾਈ ਭਗਵਾਨ ਸਿੰਘ ਜੀ ਨੇ ਕੀਰਤਨ ਕੀਤਾ ਤੇ ਸੰਤ ਜੀ ਨੇ ਮੁੱਖ ਵਾਕ ਦੀ ਕਥਾ ਕੀਤੀ। 22 ਨੂੰ ਸੁਬਹ ਦਾ ਦੀਵਾਨ ਕਰਕੇ ਪ੍ਰਸ਼ਾਦਾ ਛਕ ਕੇ ਵਿਦਾ ਹੋ ਕੇ ਸ਼ਾਮ ਦੇ 5 ਵਜੇ ਪ੍ਰਯਾਗਰਾਜ ਤੇ ਭੈਣੀ ਤੇ ਜਾ ਇਸ਼ਨਾਨ ਕੀਤੇ। ਤਾਪ ਅਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੀ ਯਾਤਰਾ ਕੀਤੀ ਤੇ ਉਤਾਰਾ ਗੁਰਦੁਆਰਾ ਸਿੰਘ ਸਭਾ ਕੀਤਾ। ਸ਼ਾਮ ਦੇ ਦੀਵਾਨ 'ਚ ਕੀਰਤਨ ਭਾਈ ਭਗਵਾਨ ਸਿੰਘ ਨੇ ਤੇ ਮੁੱਖ ਵਾਕ ਦੀ ਕਥਾ ਸੰਤਾਂ ਨੇ ਕੀਤੀ। 23 ਨੂੰ ਸੁਬਹ ਦੇ ਦੀਵਾਨ ਬਾਅਦ ਪ੍ਰਸ਼ਾਦਾ ਛਕ ਕੇ ਚਾਲੇ ਪਾਏ ਤੇ ਕਾਂਸ਼ੀ ਪੁੱਜੇ। ਸਾਰੇ ਇਤਿਹਾਸਿਕ ਗੁਰਦੁਆਰਿਆਂ ਤੇ ਕਬੀਰ ਜੀ ਦੇ ਜਨਮ ਅਸਥਾਨ ਦੀ ਯਾਤਰਾ ਕੀਤੀ ਤੇ ਗੁਰੂ ਸਾਹਿਬਾਂ ਦੀਆਂ ਵਸਤਾਂ ਦੇ ਦਰਸ਼ਨ ਕੀਤੇ। ਚਾਲੇ ਪਾ ਕੇ ਸਸਰਾਮ ਪੁੱਜੇ। ਗੁਰਦੁਆਰਾ ਚਾਚੇ ਫੱਗੂ ਦੇ ਘਰ ਦੇ ਦਰਸ਼ਨ ਕੀਤੇ। ਰਾਤ ਦੀ ਗੱਡੀ ਚੜ੍ਹ ਕੇ ਸੁਬਹ 3 ਵਜੇ ਪਟਨਾ ਸਾਹਿਬ ਪਹੁੰਚੇ। 24 ਨੂੰ ਇਸ਼ਨਾਨ ਕਰਕੇ ਤਖਤ ਸਾਹਿਬ ਉੱਪਰ 111 ਰੁਪਏ ਦੀ ਦੇਗ ਕਰਾਈ। ਸਾਰੇ ਸਿੰਘਾਂ ਨੇ ਆਪੋ ਆਪਣੇ ਵੱਲੋਂ ਦੇਗਾਂ ਕਰਾਈਆਂ। ਸੰਤਾਂ ਨੇ ਮੁੱਖ ਵਾਕ ਦੀ ਕਥਾ ਕੀਤੀ। ਜਿਨੇ ਸਾਰੇ ਗੁਰਦੁਆਰਿਆਂ ਦੀ ਯਾਤਰਾ ਕੀਤੀ, ਗੁਰੂ ਕੀਆਂ ਯਾਦਗਾਰਾਂ ਦੇਖੀਆਂ। 25 ਨੂੰ ਚਾਲੇ ਪਾ ਕੇ ਬੱਸਾਂ ਤੇ ਚੜ੍ਹ ਕੇ ਦਿਨ ਦੇ 12 ਵਜੇ ਬਰਦਵਾਨ ਪੁੱਜੇ। ਸ਼ਾਮ ਦੇ ਦੀਵਾਨ ਵਿੱਚ ਸੰਤਾਂ ਮੁੱਖ ਵਾਕ ਦੀ ਕਥਾ ਕੀਤੀ। 26 ਸੁਬਹ ਦਾ ਦੀਵਾਨ ਕਰਕੇ ਲੰਗਰ ਛਕ ਕੇ 9 ਵਜੇ ਚੱਲੇ ਤੇ 1 ਵਜੇ ਗੁਰਦੁਆਰਾ ਜਗਤ ਸੁਧਾਰ ਕਲਕੱਤੇ ਪੁੱਜੇ। ਸੰਗਤਾਂ ਨੇ ਬਹੁਤ ਸਵਾਗਤ ਕੀਤਾ। ਸ਼ਾਮ ਦੇ ਦੀਵਾਨ 'ਚ ਸੰਤ ਜੀ ਨੇ ਕਥਾ ਕੀਤੀ। 27 ਸੁਬਹ ਦਾ ਦੀਵਾਨ ਜਗਤ ਸੁਧਾਰ ਕਰਕੇ ਰਾਮਗੜ੍ਹੀਆ ਸੈਂਟਰਲ ਬੋਰਡ ਦੇ ਗੁਰਦੁਆਰੇ ਸਿੰਘਾਂ ਸਮੇਤ ਪੁੱਜੇ। ਬਾਬਾ ਪ੍ਰਤਾਪ ਸਿੰਘ ਨਾਮਧਾਰੀ ਦੀ ਯਾਦ ਵਿੱਚ ਪਾਠ ਦਾ ਭੋਗ ਪਿਆ। ਸੰਤਾਂ ਮੁੱਖ ਵਾਕ ਦੀ ਕਥਾ ਕੀਤੀ। ਵਾਪਸ ਜਗਤ ਸੁਧਾਰ ਆ ਕੇ ਸ਼ਾਮ ਦੇ ਦੀਵਾਨ 'ਚ ਕੀਰਤਨ ਹੋਇਆ। ਸੰਤਾਂ ਕਥਾ ਕੀਤੀ। 29 ਨੂੰ ਬਜਬਜ ਘਾਟ ਦੇ ਸ਼ਹੀਦਾਂ ਦੀ ਯਾਦਗਾਰ ਦੇ ਦਰਸ਼ਨ ਕੀਤੇ। ਸਾਰਾ ਜੱਥਾ ਬੱਸਾਂ ਤੇ ਗਿਆ। 135 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ। ਸੰਤਾਂ ਦੀ ਪ੍ਰੇਰਣਾ ਨਾਲ ਗੁਰਦੁਆਰਾ ਜਗਤ ਸੁਧਾਰ ਵਿਖੇ 135 ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰਨ ਦਾ ਸੰਗਤ ਅਤੇ ਪ੍ਰਬੰਧਕਾਂ ਵੱਲੋਂ ਫੈਸਲਾ ਕੀਤਾ ਗਿਆ। ਇਸ ਲੜੀ ਦਾ 10 ਅਕਤੂਬਰ ਨੂੰ ਪਹਿਲਾ ਅਖੰਡ ਪਾਠ ਸਰਦਾਰ ਗੋਪਾਲ ਸਿੰਘ ਆੜਤੀ ਨੇ ਆਰੰਭ ਕਰਵਾਇਆ। 18 ਨੂੰ ਸੁਬਹ ਦੇ ਦੀਵਾਨ ਉਪਰੰਤ ਬੜੀ ਸਿੱਖ ਸੰਗਤ ਗੁਰਦੁਆਰੇ ਕਥਾ ਕੀਤੀ। ਪ੍ਰਬੰਧਕਾਂ ਵੱਲੋਂ ਸਿਰੋਂ ਪਾਓ ਤੇ 1100 ਰੁਪਏ ਦਿੱਤੇ। ਮਾਇਆ ਗੁਰਦੁਆਰੇ ਨੂੰ ਵਾਪਸ ਮੋੜ ਦਿੱਤੇ। ਸੰਗਤਾਂ ਵੱਲੋਂ 13,000 ਰੁਪਏ ਦੀ ਉਗਰਾਹੀ ਹੋਈ। 5 ਪਿਆਰਿਆਂ 'ਚ ਸ਼ਾਮਲ ਹੋ ਕੇ ਇਮਾਰਤ ਦੀ ਪਹਿਲੀ ਇੱਟ ਸੰਤਾਂ ਨੇ ਰੱਖੀ। ਸ਼ਾਮ ਦਾ ਦੀਵਾਨ ਜਗਤ ਸੁਧਾਰ 'ਚ ਹੋਇਆ। 15 ਨਵੰਬਰ ਨੂੰ ਅਵਤਾਰ ਗੁਰਪੁਰਬ ਗੁਰੂ ਨਾਨਕ ਸਾਹਿਬ ਵਾਲੇ ਦਿਨ ਪਹਿਲਾਂ ਗੁਰਦੁਆਰਾ ਗਰਚਾ 'ਚ ਕਥਾ ਕੀਤੀ।
ਫਿਰ ਕਿਲੇ ਵਿੱਚ ਫੌਜੀ ਸਿੰਘਾਂ ਦੇ ਗੁਰਦੁਆਰੇ 8 ਤੋਂ 10 ਵਜੇ ਤੱਕ ਕਥਾ ਹੋਈ। ਫਿਰ ਅਖੰਡ ਪਾਠਾਂ ਦੇ ਭੋਗ ਜਗਤ ਸੁਧਾਰ ਪਾਏ। ਪਾਰਕ ਵਿੱਚ ਭਾਰੀ ਦੀਵਾਨ ਸੱਜਿਆ। ਰਾਗੀ ਪੂਰਨ ਸਿੰਘ, ਤਰਨ ਤਾਰਨ ਤੇ ਭੁਜੰਗੀ ਭਗਵਾਨ ਸਿੰਘ ਨੇ ਕੀਰਤਨ ਕੀਤਾ। ਬਾਅਦ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ, ਮੁੱਖ ਮੰਤਰੀ ਪੰਜਾਬ, ਗੁਰੂ ਜੀ ਦੇ ਜੀਵਨ ਤੇ ਬੋਲੇ। ਦਰਬਾਰਾ ਸਿੰਘ ਤੇ ਨਿਰੰਜਨ ਸਿੰਘ ਤਾਲਬ ਨੇ ਵੀ ਪ੍ਰਚਾਰ ਕੀਤਾ। ਸੰਤਾਂ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਚੋਂ ਗੁਰੂ ਸਾਹਿਬ ਜੀ ਦੇ ਅਵਤਾਰ ਦੀ ਕਥਾ ਕੀਤੀ। ਬੈਂਡ ਵਾਜਾ, ਫੁੱਲਾਂ ਦੀ ਵਰਖਾ ਤੇ ਖੁਸ਼ੀ ਦੇ ਗੋਲੇ ਛੱਡੇ। 22 ਨਵੰਬਰ ਨੂੰ ਸਿੰਘ ਸਭਾ ਸ਼ਿਵਪੁਰ ਸ਼ਾਲੀਮਾਰ ਵਿਖੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਸੰਬੰਧੀ ਸਜੇ ਦੀਵਾਨ 'ਚ ਕਥਾ ਕੀਤੀ। ਮੋਤੀ ਬਾਗ ਦੇਖ ਕੇ ਵਾਪਸ ਆ ਕੇ ਸ਼ਾਮ ਦਾ ਦੀਵਾਨ ਜਗਤ ਸੁਧਾਰ ਕੀਤਾ। 12 ਦਸੰਬਰ ਨੂੰ 2 ਸਿੰਘਾਂ ਸਮੇਤ ਮੰਗਲਾਂ ਬਾਰੇ ਮੀਟਿੰਗ 'ਚ ਸ਼ਾਮਲ ਹੋਣ ਲਈ ਕਲਕੱਤੇ ਤੋਂ ਅੰਮ੍ਰਿਤਸਰ ਨੂੰ ਰਵਾਨਾ ਹੋਏ। ਮਗਰੋਂ ਕਥਾ ਗਿਆਨੀ ਮੋਹਨ ਸਿੰਘ ਜੀ ਕਰਦੇ ਰਹੇ। 59ਵਾਂ, 60ਵਾਂ ਤੇ 61ਵਾਂ ਸਾਲ ਸੰਨ 1960 ਤੋਂ 62 ਈਸਵੀ 135 ਸ੍ਰੀ ਅਖੰਡ ਪਾਠਾਂ ਦਾ ਭੋਗ ਤੇ ਵਿਦਾਇਗੀ। 2 ਜਨਵਰੀ ਨੂੰ 122ਵੇਂ ਅਖੰਡ ਪਾਠ ਦਾ ਭੋਗ ਪਿਆ। 3 ਨੂੰ 13 ਅਖੰਡ ਪਾਠ ਆਰੰਭ ਕੀਤੇ। 3 ਜਨਵਰੀ ਪੋਹ ਸੁਦੀ 7ਵੀਂ ਦੇ ਗੁਰਪੁਰਬ ਦਾ ਬਹੁਤ ਭਾਰੀ ਜਲੂਸ ਗੁਰਦੁਆਰਾ ਜਗਤ ਸੁਧਾਰ ਤੋਂ ਗੁਰਦੁਆਰਾ ਬੜੀ ਸੰਗਤ ਤੱਕ ਕੱਢਿਆ। 5 ਜਨਵਰੀ ਪਾਤਸ਼ਾਹੀ 10ਵੀਂ ਦੇ ਅਵਤਾਰ ਗੁਰਪੁਰਬ ਵਾਲੇ ਦਿਨ 13 ਅਖੰਡ ਪਾਠਾਂ ਦੇ ਭੋਗ ਪਾਏ ਗਏ। ਅਖੰਡ ਪਾਠਾਂ ਦੀ ਲੜੀ ਸੰਪੂਰਨ ਹੋਈ। ਕੁੱਲ 135 ਅਖੰਡ ਪਾਠ ਹੋਏ। ਸੰਗਤਾਂ ਨੇ ਖੁਸ਼ੀਆਂ ਮਨਾਈਆਂ। ਗੁਰਪੁਰਬ ਦਾ ਦਿਨ ਜਾਣ ਕੇ ਦੋਹਾਂ ਗੁਰਦੁਆਰਿਆਂ 'ਚ ਸੰਤਾਂ ਕਥਾ ਕੀਤੀ। ਬੜੀ ਸਿੱਖ ਸੰਗਤ ਦੀ ਬਣ ਰਹੀ ਨਵੀਂ ਇਮਾਰਤ ਲਈ ਸੰਤਾਂ ਵੱਲੋਂ ਕੀਤੀ ਅਪੀਲ ਤੇ 33,000 ਰੁਪਏ ਇਕੱਤਰ ਹੋਏ। 30 ਮਾਈ ਭਾਈ ਗੁਰੂ ਵਾਲੇ ਬਣੇ। ਗੁਰਦੁਆਰਾ ਜਗਤ ਸੁਧਾਰ ਰਾਤ ਦੇ ਦੀਵਾਨ 'ਚ ਸੰਤਾਂ ਦਸਮ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦੀ ਕਥਾ ਇਤਿਹਾਸ ਚੋਂ ਕੀਤੀ। ਰਾਤ ਦੇ 1 ਵਜੇ ਤੱਕ ਕੀਰਤਨ ਹੋਇਆ ਤੇ ਫਿਰ ਆਤਿਸ਼ਬਾਜ਼ੀ ਚੱਲੀ। 8 ਨੂੰ ਦੀਵਾਨ ਵਿੱਚ ਸੰਗਤਾਂ ਤੋਂ ਵਿਦਾਇਗੀ ਮੰਗੀ। ਪ੍ਰਬੰਧਕਾਂ ਨੇ ਸੰਤਾਂ ਤੇ ਜਥੇ ਦੇ ਸਿੰਘਾਂ ਦਾ ਧੰਨਵਾਦ ਕੀਤਾ। ਸੰਤਾਂ ਨੂੰ ਸਿਰੋਂ ਪਾਓ, ਮਾਇਆ ਤੇ 500 ਰੁਪਏ ਦੀ ਸੋਨੇ ਦੀ ਮੁੱਠ ਵਾਲੀ ਸ੍ਰੀ ਸਾਹਿਬ ਭੇਟ ਕੀਤੀ। ਸੰਤਾਂ ਨੇ ਸਿਰੋਂ ਪਾਓ ਤੇ ਸ੍ਰੀ ਸਾਹਿਬ ਤਾਂ ਸੀਸ ਤੇ ਰੱਖ ਲਏ, ਪਰ ਮਾਇਆ ਗੁਰਦੁਆਰੇ ਦੀ ਸੇਵਾ ਲਈ ਦੇ ਦਿੱਤੀ। 9 ਨੂੰ 40-50 ਕਾਰਾਂ 'ਚ ਸੰਗਤਾਂ ਜਲੂਸ ਦੀ ਸ਼ਕਲ ਵਿੱਚ ਸਟੇਸ਼ਨ ਤੱਕ ਵਿਦਾ ਕਰਨ ਆਈਆਂ। ਕਲਕੱਤੇ ਤੋਂ ਹਜ਼ੂਰ ਸਾਹਿਬ ਦੀ ਯਾਤਰਾ ਲਈ 9 ਵਜੇ ਰਾਤ ਨੂੰ ਚੱਲੇ। ਰਸਤੇ 'ਚ ਟਾਟਾ ਨਗਰ ਦੀ ਸੰਗਤ ਸਟੇਸ਼ਨ ਤੇ ਦਰਸ਼ਨ ਕਰਨ ਲਈ ਆਈ। 10 ਨੂੰ 12 ਵਜੇ ਨਾਗਪੁਰ ਸਟੇਸ਼ਨ ਤੇ ਸ਼ਹਿਰ ਦੀਆਂ ਸੰਗਤਾਂ ਜਥੇ ਲਈ ਦੋਨੋਂ ਸਮੇਂ ਦਾ ਲੰਗਰ ਲੈ ਕੇ ਪੁੱਜੀਆਂ ਹੋਈਆਂ ਸਨ। ਸਿੰਘਾਂ ਨੇ ਪ੍ਰਸ਼ਾਦਾ ਛਕਿਆ। ਸੰਗਤ ਨੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ। 11 ਨੂੰ ਅੰਮ੍ਰਿਤ ਵੇਲੇ 3 ਵਜੇ ਮਨਮਾੜ ਉਤਰ ਕੇ ਬਾਬਾ ਨਿਧਾਨ ਸਿੰਘ ਵੱਲੋਂ ਬਣਾਏ ਗੁਰਦੁਆਰਾ ਗੁਪਤਸਰ ਵਿਖੇ ਇਸ਼ਨਾਨ ਤੇ ਆਰਾਮ ਕੀਤਾ। ਸੁਬਹ ਦੇ ਦੀਵਾਨ ਵਿੱਚ ਭਾਈ ਭਗਵਾਨ ਸਿੰਘ ਭੁਜੰਗੀ ਨੇ ਕੀਰਤਨ ਤੇ ਸੰਤਾਂ ਨੇ ਕਥਾ ਕੀਤੀ। ਪ੍ਰਸ਼ਾਦਾ ਛਕ ਕੇ ਗੱਡੀ ਚੜ੍ਹੇ। ਸ੍ਰੀ ਹਜ਼ੂਰ ਸਾਹਿਬ ਪਹੁੰਚਣਾ। ਰਾਤ ਦੇ 11 ਵਜੇ ਹਜ਼ੂਰ ਸਾਹਿਬ 150 ਸਿੰਘਾਂ ਸਮੇਤ ਅੱਪੜੇ। ਬਾਬਾ ਨਿਧਾਨ ਸਿੰਘ ਦੇ ਗੁਰਦੁਆਰਾ ਲੰਗਰ ਸਾਹਿਬ ਉਤਾਰਾ ਕੀਤਾ। ਸੇਵਾ ਤੇ ਪ੍ਰਬੰਧ ਬਾਬਾ ਹਰਨਾਮ ਸਿੰਘ ਨੇ ਕੀਤਾ। 12 ਨੂੰ ਤਖਤ ਸਾਹਿਬ ਦੀ ਯਾਤਰਾ ਕੀਤੀ ਤੇ ਦੇਗਾਂ ਕਰਵਾਈਆਂ। 12 ਨੂੰ ਤਖਤ ਸਾਹਿਬ ਵਿਖੇ ਸੰਤਾਂ ਨੇ ਕਥਾ ਕੀਤੀ।
ਗੁਰਦੁਆਰਾ ਨਗੀਨਾ ਘਾਟ ਤੇ ਗੁਰਦੁਆਰਾ ਬੰਦਾ ਸਿੰਘ ਬਹਾਦਰ ਦੀ ਯਾਤਰਾ ਕੀਤੀ। 13 ਨੂੰ ਗੁਰਦੁਆਰਾ ਹੀਰਾ ਘਾਟ ਤੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੀ ਯਾਤਰਾ ਕੀਤੀ। ਲੰਗਰ ਛਕਿਆ ਤੇ ਆਰਾਮ ਮਾਤਾ ਸਾਹਿਬ ਦੇ ਗੁਰਦੁਆਰੇ ਕੀਤਾ। ਸੇਵਾ ਨਿਹੰਗ ਸਿੰਘਾਂ ਨੇ ਕੀਤੀ। 15 ਨੂੰ ਸ਼ਿਕਾਰ ਘਾਟ ਦੀ ਯਾਤਰਾ ਕਰਕੇ ਵਾਪਸ ਮਾਤਾ ਜੀ ਦੇ ਗੁਰਦੁਆਰੇ ਆ ਰਹੇ। ਦੋਨੋਂ ਦਿਨ ਕੀਰਤਨ ਅਤੇ ਕਥਾ ਇੱਥੇ ਹੀ ਕਰਦੇ ਰਹੇ। 16 ਨੂੰ ਸੁਬਹ ਦਾ ਦੀਵਾਨ ਕਰਕੇ ਪ੍ਰਸ਼ਾਦਾ ਛਕ ਕੇ ਚਾਲਾ ਪਾ ਕੇ ਗੁਰਦੁਆਰਾ ਲੰਗਰ ਸਾਹਿਬ ਆਸਣਾ ਤੇ ਆ ਗਏ। 3 ਫਰਵਰੀ ਤੱਕ ਸੁਬਹ ਮੁੱਖ ਵਾਕ ਦੀ ਕਥਾ ਸੱਚਖੰਡ ਅਤੇ ਸ਼ਾਮ ਦੀ ਸੰਥਾ ਕਥਾ ਬਾਬਾ ਨਿਧਾਨ ਸਿੰਘ ਦੇ ਗੁਰਦੁਆਰੇ ਲੰਗਰ ਸਾਹਿਬ 'ਚ ਕਰਦੇ ਰਹੇ। 3 ਨੂੰ ਤਖਤ ਸ੍ਰੀ ਸੱਚਖੰਡ ਵੱਲੋਂ ਖੀਨ ਖਾਬ ਦਾ ਦੁਸ਼ਾਲਾ ਸਿਰੋਂ ਪਾਉ ਬਖਸ਼ਿਆ ਗਿਆ। ਹੋਰ ਮੁਖੀ ਸਿੰਘਾਂ ਤੇ ਰਾਗੀ ਸਿੰਘਾਂ ਨੂੰ ਵੀ ਸਿਰੋਂ ਪਾਉ ਬਖਸ਼ੇ। ਸ਼ਾਮ ਨੂੰ ਗੁਰਦੁਆਰਾ ਲੰਗਰ ਸਾਹਿਬ ਵੀ ਸਿਰੋਂ ਪਾਉ ਬਖਸ਼ੇ ਗਏ। 4 ਨੂੰ ਸੰਤ ਕੁਝ ਸਿੰਘਾਂ ਸਮੇਤ ਔਰੰਗਾਬਾਦ ਸਿੰਘ ਸਭਾ ਪੁੱਜੇ ਤੇ ਜਥਾ ਮਨਮਾੜ ਪਹੁੰਚ ਗਿਆ। ਸੰਤ 5 ਨੂੰ ਦੀਵਾਨ ਕਰਕੇ ਸ਼ਾਮ ਨੂੰ ਮਨਮਾੜ ਪੁੱਜ ਗਏ। 6 ਨੂੰ ਗੱਡੀ ਤੇ ਚੜ੍ਹ ਕੇ ਚੱਲੇ। ਦਿਨ ਦਾ ਪ੍ਰਸ਼ਾਦਾ ਅਟਾਰਸੀ ਦੀ ਸੰਗਤ ਨੇ ਅਤੇ ਸ਼ਾਮ ਦਾ ਝਾਂਸੀ ਦੇ ਫੌਜੀਆਂ ਨੇ ਸਟੇਸ਼ਨ ਤੇ ਹੀ ਛਕਾਇਆ। 11 ਵਜੇ ਤੱਕ ਗਵਾਲੀਅਰ ਪੁੱਜੇ। 7 ਨੂੰ ਗੁਰਦੁਆਰਾ ਨਾਨਕਸਰ ਫੂਲ ਬਾਗ ਵਿਖੇ ਸੰਤਾਂ ਨੇ ਕਥਾ ਕੀਤੀ। ਕਿਲੇ 'ਚ ਗੁਰਦੁਆਰਾ ਬੰਦੀ ਛੋੜ ਪਾਤਸ਼ਾਹੀ 6ਵੀਂ ਦੀ ਯਾਤਰਾ ਜਥੇ ਸਮੇਤ ਕੀਤੀ। ਰਾਤ ਦੀ ਕਥਾ ਫੂਲ ਬਾਗ ਗੁਰਦੁਆਰਾ ਪਾਤਸ਼ਾਹੀ ਪਹਿਲੀ 'ਚ ਕੀਤੀ। 8 ਨੂੰ ਗਵਾਲੀਅਰ ਤੋਂ ਜਥੇ ਸਮੇਤ ਆਗਰੇ ਪੁੱਜੇ। ਗੁਰਦੁਆਰਾ ਮਾਈ ਥਾਨ ਦੇ ਦਰਸ਼ਨ ਕੀਤੇ ਤੇ ਤਾਜ ਮਹੱਲ ਦੇਖਿਆ। ਰਾਤ ਨੂੰ ਗੱਡੀ ਚੜ੍ਹੇ। 9 ਨੂੰ ਸੁਬਹ 5 ਵਜੇ ਦਿੱਲੀ ਗੁਰਦੁਆਰਾ ਸੀਸਗੰਜ ਪੁੱਜੇ। ਜਥਾ ਗੁਰਦੁਆਰੇ ਹੀ ਰਿਹਾ। ਸੰਤਾਂ ਨੇ 5 ਸਿੰਘਾਂ ਸਮੇਤ ਸਰਦਾਰ ਹਰਨਾਮ ਸਿੰਘ ਲਾਇਲਪੁਰੀ ਦੀ ਕੋਠੀ 'ਚ ਆਰਾਮ ਕੀਤਾ। 10 ਨੂੰ ਸੰਤਾਂ ਨੇ ਸ਼ਾਮ ਦੀ ਕਥਾ ਗੁਰਦੁਆਰਾ ਸੀਸਗੰਜ ਕੀਤੀ। ਵਾਪਸ ਪੰਜਾਬ ਰੋਡੇ ਆਦਿ ਪਿੰਡਾਂ 'ਚ ਜਥਾ 6 ਵਜੇ ਸ਼ਾਮ ਗੱਡੀ ਚੜ੍ਹ ਕੇ ਪੰਜਾਬ ਨੂੰ ਚੱਲ ਪਿਆ। 11 ਨੂੰ ਸਿੰਘ ਪਿੰਡ ਰੋਡੇ ਪਹੁੰਚ ਗਏ। ਪ੍ਰਬੰਧ ਸੰਤ ਕਿਰਪਾਲ ਸਿੰਘ ਜੀ ਨੇ ਕੀਤਾ। ਸੰਤ ਰਾਤ ਨੂੰ ਦਿੱਲੀ ਤੋਂ ਗੱਡੀ ਚੜ੍ਹੇ। 12 ਨੂੰ ਦੋਰਾਹੇ ਗੁਰਦੁਆਰਾ ਸਿੰਘ ਸਭਾ ਵਿਖੇ ਮਹੀਨੇ ਦੀ ਕਥਾ ਕੀਤੀ। ਉਪਰੰਤ ਰਾੜਾ ਸਾਹਿਬ ਮੰਗਲਾਂ ਬਾਰੇ ਮੀਟਿੰਗ ਵਿੱਚ ਸ਼ਾਮਲ ਹੋਏ। ਰਾਤ ਨੂੰ ਵਾਪਸ ਦੋਰਾਹੇ ਸਰਦਾਰ ਅਰਜਨ ਸਿੰਘ ਠੇਕੇਦਾਰ ਦੀ ਕੋਠੀ ਰਹੇ। 13 ਨੂੰ ਬੋਪਾ ਰਾਏ ਜਲੂਸ ਵਿੱਚ ਸ਼ਾਮਲ ਹੋਏ। 14 ਨੂੰ ਸਾਲਾਨਾ ਜੋੜ ਮੇਲੇ ਸਮੇਂ ਕਥਾ ਕੀਤੀ। 15 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਏ ਮਹਾਵਾਕ ਦੀ ਕਥਾ ਕੀਤੀ। ਸ਼ਾਮ ਨੂੰ ਦੀਵਾਨ ਦਾ ਭੋਗ ਪਿਆ। ਅੰਮ੍ਰਿਤ ਛਕਾ ਕੇ 36 ਪ੍ਰਾਣੀ ਗੁਰੂ ਵਾਲੇ ਬਣਾਏ। 16 ਨੂੰ ਸ਼ਾਮ ਦਾ ਦੀਵਾਨ ਮਲਕ ਕੀਤਾ। 17 ਨੂੰ ਅਖਾੜੇ ਤੇ 18 ਨੂੰ ਕੋਕਰੀ ਦੀਵਾਨ ਕਰਕੇ ਰਾਤ ਨੂੰ ਭਿੰਡਰੀ ਪੁੱਜ ਗਏ। 19 ਨੂੰ ਲੁਧਿਆਣੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਮਿਲ ਕੇ ਦੋਰਾਹੇ ਜਾ ਰਹੇ। 20 ਨੂੰ ਸੰਤ ਸਮਾਜ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਕਿ ਮੰਗਲ ਦਮਦਮੀ ਬੀੜ ਮੁਤਾਬਕ ਛਾਪੇ ਜਾਣ। 21 ਨੂੰ ਰੋਡੇ ਜਥੇ 'ਚ ਪੁੱਜੇ। ਦੋਨੋਂ ਸਮੇਂ ਦੀ ਕਥਾ ਕੀਤੀ। ਸੰਤਾਂ ਦੇ ਆਉਣ ਤੱਕ ਕਥਾ ਗਿਆਨੀ ਮੋਹਨ ਸਿੰਘ ਜੀ ਜਾਂ ਗਿਆਨੀ ਵੀਰ ਸਿੰਘ ਜੀ ਮੱਦੋ ਕੇ ਕਰਦੇ ਰਹੇ। 3 ਮਾਰਚ ਨੂੰ ਸੰਤ ਅਰਜਨ ਸਿੰਘ ਨਮਿਤ ਅਖੰਡ ਪਾਠ ਦਾ ਭੋਗ ਪਿਆ। ਕਥਾ ਹੋਈ। ਮਹੰਤ ਕਰਤਾਰ ਸਿੰਘ ਨੇ ਸੰਗਤ ਨੂੰ ਭੰਡਾਰਾ ਛਕਾਇਆ। 4 ਨੂੰ ਪੰਥ ਪ੍ਰਕਾਸ਼ ਦੀ ਕਥਾ ਦਾ ਭੋਗ ਪਿਆ। 9 ਨੂੰ ਚੰਨਣ ਸਿੰਘ ਸੇਖਾਂ ਨੇ 1100 ਰੁਪਏ ਦਾ ਲਾਊਡ ਸਪੀਕਰ ਜਥੇ ਨੂੰ ਅਰਦਾਸ ਕਰਵਾਇਆ। 11, 12, 13 3 ਦਿਨ ਭਾਰੀ ਸਾਲਾਨਾ ਜੋੜ ਮੇਲਾ ਮਨਾਇਆ।
13 ਨੂੰ 13 ਅਖੰਡ ਪਾਠਾਂ ਦੇ ਭੋਗ ਪਾਏ। ਸੰਤਾਂ ਕਥਾ ਕੀਤੀ, 20 ਪ੍ਰਾਣੀ ਗੁਰੂ ਵਾਲੇ ਬਣੇ। 14 ਨੂੰ ਚਾਲੇ ਪਾ ਕੇ ਮੋਗੇ ਰਾਹੀਂ ਫੇਰੂ ਸ਼ਹਿਰ ਨੇੜੇ ਪਿੰਡ ਪੁਢਾਣਾ ਪੁੱਜੇ। ਪ੍ਰਬੰਧ ਨਿਰਮਲ ਸਿੰਘ ਨੇ ਸੰਗਤਾਂ ਨਾਲ ਮਿਲ ਕੇ ਕੀਤਾ। 23 ਮਾਰਚ ਤੱਕ ਪੁਢਾਣੇ ਨਗਰ ਹੀ ਰਹੇ। 24 ਨੂੰ ਸੁਬਾ ਦਾ ਦੀਵਾਨ ਪਿੰਡ ਸੁਰ ਸਿੰਘ ਕੀਤਾ। ਪ੍ਰਬੰਧ ਭਾਗ ਸਿੰਘ ਤੇ ਸੰਗਤ ਨੇ ਕੀਤਾ। ਸ਼ਾਮ ਦਾ ਦੀਵਾਨ ਪਿੰਡ ਸੱਦੂ ਵਾਲੇ ਹੋਇਆ। ਪ੍ਰਬੰਧ ਭਗਤ ਉਜਾਗਰ ਸਿੰਘ ਨੇ ਕੀਤਾ। 28 ਤੱਕ ਸੱਦੂ ਵਾਲੇ ਰਹੇ। 27 ਨੂੰ 5 ਅਖੰਡ ਪਾਠਾਂ ਦੇ ਭੋਗ ਪਾਏ। ਕਥਾ ਸੰਤਾਂ ਨੇ ਕੀਤੀ। 4 ਸਿੰਘ ਲੈ ਕੇ ਅੰਮ੍ਰਿਤਸਰ ਪੁੱਜੇ। 28 ਨੂੰ ਕਮੇਟੀ ਨਾਲ ਮੰਗਲਾਂ ਬਾਰੇ ਗੱਲਬਾਤ ਕੀਤੀ। 28 ਨੂੰ ਸੰਤ ਧੀਰੇ ਪੱਤਰੇ ਪੁੱਜ ਗਏ। ਜਥਾ 28 ਦੀ ਸ਼ਾਮ ਨੂੰ ਪੁੱਜ ਗਿਆ ਸੀ। 31 ਨੂੰ ਗੁਰਦੁਆਰਾ ਨਵਾਂ ਬਣਾਉਣ ਦੀ ਸੰਤਾਂ ਅਪੀਲ ਕੀਤੀ। 3000 ਰੁਪਏ ਉਗਰਾਹੀ ਹੋਈ। 225 ਰੁਪਏ ਸੰਤਾਂ ਆਪਣੇ ਕੋਲੋਂ ਦਿੱਤੇ। 1 ਅਪ੍ਰੈਲ ਸੁਬਾ ਦਾ ਦੀਵਾਨ ਕਰਕੇ ਤੇ ਜਲੇਬੀਆਂ ਦਾ ਭੰਡਾਰਾ ਛਕ ਕੇ ਸ਼ਾਮ ਦਾ ਦੀਵਾਨ ਹਰੀਹਰ ਝੋਕ ਕੀਤਾ। ਪ੍ਰਬੰਧ ਭਾਈ ਸੋਹਣ ਸਿੰਘ ਨੇ ਕੀਤਾ। 2 ਦੀ ਸ਼ਾਮ ਦਾ ਦੀਵਾਨ ਛੋਟੇ ਸਭਰਾ ਹੋਇਆ। 3 ਦਾ ਸ਼ਾਮ ਦਾ ਦੀਵਾਨ ਵੱਡੇ ਸਭਰਾ ਕੀਤਾ। ਪ੍ਰਬੰਧ ਭਾਈ ਬੂੜ ਸਿੰਘ ਨੇ ਕੀਤਾ। 6 ਸ਼ਾਮ ਨੂੰ ਭੂਰੇ ਪੁਰਾਣੇ ਪੁੱਜੇ। ਪ੍ਰਬੰਧ ਸੰਤ ਗਿਆਨੀ ਕਰਤਾਰ ਸਿੰਘ, ਭਾਈ ਸ਼ਿੰਗਾਰਾ ਸਿੰਘ, ਭਾਈ ਸੁਰਜੀਤ ਸਿੰਘ ਤੇ ਭਾਈ ਹਰਨਾਮ ਸਿੰਘ ਨੇ ਕੀਤਾ। ਅੰਮ੍ਰਿਤਸਰ 12 ਦੀ ਸ਼ਾਮ ਨੂੰ ਸਾਰਾ ਜਥਾ ਬੱਸਾਂ ਤੇ ਅੰਮ੍ਰਿਤਸਰ ਮਾਹਣਾ ਸਿੰਘ ਦੀ ਧਰਮਸ਼ਾਲਾ ਪੁੱਜਾ। ਪ੍ਰਬੰਧ ਭਾਈ ਕਰਮ ਸਿੰਘ ਗੜਵਈ ਤੇ ਸਰਦਾਰ ਸੁੰਦਰ ਸਿੰਘ ਦੇ ਪਰਿਵਾਰ ਨੇ ਕੀਤਾ। 15 ਨੂੰ ਸੰਤਾਂ ਨੇ 1300 ਰੁਪਏ ਦੀ ਦੇਗ ਸ੍ਰੀ ਹਰਿਮੰਦਰ ਸਾਹਿਬ ਕਰਵਾਈ। ਦੁਪਹਿਰ ਬਾਅਦ ਮਜੀਠਾ ਰੋਡ ਤੇ ਚੀਫ ਖਾਲਸਾ ਦੀਵਾਨ ਦੇ ਸੈਕਟਰੀ ਦੇ ਸੱਦੇ ਤੇ ਸੰਤ ਸਿੰਘ ਦੇ ਮਕਾਨ ਤੇ ਮੰਗਲਾਂ ਬਾਰੇ ਮੀਟਿੰਗ ਹੋਈ। ਕਮੇਟੀ ਨਾਲ ਗੱਲਬਾਤ ਕਰਨ ਲਈ 5 ਚੁਣੇ ਵਿਦਵਾਨਾਂ ਵਿੱਚ ਇੱਕ ਸੰਤ ਜੀ ਸਨ। ਸ਼ਾਮ ਨੂੰ ਸੰਤ ਜੀ 5 ਸਿੰਘਾਂ ਸਮੇਤ ਕਾਨਪੁਰ ਨੂੰ ਚਲੇ ਗਏ। 19 ਨੂੰ ਵਾਪਸ ਆ ਗਏ। 21 ਨੂੰ ਉਹ ਘੋੜਾ ਗੱਡੀ ਚੜਾਇਆ ਜਿਹੜਾ ਸ੍ਰੀ ਹਜ਼ੂਰ ਸਾਹਿਬ ਭੇਟਾ ਕਰਨ ਲਈ ਵਿਸਾਖੀ ਵਾਲੇ ਦਿਨ ਸੰਤਾਂ ਨੇ ਮੰਡੀ ਚੋਂ ਖਰੀਦਿਆ ਸੀ। 25 ਨੂੰ 13 ਅਖੰਡ ਪਾਠਾਂ ਦੇ ਭੋਗ ਪਾਏ। ਅਤੁੱਟ ਲੰਗਰ ਵਰਤਿਆ। ਸਾਰੇ ਸਿੰਘ ਸਾਹਿਬਾਨ, ਸ਼ਹਿਰ ਦੀ ਸੰਗਤ, ਕਮੇਟੀ ਦਾ ਸਟਾਫ ਤੇ ਸ਼ਹਿਰ ਦੇ ਡੇਰੇਦਾਰ ਮਹੰਤ ਸ਼ਾਮਲ ਹੋਏ। 29 ਨੂੰ ਸੰਤਾਂ ਦੀ ਦੇਹ ਅਰੋਗਤਾ ਲਈ 1000 ਰੁਪਏ ਦੀ ਦੇਗ ਸ੍ਰੀ ਹਰਿਮੰਦਰ ਸਾਹਿਬ ਕਰਵਾਈ। ਅਖੰਡ ਪਾਠ ਦਾ ਭੋਗ ਪਿਆ। 30 ਨੂੰ 200 ਰੁਪਏ ਕੜਾਹ ਪ੍ਰਸ਼ਾਦ ਦੀ ਦੇਗ ਹਿੱਤ ਸ੍ਰੀ ਹਜ਼ੂਰ ਸਾਹਿਬ ਭੇਜੇ। ਮੋਰਚਾ 5 ਮਈ ਨੂੰ ਮੰਗਲ ਦਰੁਸਤ ਕਰਾਉਣ ਹਿੱਤ ਸ਼ਾਂਤਮਈ ਮੋਰਚੇ ਦਾ ਐਲਾਨ ਕੀਤਾ। ਇਹ ਮੋਰਚਾ ਸੰਤ ਸਮਾਜ ਵੱਲੋਂ ਸੀ, ਜਿਸ ਦਾ ਸਹਾਇਕ ਚੀਫ ਖਾਲਸਾ ਦੀਵਾਨ ਵੀ ਸੀ। 7 ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ 5 ਸਿੰਘ ਭੁੱਖ ਹੜਤਾਲ ਤੇ ਬੈਠੇ। ਸਭ ਤੋਂ ਪਹਿਲਾਂ ਭਾਈ ਸੰਤ ਸਿੰਘ ਗ੍ਰੰਥੀ ਬਿਧੀ ਚੰਦੀਆ, ਦੂਸਰੇ ਪ੍ਰੀਤਮ ਸਿੰਘ ਦਮਦਮੀਆਂ, ਤੀਸਰਾ ਹਰੀ ਸਿੰਘ ਬੁੱਢਾ ਦਲ, ਚੌਥਾ ਅਜੈਬ ਸਿੰਘ ਨਿਹੰਗ ਸਿੰਘ ਤੇ ਪੰਜਵਾਂ ਜੋਗਿੰਦਰ ਸਿੰਘ ਖਾਲਸਾ। ਇਹਨਾਂ 5 ਸਿੰਘਾਂ ਦੇ ਗਲ ਵਿੱਚ ਕੇਸਰੀ ਪਰਨੇ ਤੇ ਫੁੱਲਾਂ ਦੇ ਹਾਰ ਪਾਏ ਗਏ। ਅੱਗੇ ਅੱਗੇ 5 ਸਿੰਘ ਤੇ ਪਿੱਛੇ ਸਾਰੀ ਸੰਗਤ। ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ, ਫਿਰ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਕਰਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਸੜਕ ਵਿੱਚ ਧਰਨਾ ਮਾਰ ਕੇ ਬੈਠ ਗਏ। 7 ਮਈ ਨੂੰ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ ਅਜੀਤ ਸਿੰਘ ਬਾਲਾ ਨੇ ਸੰਤ ਸਮਾਜ ਦੀਆਂ ਮੰਗਾਂ ਮੰਨ ਲਈਆਂ। ਰਾਤ ਦੇ 8 ਵਜੇ ਸਿੰਘ ਉਠਾ ਲਏ। ਮੋਰਚਾ ਫਤਿਹ ਹੋ ਗਿਆ
15 ਨੂੰ ਅੰਮ੍ਰਿਤਸਰ ਤੋਂ ਚੱਲੇ ਨਾਭਾ ਸਾਹਿਬ। 16 ਨੂੰ ਨਾਭਾ ਸਾਹਿਬ ਪੁੱਜੇ। ਦੀਵਾਨ ਗੁਰਦੁਆਰਾ ਪਾਤਸ਼ਾਹੀ 9ਵੀਂ ਤੇ 10ਵੀਂ ਚ ਸੱਜਦੇ ਰਹੇ। ਪ੍ਰਬੰਧ ਮਾਤਾ ਹਰਬੰਸ ਕੌਰ ਨੇ ਕੀਤਾ। 29 ਨੂੰ 5 ਅਖੰਡ ਪਾਠਾਂ ਤੇ 4 ਸਹਿਜ ਪਾਠਾਂ ਦੇ ਭੋਗ ਪਾਏ। ਕਥਾ ਚ ਸੰਤਾਂ ਨੇ ਪਾਤਸ਼ਾਹੀ 5ਵੀਂ ਦੇ ਸ਼ਹੀਦੀ ਦਾ ਪ੍ਰਸੰਗ ਇਤਿਹਾਸ ਚੋਂ ਸੁਣਾਇਆ। ਕੀਰਤਨ ਭਗਵਾਨ ਸਿੰਘ ਭੁਜੰਗੀ ਨੇ ਕੀਤਾ। ਗਿਆਨੀ ਵੀਰ ਸਿੰਘ ਨੇ ਮੁੱਖ ਵਾਕ ਦੀ ਕਥਾ ਕੀਤੀ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੱਗੇ ਮੋਰਚੇ 'ਚ ਸੰਤਾਂ ਵੱਲੋਂ ਭੇਜਿਆ 16 ਸਿੰਘਾਂ ਦਾ ਜਥਾ 10 ਜੂਨ ਨੂੰ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਗ੍ਰਿਫਤਾਰ ਹੋਇਆ। 15 ਨੂੰ ਗੁਰਦੁਆਰਾ ਪਾਤਸ਼ਾਹੀ 8ਵੀਂ ਪੰਜੋਖਰਾ ਸਾਹਿਬ ਪੁੱਜੇ। ਪ੍ਰਬੰਧ ਬਾਬਾ ਮੇਹਰ ਸਿੰਘ ਤੇ ਸੰਗਤ ਨੇ ਕੀਤਾ। 26 ਨੂੰ 2 ਅਖੰਡ ਪਾਠਾਂ ਦੇ ਭੋਗ ਪਾਏ। 16 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। 15 ਜੁਲਾਈ ਨੂੰ ਨੀਵੀਂ ਤਲਵੰਡੀ ਜਥੇ ਸਮੇਤ ਪੁੱਜੇ। ਪ੍ਰਬੰਧ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕੀਤਾ। 16 ਨੂੰ 2 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ। ਸੰਗਰਾਂਦ ਦਾ ਦਿਨ ਸੀ, ਜਿਸ ਕਰਕੇ ਮਹੀਨੇ ਦੀ ਕਥਾ ਸੰਤਾਂ ਨੇ ਕੀਤੀ। 17 ਨੂੰ 16 ਸਿੰਘਾਂ ਨੇ ਅੰਮ੍ਰਿਤਪਾਨ ਕੀਤਾ। ਸ਼ਾਮ ਨੂੰ ਢੁੱਡੀ ਕੇ ਪੁੱਜੇ। ਪ੍ਰਬੰਧ ਬਾਬਾ ਮੁਕੰਦ ਸਿੰਘ ਤੇ ਸੰਗਤ ਨੇ ਕੀਤਾ। ਦੋਨੋਂ ਸਮੇਂ ਦੀਵਾਨ ਗੁਰਦੁਆਰਾ ਛਾਉਣੀ 'ਚ ਸੱਜਦੇ ਰਹੇ। 23 ਨੂੰ ਮੱਸਿਆ ਤੇ ਕਥਾ ਗੁਰਦੁਆਰਾ ਗੁਰੂਸਰ ਮੱਧੋ ਕੇ ਕੀਤੀ। ਸ਼ਾਮ ਦਾ ਦੀਵਾਨ ਛਾਉਣੀ ਗੁਰਦੁਆਰਾ ਢੁੱਡੀ ਕੇ ਹੋਇਆ। 27 ਨੂੰ ਭਿੰਡਰ ਕਲਾ ਸਕੂਲ ਵਿੱਚ ਇਕੱਠ ਕਰਕੇ ਸਕੂਲ ਦੇ ਚੁਫੇਰੇ ਮਿੱਟੀ ਪਵਾਈ। ਮਾਸਟਰਾਂ ਨੇ ਸੰਤਾਂ ਤੋਂ ਬੱਚਿਆਂ ਨੂੰ ਇਨਾਮ ਦਵਾਏ। ਸ਼ਾਮ ਨੂੰ ਢੁੱਡੀ ਕੇ ਪੁੱਜੇ ਦੀਵਾਨ ਕੀਤਾ। 28 ਨੂੰ ਸ਼ਾਮ ਦੇ ਦੀਵਾਨ ਵਿੱਚ ਵਿਦਾਇਗੀ ਸਮੇਂ ਸਰਦਾਰਾ ਸਿੰਘ ਨੇ ਸਿਰੋਂ ਪਾਓ ਤੇ 200 ਰੁਪਏ ਭੇਟ ਕੀਤੇ। 29 ਨੂੰ ਗੁਰਦੁਆਰਾ ਗੁਰੂਸਰ ਮੱਧੋ ਕੇ ਪ੍ਰੋਗਰਾਮ ਆਰੰਭ ਕੀਤਾ। 31 ਜੁਲਾਈ 1 ਤੇ 2 ਅਗਸਤ ਨੂੰ ਸਾਲਾਨਾ ਜੋੜ ਮੇਲੇ ਦਾ ਭਾਰੀ ਇਕੱਠ ਹੋਇਆ। 3 ਨੂੰ 21 ਮਾਈ ਭਾਈ ਗੁਰੂ ਵਾਲੇ ਬਣੇ। ਦੌਦਰ 17 ਤੋਂ ਜਥਾ ਦੌਦਰ ਪੁੱਜਾ। ਭਾਈ ਪੂਰਨ ਸਿੰਘ, ਭਾਈ ਜਗੀਰ ਸਿੰਘ ਨੇ ਦੋਨੋਂ ਵਕਤ ਦੇ ਲੰਗਰ ਦਾ ਪ੍ਰਬੰਧ ਆਪਣੇ ਘਰ ਹੀ ਕੀਤਾ। ਕਥਾ ਕੀਰਤਨ ਦੋਨੋਂ ਸਮੇਂ ਵੱਡੇ ਡੇਰੇ ਹੁੰਦਾ ਰਿਹਾ। 30 ਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸੰਥਾ ਕਥਾ ਦਾ ਭੋਗ ਪਿਆ। 31 ਅਗਸਤ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਥਾ ਕਥਾ ਆਰੰਭ ਕੀਤੀ। 56 ਰੁਪਏ ਸੰਤਾਂ ਨੇ ਡੇਰੇ ਦੇ ਮਹੰਤ ਨੂੰ ਦਿੱਤੇ। ਜਗੀਰ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਪਿਆ। 1 ਸਤੰਬਰ ਦਾ ਦੀਵਾਨ ਗੁਰਦੁਆਰਾ ਪਾਤਸ਼ਾਹੀ 1 ਤੇ ਪਾਤਸ਼ਾਹੀ 6ਵੀਂ ਦੇ ਗੁਰਦੁਆਰੇ ਹੋਇਆ। ਭਿੰਡਰ ਕਲਾਂ 4 ਨੂੰ ਭਿੰਡਰ ਕਲਾਂ ਪੁੱਜੇ। 9 ਨੂੰ 3 ਅਖੰਡ ਪਾਠਾਂ ਦੇ ਭੋਗ ਪਾਏ। ਜੋੜ ਮੇਲੇ ਦਾ ਆਰੰਭ ਹੋਇਆ। ਕਥਾ ਸੰਤ ਇੰਦਰ ਸਿੰਘ ਜੀ ਨੇ ਕੀਤੀ। 10 ਤੇ 11 ਨੂੰ ਭਾਰੀ ਜੋੜ ਮੇਲਾ ਹੋਇਆ। 13 ਨੂੰ 6 ਅਖੰਡ ਪਾਠਾਂ ਦੇ ਭੋਗ ਪਾਏ। 36 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। 17 ਨੂੰ ਚੱਕਰ ਪਿੰਡ ਪੁੱਜੇ। ਪ੍ਰਬੰਧ ਮਹੰਤ ਸਰੂਪ ਸਿੰਘ ਨੇ ਕੀਤਾ। ਦੀਵਾਨ ਗੁਰਦੁਆਰਾ ਪਾਤਸ਼ਾਹੀ 6ਵੀਂ ਅਤੇ ਪਾਤਸ਼ਾਹੀ 10ਵੀਂ ਵਿਖੇ ਸੱਜਦੇ ਰਹੇ। 22 ਨੂੰ 65 ਮਾਈ ਭਾਈ ਨੇ ਅੰਮ੍ਰਿਤਪਾਨ ਕੀਤਾ। ਗੰਗਾ ਨਗਰ 25 ਨੂੰ ਗੰਗਾ ਨਗਰ ਸਰਦਾਰ ਜਵਾਹਰ ਸਿੰਘ ਦੇ ਘਰ ਕਥਾ ਕੀਰਤਨ ਤੇ ਲੰਗਰ ਦਾ ਪ੍ਰਬੰਧ ਸੀ। 30 ਨੂੰ 5 ਜ਼ੈਡ ਵਿਖੇ ਪੁੱਜ ਗਏ। 21 ਅਕਤੂਬਰ ਤੋਂ 3 ਨਵੰਬਰ ਅਵਤਾਰ ਗੁਰਪੁਰਬ ਪਾਤਸ਼ਾਹੀ 1 ਤੱਕ ਸੁਬਾ ਦਾ ਦੀਵਾਨ ਗੰਗਾ ਨਗਰ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਹੁੰਦਾ ਤੇ ਸ਼ਾਮ ਦਾ ਦੀਵਾਨ 5 ਜ਼ੈਡ ਵਿਖੇ ਸੱਜਦਾ। ਸ਼ਹਿਰ ਦੇ ਪ੍ਰਬੰਧਕ ਜਥੇ ਨੂੰ ਬੱਸਾਂ ਤੇ ਲੈ ਜਾਂਦੇ ਤੇ ਦੀਵਾਨ ਤੋਂ ਬਾਅਦ 5 ਜ਼ੈਡ ਛੱਡ ਜਾਂਦੇ। 23 ਅਕਤੂਬਰ ਨੂੰ ਬੁੱਢਾ ਜੌੜ ਦੀ ਯਾਤਰਾ ਕੀਤੀ। ਉੱਥੇ ਹੀ ਲੰਗਰ ਛਕਿਆ।
ਤੇ ਦੀਵਾਨ ਸਜਾਇਆ। 25 ਅਕਤੂਬਰ ਨੂੰ 10 ਸਹਿਜ ਪਾਠਾਂ ਦੇ ਭੋਗ ਪਾਏ। 3 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸੁਬਾ ਦਾ ਦੀਵਾਨ ਪਹਿਲਾਂ ਸਿੰਘ ਸਭਾ ਫਿਰ ਗੁਰੂ ਨਾਨਕ ਦਰਬਾਰ 'ਚ ਕੀਰਤਨ ਰਾਹੀਂ ਸੰਪੂਰਨ ਹੋਇਆ। ਸਾਧ ਸੰਗਤ ਜੀ, ਇਸ ਮਹਾਨ ਪੋਥੀ ਗਿਆਨ ਕਿਰਨਾਂ ਵਿੱਚ 254 ਪੰਨੇ ਤੋਂ ਅੱਗੇ ਮਹਾਂਪੁਰਖਾਂ ਦੀਆਂ ਬਹੁਤ ਸੁੰਦਰ ਤਸਵੀਰਾਂ ਹਨ। ਸੰਤ ਜੀ ਦੋਧਰ ਵਿਖੇ ਕਥਾ ਕਰਦੇ ਹੋਏ ਨਾਲ ਹਨ ਸੰਤ ਗਿਆਨੀ ਕਰਤਾਰ ਸਿੰਘ ਜੀ ਅਤੇ ਰਾਗੀ ਬਚਿੱਤਰ ਸਿੰਘ ਜੀ। ਇਸ ਤੋਂ ਅੱਗੇ ਦੂਸਰੀ ਤਸਵੀਰ ਦੇ ਵਿੱਚ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਥੇ ਸਮੇਤ ਸ੍ਰੀ ਗੰਗਾ ਨਗਰ ਰਾਜਸਥਾਨ 16 ਨਵੰਬਰ 1960 ਇਹ ਤਸਵੀਰ ਹੈ। ਸੋ ਇਹ ਦੋ ਤਸਵੀਰਾਂ ਤੋਂ ਅੱਗੇ ਹੁਣ 255 ਪੰਨੇ ਤੋਂ ਜਿਵੇਂ ਪੜ੍ਹਦੇ ਹਾਂ, ਸੋ ਆਓ ਸਰਵਣ ਕਰੀਏ ਜੀ। ਸ਼ਾਮ ਨੂੰ ਗੁਰਪੁਰਬ 5 ਜੈਡ ਵਿਖੇ ਮਨਾਇਆ। 4 ਤੋਂ ਸੁਬਾ ਦਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਗੰਗਾ ਨਗਰ ਅਤੇ ਸ਼ਾਮ ਦਾ 5 ਜੈਡ ਵਿਖੇ ਸੱਜਦਾ। 13 ਨੂੰ ਖਾਲਸਾ ਹਾਈ ਸਕੂਲ 'ਚ ਗੁਰਪੁਰਬ ਮਨਾਇਆ। ਸੰਤਾਂ ਨੇ ਕਥਾ ਕੀਤੀ। 5 ਜੈਡ ਵਿੱਚ ਸਾਰੇ ਜਥੇ ਲਈ ਕਿਰਿਆ ਬਣੀ। ਹਰ ਇੱਕ ਸਿੰਘ ਲਈ 2-2 ਕਛਹਿਰੇ ਤੇ 2-2 ਚੋਲੇ ਸਿਲਾ ਕੇ ਦਿੱਤੇ ਗਏ। 16 ਨੂੰ ਸਾਰੇ ਜਥੇ ਤੇ ਸੰਤਾਂ ਨੂੰ ਸੰਗਤ ਨੇ 5 ਜੈਡ ਤੇ ਗੰਗਾ ਨਗਰ ਸ਼ਹਿਰ ਵੱਲੋਂ ਬੜੇ ਸਤਿਕਾਰ ਤੇ ਪ੍ਰੇਮ ਨਾਲ ਵਿਦਾ ਕੀਤਾ। ਹਨੂਮਾਨਗੜ੍ਹ ਸ਼ਾਮ ਨੂੰ ਸਿੰਘ ਸਭਾ ਹਨੂਮਾਨਗੜ੍ਹ ਪਹੁੰਚੇ। 23 ਨੂੰ ਪਾਤਸ਼ਾਹੀ 9ਵੀਂ ਦਾ ਸ਼ਹੀਦੀ ਗੁਰਪੁਰਬ ਮਨਾਇਆ। ਫਿਰ ਪਿੰਡ ਜੋੜਕੀਆਂ ਵਿਖੇ ਦੀਵਾਨ ਕੀਤਾ। ਹਨੂਮਾਨਗੜ੍ਹ ਕਿਲੇ 'ਚ ਇੱਕ ਮਾਤਾ ਸੰਤਾਂ ਦੇ ਦਰਸ਼ਨਾਂ ਦੀ ਉਡੀਕ ਕਰ ਰਹੀ ਸੀ। ਅਚਾਨਕ ਕਿਲਾ ਦੇਖਣ ਦੇ ਬਹਾਨੇ ਸੰਤਾਂ ਨੇ ਜਾ ਦਰਸ਼ਨ ਦਿੱਤੇ। ਮਾਤਾ ਨਿਹਾਲ ਹੋ ਗਈ। 25 ਨੂੰ 10 ਪ੍ਰਾਣੀ ਗੁਰੂ ਵਾਲੇ ਬਣੇ। 26 ਨੂੰ ਹਨੂਮਾਨਗੜ੍ਹ ਤੋਂ ਨੌਹਰ ਸ਼ਹਿਰ ਗੁਰਦੁਆਰਾ ਪਾਤਸ਼ਾਹੀ 10ਵੀਂ ਕਬੂਤਰਸਰ ਦੇ ਦਰਸ਼ਨ ਕੀਤੇ। ਸ਼ਾਮ ਨੂੰ ਸੁਹਾਵਾ ਸਾਹਿਬ ਪੁੱਜੇ। ਪ੍ਰਬੰਧ ਬਾਬੂ ਹਰੀ ਸਿੰਘ ਨੇ ਕੀਤਾ। ਪਿੱਪਲ ਦੇ ਦਰਸ਼ਨ ਕੀਤੇ ਜੋ ਜੰਡ ਨੂੰ ਨਿਗਲ ਰਿਹਾ ਹੈ। ਦੋਨੋਂ ਸਮੇਂ ਦੀਵਾਨ ਸੁਹਾਵਾ ਸਾਹਿਬ ਹੋਣ ਲੱਗਾ। 7 ਦਸੰਬਰ ਨੂੰ ਸੁਹਾਵਾ ਸਾਹਿਬ ਤੋਂ ਨੌਹਰ ਤੇ ਉਥੋਂ ਹਨੂਮਾਨਗੜ੍ਹ ਸਿੰਘ ਸਭਾ ਪੁੱਜੇ। ਪ੍ਰਬੰਧ ਮਹੰਤ ਨਿਰੰਜਨ ਸਿੰਘ ਨੇ ਕੀਤਾ। ਕਿਲਾ ਰਾਏਪੁਰ 8 ਨੂੰ ਬਠਿੰਡੇ ਤੇ ਧੂਰੀ ਵਿੱਚ ਦੀ ਕਿਲਾ ਰਾਏਪੁਰ ਪੁੱਜ ਗਏ। ਉਤਾਰਾ ਸਰਦਾਰ ਸ਼ਿਵਦਿੱਤ ਸਿੰਘ ਦੀ ਕੋਠੀ ਕੀਤਾ। ਪ੍ਰਬੰਧ ਰਾਗੀ ਬਲਵੰਤ ਸਿੰਘ ਨੇ ਪਿੰਡ ਦੀ ਸੰਗਤ ਨਾਲ ਮਿਲ ਕੇ ਕੀਤਾ। ਦੋਨੋਂ ਵਕਤ ਦਾ ਦੀਵਾਨ ਸਰਦਾਰ ਦੀ ਕੋਠੀ ਵਿੱਚ ਹੀ ਹੁੰਦਾ। 15 ਨੂੰ ਮਹੀਨੇ ਦੀ ਕਥਾ ਕੀਤੀ। ਸਰਦਾਰ ਸ਼ਿਵਦਿੱਤ ਸਿੰਘ ਨੇ 1000 ਰੁਪਏ ਸੰਤਾਂ ਦੀ ਭੇਟਾ ਕੀਤਾ। ਸੰਤਾਂ ਨੇ ਆਪਣੇ ਕੋਲੋਂ 300 ਹੋਰ ਪਾ ਕੇ 1300 ਰੁਪਏ ਗੁਰਦੁਆਰਾ ਪਾਤਸ਼ਾਹੀ 6ਵੀਂ ਸੁਧਾਰ ਪਿੰਡ ਨੂੰ ਭੇਜ ਦਿੱਤੇ। 16 ਨੂੰ 30 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। ਆਲਮਗੀਰ 17 ਨੂੰ ਚਾਲੇ ਪਾ ਕੇ ਗੁਰਦੁਆਰਾ ਪਾਤਸ਼ਾਹੀ 10ਵੀਂ ਆਲਮਗੀਰ ਵਿਖੇ ਪੁੱਜੇ। ਪ੍ਰਬੰਧ ਸੰਗਤ ਤੇ ਪ੍ਰਬੰਧਕਾਂ ਨਾਲ ਮਿਲ ਕੇ ਰਾਗੀ ਲਛਮਣ ਸਿੰਘ ਗੰਧਰਬ ਨੇ ਕੀਤਾ। 18 ਨੂੰ ਗੁਰਦੁਆਰੇ ਦੇ ਲੰਗਰ ਦਾ ਨੀਂਹ ਪੱਥਰ ਰੱਖਿਆ। 5 ਪਿਆਰਿਆਂ 'ਚ ਸੰਤਾਂ ਤੋਂ ਇਲਾਵਾ ਸੰਤ ਰਾੜੇ ਵਾਲੇ ਸੰਤ ਈਸ਼ਰ ਸਿੰਘ ਜੀ ਵੀ ਸ਼ਾਮਲ ਹੋਏ। ਉਹਨਾਂ ਨੇ ਦੀਵਾਨ 'ਚ ਕੀਰਤਨ ਵੀ ਕੀਤਾ। 19 ਨੂੰ ਸਾਰੀ ਸੰਗਤ ਸਮੇਤ ਸੰਤਾਂ ਨੇ ਇੱਕ ਮਨ ਹੋ ਕੇ ਪੰਜਾਬੀ ਸੂਬੇ ਦੇ ਮੋਰਚੇ ਦੀ ਕਾਮਯਾਬੀ ਲਈ ਅਰਦਾਸ ਕੀਤੀ। 24 ਦਸੰਬਰ ਨੂੰ ਪਾਤਸ਼ਾਹੀ 10ਵੀਂ ਦਾ ਅਵਤਾਰ ਗੁਰਪੁਰਬ ਜਾਣ ਕੇ 7 ਅਖੰਡ ਪਾਠਾਂ ਦੇ ਭੋਗ ਪਾਏ। ਸੰਤਾਂ ਦੀ 14ਵੀਂ ਸੰਥਾ ਕਥਾ ਦਾ ਭੋਗ ਪਾਇਆ ਗਿਆ। 10ਵੇਂ ਪਾਤਸ਼ਾਹ ਜੀ ਦੇ ਜੀਵਨ ਤੇ ਕਥਾ ਰਾਹੀਂ ਚਾਨਣਾ ਪਾਇਆ। 25 ਨੂੰ ਰਾੜੇ ਵਾਲੇ ਸੰਤਾਂ ਨੇ ਕਾਰ ਭੇਜ ਕੇ ਸੰਤਾਂ ਨੂੰ ਬੁਲਾਇਆ।
2 ਘੰਟੇ ਗੱਲਬਾਤ ਤੇ ਵਿਚਾਰ ਵਟਾਂਦਰਾ ਹੁੰਦਾ ਰਿਹਾ। ਸ਼ਾਮ ਨੂੰ ਵਾਪਸ ਆਲਮਗੀਰ ਆ ਗਏ। 24 ਨੂੰ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਭਾਰੀ ਕੀਰਤਨ ਹੋਇਆ। 29 ਤੇ 30 ਨੂੰ ਸੰਗਤਾਂ ਦੇ ਭਾਰੀ ਇਕੱਠ ਵਿੱਚ ਕੀਰਤਨ ਤੇ ਸੰਤਾਂ ਦੀ ਕਥਾ ਦਾ ਆਨੰਦ ਬੱਝਾ। ਦਿਨ ਦੇ ਦੀਵਾਨ ਵਿੱਚ ਢਾਡੀਆਂ, ਕਵੀਸ਼ਰਾਂ ਤੇ ਪੰਥਕ ਲੀਡਰਾਂ ਦੇ ਭਾਸ਼ਣ ਹੋਏ। 31 ਤੱਕ ਆਲਮਗੀਰ ਦਾ ਹੀ ਪ੍ਰੋਗਰਾਮ ਚੱਲਦਾ ਰਿਹਾ। ਅਗਲੇ ਸਾਲਾਂ ਵਿੱਚ ਵੀ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਨਾਲ ਚੱਲਦੇ ਰਹੇ। 62ਵਾਂ ਸਾਲ ਸੰਨ 1963 ਈਸਵੀ। ਠੁੱਲੀਵਾਲ ਤੇ ਖਡਿਆਲ ਆਦਿ ਪਿੰਡਾਂ ਦਾ ਪ੍ਰੋਗਰਾਮ। ਆਲਮਗੀਰ ਤੋਂ ਬਾਅਦ ਪਿੰਡ ਠੁੱਲੀਵਾਲ ਆ ਗਏ। ਪ੍ਰਬੰਧ ਡਾਕਟਰ ਅਮਰ ਸਿੰਘ ਤੇ ਸੰਤ ਗਿਆਨੀ ਮੁਕੰਦ ਸਿੰਘ ਨੇ ਸੰਗਤ ਨਾਲ ਰਲ ਮਿਲ ਕੇ ਕੀਤਾ। 2 ਜਨਵਰੀ 1963 ਈਸਵੀ ਵਾਲੇ ਦਿਨ ਪਾਤਸ਼ਾਹੀ 10ਵੀਂ ਦਾ ਅਵਤਾਰ ਗੁਰਪੁਰਬ ਬੜੇ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ। ਕੀਰਤਨ ਉਪਰੰਤ ਮਹਾਵਾਕ ਦੀ ਕਥਾ ਸੰਤਾਂ ਨੇ ਕੀਤੀ। ਬਾਅਦ ਚ 7 ਅਖੰਡ ਪਾਠਾਂ ਦੇ ਭੋਗ ਪਾਏ। ਸਾਰਾ ਦਿਨ ਢਾਡੀਆਂ ਤੇ ਕਵੀਸ਼ਰਾਂ ਦੇ ਜਥਿਆਂ ਨੇ ਪ੍ਰਸੰਗ ਸੁਣਾਏ। 21 ਪ੍ਰਾਣੀ ਗੁਰੂ ਕੇ ਜਹਾਜੇ ਚੜ੍ਹੇ। 3 ਨੂੰ ਕੋਰੜ ਪਿੰਡ ਦੁਪਹਿਰ ਦਾ ਲੰਗਰ ਤੇ ਸ਼ਾਮ ਦਾ ਦੀਵਾਨ ਸਜਿਆ। ਲੰਗਰ ਚ ਪੱਕਾ ਭੰਡਾਰਾ ਕੀਤਾ। ਸੰਤ ਮੁਕੰਦ ਸਿੰਘ ਤੇ ਸਾਰੇ ਨਗਰ ਨੇ ਸੇਵਾ ਕੀਤੀ। 4 ਤੋਂ ਪਿੰਡ ਛਾਪਾ ਵਿਖੇ ਦੀਵਾਨ ਹੋਣ ਲੱਗੇ। 6 ਨੂੰ ਬੁੱਧ ਦਾਸ ਦੇ ਡੇਰੇ ਦੀਵਾਨ ਤੇ ਲੰਗਰ ਹੋਇਆ। 8 ਨੂੰ 45 ਮਾਈ ਭਾਈ ਨੇ ਅੰਮ੍ਰਿਤਪਾਨ ਕੀਤਾ। ਭਾਈ ਬਚਨ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ ਤੇ ਮੱਗਰ ਸਿੰਘ ਆਦਿ ਨੇ ਪ੍ਰੇਮ ਨਾਲ ਸੇਵਾ ਨਿਭਾਈ। 9 ਨੂੰ ਸੁਬਹ ਦੇ ਦੀਵਾਨ ਤੇ ਲੰਗਰ ਤੋਂ ਬਾਅਦ ਪਿੰਡ ਸਹਜੜੇ ਪਹੁੰਚ ਗਏ। ਸ਼ਾਮ ਦਾ ਦੀਵਾਨ ਸਜਿਆ। ਪ੍ਰਬੰਧ ਭਾਈ ਦਲੀਪ ਸਿੰਘ ਨੇ ਕੀਤਾ। 14 ਨੂੰ 45 ਪ੍ਰਾਣੀ ਗੁਰੂ ਵਾਲੇ ਬਣੇ। 15 ਨੂੰ ਜਥਾ ਜਿਉਣੇ ਮੋੜ ਪਹੁੰਚਿਆ। ਰਸਤੇ ਵਿੱਚ ਪਿੰਡ ਬਹਾਦਰਪੁਰ ਦੀ ਸੰਗਤ ਨੇ ਰੋਕ ਕੇ ਦੁੱਧ ਛਕਾਇਆ। ਦੀਵਾਨ ਸਜਿਆ। 1 ਸ਼ਬਦ ਦਾ ਕੀਰਤਨ ਤੇ ਸੰਤਾਂ ਨੇ ਸੰਖੇਪ ਜਿਹੀ ਸ਼ਬਦ ਦੀ ਵਿਆਖਿਆ ਕੀਤੀ। 19 ਨੂੰ ਸੰਤਾਂ ਦਾ ਸਰੀਰ ਢਿੱਲਾ ਹੋਣ ਕਰਕੇ ਕਥਾ ਗਿਆਨੀ ਅਜੀਤ ਸਿੰਘ ਜੀ ਸੂਰਮੇ ਨੇ ਕੀਤੀ। ਖਡਿਆਲ ਦੇ ਹਕੀਮ ਨੇ ਦਵਾਈ ਦਿੱਤੀ। ਸਿਹਤ ਠੀਕ ਹੋਣ ਤੇ 20 ਨੂੰ ਦੋਨੋਂ ਸਮੇਂ ਕਥਾ ਸੰਤਾਂ ਨੇ ਆਪ ਕੀਤੀ। 29 ਨੂੰ ਸੰਤਾਂ ਦੀ ਸਿਹਤ ਲਈ ਰੱਖੇ 3 ਅਖੰਡ ਪਾਠਾਂ ਦੇ ਭੋਗ ਪਏ। ਕੀਰਤਨ ਤੇ ਕਥਾ ਹੋਈ। ਨਵੇਂ ਗੁਰਦੁਆਰੇ ਦੀ ਨੀਂਹ 5 ਪਿਆਰਿਆਂ ਰਾਹੀਂ ਰੱਖੀ। ਪਹਿਲੀ ਇੱਟ ਸੰਤਾਂ ਨੇ ਰੱਖੀ। 280 ਰੁਪਏ ਸੰਤਾਂ ਨੇ ਸੇਵਾ ਹਿੱਤ ਦਿੱਤੇ। 1 ਫਰਵਰੀ ਨੂੰ ਅੰਮ੍ਰਿਤ ਸੰਚਾਰ ਹੋਇਆ। ਸ਼ਾਮ ਦਾ ਦੀਵਾਨ ਪਿੰਡ ਗੁਜਰੀ ਹੋਇਆ। 2 ਨੂੰ ਸੁਲਤਾਨ ਸਖੀ ਸਰਵਰ ਦੇ ਰੋਟ ਤੇ ਉਸ ਦੀ ਪੂਜਾ ਮੰਨਤਾ ਦਾ ਜ਼ੋਰਦਾਰ ਖੰਡਨ ਕੀਤਾ। 3 ਨੂੰ ਸ਼ਾਮ ਦੀ ਕਥਾ ਖਡਿਆਲ ਪਿੰਡ ਹੋਈ। ਇੱਥੋਂ ਦੇ ਵੈਦ ਸੇਵਾਦਾਸ ਨੂੰ ਸੰਤਾਂ ਦਾ ਸਰੀਰ ਦਿਖਾਇਆ। ਉਸ ਨੇ ਕਿਹਾ ਪਹਿਲਾਂ ਨਾਲੋਂ ਠੀਕ ਹਨ, ਦਵਾਈ ਵੀ ਠੀਕ ਹੈ। ਬਾਂਹ ਤੇ ਮਲਣ ਵਾਸਤੇ ਤੇਲ ਦਿੱਤਾ। 11 ਨੂੰ ਕਰਤਾਰ ਸਿੰਘ ਦੇ ਘਰ ਦੀਵਾਨ ਸਜਿਆ। 2 ਅਖੰਡ ਪਾਠਾਂ ਦੇ ਭੋਗ ਪਏ। 12 ਦੀ ਸ਼ਾਮ ਨੂੰ ਜਥੇ ਸਮੇਤ ਬੋਪਾ ਰਾਏ ਪੁੱਜੇ। 13 ਤੋਂ 15 ਤੱਕ ਸਾਲਾਨਾ ਜੋੜ ਮੇਲਾ ਮਨਾਇਆ। 13 ਨੂੰ ਸੁਬਹ ਮਹਾਵਾਕ ਦੀ ਕਥਾ ਸੰਤਾਂ ਨੇ ਕੀਤੀ। 2 ਅਖੰਡ ਪਾਠ ਆਰੰਭ ਹੋਏ। 1 ਸਾਲਾਨਾ ਜੋੜ ਮੇਲੇ ਦਾ ਸਰਬੱਤ ਸੰਗਤ ਵੱਲੋਂ ਤੇ ਦੂਜਾ ਰਾਗੀ ਅਵਤਾਰ ਸਿੰਘ, ਗੁਰਚਰਨ ਸਿੰਘ ਦਿੱਲੀ ਵਾਲਿਆਂ ਵੱਲੋਂ ਮੁਕੱਦਮੇ ਵਿੱਚੋਂ ਬਰੀ ਹੋਣ ਦੀ ਖੁਸ਼ੀ ਵਿੱਚ ਕਰਵਾਇਆ।
2 ਵਜੇ ਭਾਰੀ ਜਲੂਸ ਆਰੰਭ ਹੋਇਆ, ਜੋ ਸਾਰੇ ਨਗਰ ਦੇ ਵੱਡੇ ਰਸਤਿਆਂ ਤੋਂ ਹੁੰਦਾ ਹੋਇਆ 6 ਵਜੇ ਸ਼ਾਮ ਨੂੰ ਗੁਰਦੁਆਰੇ ਪੁੱਜਾ। ਰਸਤੇ ਵਿੱਚ 4-5 ਪੜਾਵਾਂ ਤੇ ਖੜੇ ਹੋ ਕੇ ਕੀਰਤਨ ਤੇ ਲੈਕਚਰ ਹੋਏ। 14 ਨੂੰ 5 ਰਾਗੀ ਸਿੰਘਾਂ ਦੇ ਜਥਿਆਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਮੁੱਖ ਵਾਕ ਦੀ ਕਥਾ ਸੰਤਾਂ ਨੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਕੀਤੀ। ਗਿਆਨੀ ਗੁਰਦੀਪ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸੀਸਗੰਜ ਦਿੱਲੀ ਨੇ ਧਾਰਮਿਕ ਭਾਸ਼ਣ ਦਿੱਤਾ। ਬਾਅਦ ਵਿੱਚ ਸੰਤ ਫਤਿਹ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਲੈਕਚਰ ਦਿੱਤਾ, ਜਿਸ ਵਿੱਚ ਉਹਨਾਂ ਨੇ ਪਹਿਲੀ ਗੱਲ ਕਹੀ ਕਿ ਮੰਗਲ ਠੀਕ ਹੋ ਜਾਣਗੇ, ਦੂਜੀ ਇਹ ਕਿ ਸ੍ਰੀ ਦਮਦਮਾ ਸਾਹਿਬ ਤਖਤ ਪ੍ਰਵਾਨ ਹੋ ਜਾਵੇਗਾ, ਤੀਜੀ ਇਹ ਕਿ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਹੈ, ਚੌਥੀ ਗੱਲ ਇਹ ਕਿ ਕਾਨਫਰੰਸ ਨੂੰ ਕਾਮਯਾਬ ਕੀਤਾ ਜਾਵੇ। ਉਪਰੋਕਤ ਸਾਰੇ ਪੱਖਾਂ ਬਾਰੇ ਵਿਸਥਾਰ ਸਹਿਤ ਵਿਚਾਰ ਪ੍ਰਗਟ ਕੀਤੇ। 15 ਨੂੰ ਦੀਵਾਨ ਦਾ ਆਖਰੀ ਦਿਨ ਸੀ। ਸੁਬਹ ਤੋਂ ਸ਼ਾਮ ਤੱਕ ਦੀਵਾਨ ਚੱਲਦਾ ਰਿਹਾ। ਸ਼ਬਦ ਦੀ ਕਥਾ ਸੰਤ ਜੀ ਨੇ ਸਰਵਣ ਕਰਵਾਈ। ਅਕਾਲੀ ਕਾਨਫਰੰਸ। 16 ਨੂੰ ਸੁਬਹ ਦਾ ਕੀਰਤਨ, ਕਥਾ ਤੇ ਨਿਤਨੇਮ ਕਰਕੇ ਸੰਤ ਜੀ ਜੀਪ ਤੇ ਸਵਾਰ ਹੋ ਕੇ 14ਵੀਂ ਸਰਬ ਹਿੰਦ ਅਕਾਲੀ ਕਾਨਫਰੰਸ 'ਚ ਸ਼ਾਮਲ ਹੋਣ ਲਈ ਲੁਧਿਆਣੇ ਪੁੱਜੇ। ਜਥਾ ਵੱਖਰਾ 2 ਟਰੱਕਾਂ ਤੇ ਪਹਿਲਾਂ ਹੀ ਪਹੁੰਚ ਗਿਆ ਸੀ। 10:30 ਵਜੇ ਜਲੂਸ ਆਰੰਭ ਹੋਇਆ। ਸੰਤ ਫਤਿਹ ਸਿੰਘ ਜੀ, ਸੰਤ ਚੰਨਣ ਸਿੰਘ ਜੀ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਕਾਰ ਵਿੱਚ ਜਲੂਸ ਦੇ ਦਰਸ਼ਨ ਕਰਦੇ ਰਹੇ। ਉਪਰੰਤ ਵੱਡੀ ਬੱਸ ਉੱਪਰ ਸਵਾਰ ਹੋ ਗਏ। 3 ਲੱਖ ਖਾਲਸੇ ਦਾ ਇਕੱਠ ਸੀ। 1 ਵਜੇ ਮੀਂਹ ਪੈਣ ਲੱਗ ਪਿਆ, ਪਰ ਸੰਗਤਾਂ ਉਸੇ ਤਰ੍ਹਾਂ ਮਾਰਚ ਕਰਦੀਆਂ ਰਹੀਆਂ। ਇਸ ਜਲੂਸ ਵਿੱਚ ਸੰਤਾਂ ਤੋਂ ਇਲਾਵਾ ਸੰਤ ਸਮਾਜ ਦੇ ਹੋਰ ਮਹਾਂਪੁਰਖ ਵੀ ਸ਼ਾਮਲ ਸਨ, ਜਿਵੇਂ ਕਿ ਸੰਤ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਸੰਤ ਇੰਦਰ ਸਿੰਘ ਜੀ ਭਿੰਡਰਾਂ ਵਾਲੇ, ਸੰਤ ਅਜਾਇਬ ਸਿੰਘ ਜੀ ਬੋਪਾ ਰਾਏ, ਸੰਤ ਹਰੀ ਸਿੰਘ ਜੀ ਕਹਾਰਪੁਰੀਏ, ਸੰਤ ਰਣ ਸਿੰਘ ਜੀ ਅੰਮ੍ਰਿਤਸਰ, ਸੰਤ ਵਿਸਾਖਾ ਸਿੰਘ ਜੀ ਕਿਸ਼ਨਪੁਰਾ, ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ, ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ, ਸੰਤ ਨਿਸ਼ਚਲ ਸਿੰਘ ਜੀ ਯਮੁਨਾ ਨਗਰ ਵਾਲੇ ਤੇ ਗਿਆਨੀ ਕਿਰਪਾਲ ਸਿੰਘ ਜੀ ਗਲੀ ਸੱਤੋਵਾਲੀ ਵਾਲੇ। ਚੌਂਕ ਘੰਟਾ ਘਰ ਵਿਖੇ ਹਿੰਦੂਆਂ ਨੇ ਜਲੂਸ ਦਾ ਬਹੁਤ ਸਤਿਕਾਰ ਕੀਤਾ, ਫੁੱਲ ਭੇਟ ਕੀਤੇ ਤੇ ਵਿੱਚ ਸ਼ਾਮਲ ਹੋਏ। 6 ਵਜੇ ਜਲੂਸ ਪੰਡਾਲ ਵਿੱਚ ਪੁੱਜਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੜੀ ਸ਼ਾਨ ਨਾਲ ਨਿਸ਼ਾਨ ਸਾਹਿਬ ਲਹਿਰਾਉਣ ਦੀ ਰਸਮ ਅਦਾ ਕੀਤੀ। ਬੈਂਡ ਵਾਜਾ ਵੱਜਿਆ, ਨਗਾਰੇ ਤੇ ਚੋਟ ਲੱਗੀ, ਜੈਕਾਰੇ ਗਜਾਏ ਗਏ। ਸੰਤਾਂ ਅਤੇ ਜਥੇ ਦਾ ਉਤਾਰਾ ਹੰਸਾਂ ਵਾਲੇ ਸਰਦਾਰਾਂ ਦੀ ਕੋਠੀ ਵਿੱਚ ਸੀ। ਸਾਰੀ ਰਾਤ ਦੀਵਾਨ ਚੱਲਦਾ ਰਿਹਾ। 17 ਨੂੰ ਉਤਾਰੇ ਵਾਲੀ ਕੋਠੀ 'ਚ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਭਗਵਾਨ ਸਿੰਘ ਜੀ ਨੇ ਕੀਤਾ। ਸ੍ਰੀ ਸਹਿਜ ਪਾਠ ਦਾ ਭੋਗ ਪਾਇਆ। ਫਿਰ ਕਾਨਫਰੰਸ ਦੇ ਪੰਡਾਲ ਵਿੱਚ ਸੰਤਾਂ ਨੇ ਸ਼ਬਦ ਦੀ ਕਥਾ ਕੀਤੀ, ਜਿਸ ਵਿੱਚ ਗੁਰਬਾਣੀ ਦਾ ਸਤਿਕਾਰ ਨਾ ਕਰਨ ਵਾਲਿਆਂ ਦੀਆਂ ਸਾਖੀਆਂ ਸੁਣਾਈਆਂ। ਹਠੀ ਸਿੰਘ, ਰਾਮ ਰਾਏ ਤੇ ਬਾਬੂ ਤੇਜਾ ਸਿੰਘ ਦੀ ਕੀ ਹਾਲਤ ਹੋਈ। ਹੁਣ ਵੀ ਜੋ ਗੁਰਬਾਣੀ ਦੀ ਬੇਅਦਬੀ ਕਰੇਗਾ, ਉਸ ਦਾ ਵੀ ਉਹਨਾਂ ਵਰਗਾ ਹੀ ਹਾਲ ਹੋਵੇਗਾ। ਪੰਥ ਵਿੱਚੋਂ ਫੁੱਟ ਮਿਟਾ ਕੇ ਏਕਤਾ ਕਰਨ ਤੇ ਜ਼ੋਰ ਦਿੱਤਾ। ਫੁੱਟ ਦੇ ਨੁਕਸਾਨ ਤੇ ਏਕੇ ਦੇ ਫਾਇਦੇ ਤੇ ਵਿਖਿਆਨ ਦਿੱਤਾ, ਜੋ ਇਸ ਪ੍ਰਕਾਰ ਹੈ। ਫੁੱਟ ਦੇ ਨੁਕਸਾਨ ਤੇ ਏਕੇ ਦਾ ਲਾਭ। ਸੰਸਾਰ ਵਿੱਚ ਹਰ ਥਾਂ ਫੁੱਟ ਦਾ ਦੌਰ ਹੈ। ਹਰ ਘਰ, ਹਰ ਮੁਹੱਲੇ, ਪਿੰਡ, ਕਸਬੇ, ਸ਼ਹਿਰ, ਪ੍ਰਾਂਤ ਤੇ ਦੇਸ਼ ਵਿੱਚ
ਫੁੱਟ ਹੀ ਫੁੱਟ ਦਿਸ ਰਹੀ ਹੈ। ਫੁੱਟ ਦੇ ਜੋ ਨਤੀਜੇ ਪਰਿਵਾਰਾਂ, ਗੋਤਾਂ, ਜਾਤਾਂ ਤੇ ਕੌਮਾਂ ਨੂੰ ਭੁਗਤਣੇ ਪਏ ਹਨ, ਉਹ ਸਭ ਦੇ ਸਾਹਮਣੇ ਹਨ। ਪ੍ਰਹਿਲਾਦ ਤੇ ਹਰਨਾਖਸ ਦੀ, ਭਪੀਖਣ ਤੇ ਰਾਵਣ ਦੀ, ਕੈਰਵਾਂ ਤੇ ਪਾਂਡਵਾਂ ਦੀ, ਕੈਕਈ ਤੇ ਰਾਮ ਦੀ, ਰਾਜਪੂਤਾਂ ਦੇ ਅਨੇਕਾਂ ਰਾਜਿਆਂ ਮਹਾਰਾਜਿਆਂ ਦੀ ਆਪਸੀ ਫੁੱਟ ਦੇ ਕਾਰਨ ਭਾਰਤ ਸਦੀਆਂ ਤੱਕ ਵਿਦੇਸ਼ੀਆਂ ਦਾ ਗੁਲਾਮ ਰਿਹਾ। ਇਸ ਚੰਦਰੀ ਫੁੱਟ ਨੇ ਪਰਿਵਾਰਾਂ ਦੇ ਪਰਿਵਾਰ, ਖਾਨਦਾਨਾਂ ਦੇ ਖਾਨਦਾਨ ਤੇ ਸ਼ਹਿਨਸ਼ਾਹੀਆਂ ਗਾਲ ਸੁੱਟੀਆਂ। ਇਸ ਫੁੱਟ ਦੀ ਬਿਮਾਰੀ ਤੋਂ ਬਚ ਕੇ ਏਕਤਾ ਤੇ ਮੇਲ ਮਿਲਾਪ ਦੇ ਸੁਖ ਵੱਲ ਪ੍ਰੇਰਣਾ ਕਰਦੇ ਹੋਏ ਗੁਰਬਿਲਾਸ ਦੇ ਲੇਖਕ ਨੇ ਇਉਂ ਵਰਣਨ ਕੀਤਾ ਹੈ। ਫੂਟ ਪ੍ਰਹਿਲਾਦ ਹਰਨਾਖ ਨਰਹਰ ਹਤਿਓ, ਫੂਟ ਕੈ ਬੇਭੂਖਨ ਲੁਟਾਈ ਲੰਕ ਦਈ ਹੈ। ਫੂਟ ਕੋਰ ਪੰਡ ਗਏ ਸਭੈ ਕੋਲ ਨਾਸ ਭਏ, ਫੂਟੀ ਦੇਖੋ ਕਿ ਕਈ ਸੋ ਰਾਮ ਸੀਆ ਗਈ ਹੈ। ਫੂਟੇ ਰਾਜਪੂਤ ਜੋਈ ਵੱਡੋ ਦੁਖ ਪਾਇਓ ਸੇਈ, ਔਰ ਹੈ ਅਨੇਕ ਗਾਥ ਜੋ ਪਾਛੈ ਭਈ ਹੈ। ਮੇਲ ਕੀਏ ਹੋਤ ਸੁਖ ਫੂਟਨ ਤੇ ਮਹਾ ਦੁਖ, ਤਾਂ ਤੇ ਮੇਲ ਕਰੋ ਪਾਛੈ ਭਈ ਬੀਤ ਗਈ ਹੈ। ਇਤਿਆਦਿਕ ਉਪਰੋਕਤ ਤੇ ਹੋਰ ਵੀ ਕਈ ਉਦਾਹਰਣਾਂ ਦੇ ਕੇ ਸਮਝਾਇਆ ਕਿ ਹਰ ਹਾਲਤ ਵਿੱਚ ਫੁੱਟ ਤੋਂ ਬਚੋ ਤੇ ਆਪਸ ਵਿੱਚ ਏਕਾ ਕਰਕੇ ਆਪਣਾ, ਪੰਥ ਅਤੇ ਦੇਸ਼ ਦਾ ਭਲਾ ਕਰੋ। ਸੰਤਾਂ ਦੀ ਉਪਰੋਕਤ ਕਥਾ ਦਾ ਪੰਥਕ ਹਲਕਿਆਂ ਵਿੱਚ ਭਰਪੂਰ ਸਵਾਗਤ ਕੀਤਾ ਗਿਆ। ਪੰਥਕ ਏਕਤਾ ਲਈ ਵਾਤਾਵਰਣ ਸੁਖਾਵਾਂ ਹੋ ਗਿਆ। ਸੰਤ ਫਤਿਹ ਸਿੰਘ ਜੀ ਅਤੇ ਹੋਰ ਅਕਾਲੀ ਲੀਡਰਾਂ ਨੇ ਆਪਣੇ ਭਾਸ਼ਣਾਂ ਵਿੱਚ ਸੰਤ ਜੀ ਵੱਲੋਂ ਕੀਤੇ ਜਾ ਰਹੇ ਗੁਰਮਤਿ ਪ੍ਰਚਾਰ, ਅੰਮ੍ਰਿਤ ਸੰਚਾਰ ਤੇ ਪੰਥਕ ਪ੍ਰਚਾਰ ਦੀ ਭਰਪੂਰ ਸ਼ਲਾਘਾ ਕੀਤੀ ਤੇ ਸੰਤਾਂ ਨੂੰ ਬੇਨਤੀ ਕੀਤੀ ਕਿ ਆਪ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਗੁਰਮਤਿ ਗਿਆਨ ਦਾ ਚਾਨਣ ਸਿੱਖ ਜਗਤ ਵਿੱਚ ਫੈਲਾ ਰਹੇ ਹੋ, ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਕਰ ਰਹੇ ਹੋ, ਉਥੇ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਹਿਲਾਂ ਵਾਂਗ ਸਹਿਯੋਗ ਦਿੰਦੇ ਰਹੋ, ਤਾਂ ਕਿ ਪੰਥਕ ਏਕਤਾ, ਕੁਰਬਾਨੀ ਅਤੇ ਨਿਸ਼ਕਾਮ ਸੇਵਾ ਰਾਹੀਂ ਸਿੱਖ ਕੌਮ ਚੜ੍ਹਦੀਆਂ ਕਲਾ ਵਿੱਚ ਰਹੇ ਅਤੇ ਖਾਲਸਾ ਪੰਥ ਦੇ ਸੰਸਾਰ ਵਿੱਚ ਬੋਲਬਾਲੇ ਹੋਣ। ਕਥਾ ਉਪਰੰਤ ਸੰਤ ਸਮਾਜ ਦੇ ਹੋਰ ਮੁਖੀ ਸੰਤਾਂ ਮਹਾਤਮਾ ਨੇ ਵੀ ਧਾਰਮਿਕ ਭਾਸ਼ਣ ਦਿੱਤੇ, ਜਿਨ੍ਹਾਂ 'ਚ ਵਧੇਰੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾਂ ਬਾਰੇ ਚੱਲ ਰਹੇ ਵਾਦ ਵਿਵਾਦ ਨਾਲ ਸੰਬੰਧਿਤ ਮਾਮਲੇ ਉਠਾਏ ਗਏ। ਸਭ ਦੀ ਇਹੀ ਰਾਏ ਸੀ ਕਿ ਮੰਗਲ ਪਹਿਲਾਂ ਵਾਂਗ ਹੀ ਛਪਣੇ ਚਾਹੀਦੇ ਹਨ। ਬਾਅਦ ਵਿੱਚ ਕਾਨਫਰੰਸ ਦਾ ਬਕਾਇਦਾ ਇਜਲਾਸ ਸ਼ੁਰੂ ਹੋਇਆ, ਜਿਸ ਵਿੱਚ ਪੰਥ ਦੀ ਮੌਜੂਦਾ ਹਾਲਤ ਤੇ ਵਿਚਾਰ ਕੀਤਾ ਗਿਆ। ਅਕਾਲੀ ਲੀਡਰਾਂ ਵੱਲੋਂ ਜੋਸ਼ੀਲੇ ਭਾਸ਼ਣ ਦਿੱਤੇ ਗਏ। ਸ਼ਾਮ ਦੇ 5 ਵਜੇ ਕਾਨਫਰੰਸ ਦੀ ਸਮਾਪਤੀ ਹੋਈ। ਸਮੇਂ ਅਨੁਸਾਰ ਜ਼ਰੂਰੀ ਗੁਰਮਤੇ ਪਾਸ ਕੀਤੇ ਗਏ। ਰੋਡੇ, ਲਦਾਈਕੇ ਆਦਿ ਪਿੰਡਾਂ ਦਾ ਪ੍ਰੋਗਰਾਮ। ਸੰਤ ਜੀ ਕਥਾ ਤੋਂ ਬਾਅਦ ਪ੍ਰਸ਼ਾਦਾ ਛਕ ਕੇ ਕਾਰ ਰਾਹੀਂ ਰੋਡੇ ਨਗਰ ਪੁੱਜੇ। ਜਥੇ ਦੇ ਸਿੰਘ ਟਰਾਲੀਆਂ ਰਾਹੀਂ ਰੋਡੇ ਆ ਗਏ। ਗੁਰਦੁਆਰਾ ਗੁਰੂਸਰ ਪਾਤਸ਼ਾਹੀ 6ਵੀਂ ਦੇ ਦਰਸ਼ਨ ਦੀਦਾਰੇ ਕੀਤੇ। 18 ਨੂੰ ਸੁਬਾ ਦੀਵਾਨ ਵਿੱਚ ਕਥਾ ਸੰਤਾਂ ਨੇ ਕੀਤੀ। 18 ਫਰਵਰੀ ਤੋਂ ਦੋਨੋਂ ਸਮੇਂ ਦੇ ਦੀਵਾਨ ਪਿੰਡ ਰੋਡੇ ਗੁਰਦੁਆਰਾ ਸੰਤ ਕਿਰਪਾਲ ਸਿੰਘ ਜੀ ਵਿਖੇ ਹਰ ਰੋਜ਼ ਸੱਜਦੇ। ਜਿਹੜੇ ਸਿੰਘ ਲੁਧਿਆਣੇ ਤੋਂ ਪਿੰਡ ਮਹਿਣੇ ਅੰਮ੍ਰਿਤ ਸੰਚਾਰ ਹਿੱਤ ਗਏ ਸਨ, 35 ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਸ਼ਾਮ ਨੂੰ ਰੋਡੀ ਪੁੱਜੇ। 20 ਫਰਵਰੀ ਨੂੰ ਗਿਆਨੀ ਕਪੂਰ ਸਿੰਘ ਜੀ ਬਰਾੜ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਥਾਪੇ ਗਏ। 25 ਨੂੰ
ਸੁਬਾ ਦੇ ਦੀਵਾਨ ਤੋਂ ਬਾਅਦ ਸੰਤ ਜੀ ਕੁਝ ਸਿੰਘਾਂ ਸਮੇਤ ਪਿੰਡ ਵੈਰੋ ਕੇ ਵਿੱਚ ਦੀ ਪੈਦਲ ਚੱਲ ਕੇ ਗੁਰਦੁਆਰਾ ਕਲਿਆਣਸਰ ਲਧਾਈ ਕੇ ਪੁੱਜੇ। ਸੰਤ ਨਾਰਾਇਣ ਸਿੰਘ ਜੀ ਨੂੰ ਮਿਲੇ, ਦਰਸ਼ਨ ਕੀਤੇ, ਜਲ ਪਾਣੀ ਛਕ ਕੇ ਵਾਪਸ ਪਿੰਡ ਕੋਟਲੇ ਤੇ ਰਾਜੇਆਣੇ ਵਿੱਚ ਦੀ ਰੋਡੀ ਪੁੱਜ ਕੇ ਸ਼ਾਮ ਦੀ ਕਥਾ ਕੀਤੀ। 5 ਮਾਰਚ ਨੂੰ ਸੁਬਾ ਦੇ ਦੀਵਾਨ ਉਪਰੰਤ ਪਿੰਡ ਡੇਮਰੂ ਭਾਈ ਭਾਨ ਸਿੰਘ, ਭਾਈ ਚੰਦ ਸਿੰਘ ਦੇ ਘਰ ਦੀਵਾਨ ਸਜਾਇਆ। ਕੀਰਤਨ ਉਪਰੰਤ ਕਥਾ ਹੋਈ। ਪ੍ਰਸ਼ਾਦਾ ਛਕ ਕੇ ਵਾਪਸ ਰੋਡੀ ਆ ਕੇ ਸ਼ਾਮ ਦਾ ਦੀਵਾਨ ਸਜਾਇਆ। 7 ਨੂੰ ਅੰਮ੍ਰਿਤ ਸੰਚਾਰ ਹੋਇਆ। 18 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। 8 ਸ਼ਾਮ ਤੋਂ ਵੱਡੇ ਲੰਗੇਆਣੇ ਪ੍ਰੋਗਰਾਮ ਸ਼ੁਰੂ ਹੋਇਆ। 13 ਨੂੰ ਨਗਰ ਨਿਵਾਸੀਆਂ ਨੇ ਜਥੇਦਾਰ ਪ੍ਰਤਾਪ ਸਿੰਘ ਨੂੰ ਗੁਰਦੁਆਰੇ ਦੇ ਪ੍ਰਬੰਧ ਲਈ ਮਹੰਤੀ ਦੀ ਦਸਤਾਰ ਦਿੱਤੀ। ਦੁਪਹਿਰ ਤੋਂ ਬਾਅਦ ਚਾਲੇ ਪਾ ਕੇ ਟਰੱਕਾਂ ਤੇ ਪਿੰਡ ਸਭਰਾਵੀ ਪੁੱਜੇ। 14 ਨੂੰ ਸੰਗਰਾਂਦ ਸੀ। ਮਹੀਨੇ ਦੀ ਕਥਾ ਹੋਈ। ਉਪਰੰਤ ਸੰਥਾ ਕਥਾ ਕੀਤੀ। ਸ਼ਾਮ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੋਈ। 18 ਨੂੰ ਭਾਈ ਬੂੜ ਸਿੰਘ ਦੀ ਭੈਣ ਦਾ ਸੰਤ ਜੀ ਨੇ ਆਨੰਦ ਕਾਰਜ ਕਰਵਾਇਆ। ਇੱਕ ਦਿਨ ਪਹਿਲਾਂ ਲੜਕੇ ਤੇ ਲੜਕੀ ਦੋਹਾਂ ਨੂੰ ਅੰਮ੍ਰਿਤ ਛਕਾ ਲਿਆ ਸੀ। 23 ਦੀ ਸ਼ਾਮ ਨੂੰ ਸਭਰਾਵਾਂ ਤੋਂ ਪੁਰਾਣੇ ਭੂਰੇ ਨਗਰ ਸੰਤ ਜੀ ਜਥੇ ਸਮੇਤ ਪਹੁੰਚ ਗਏ। 27 ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਥਾ ਕਥਾ ਦਾ ਭੋਗ ਪਾਇਆ। ਇਹ ਕਥਾ ਪੂਰੇ 2.5 ਸਾਲ ਬਾਅਦ ਸੰਪੂਰਨ ਹੋਈ। 28 ਨੂੰ 8 ਅਖੰਡ ਪਾਠਾਂ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਸੰਥਾ ਕਥਾ ਦਾ ਮੱਧ ਲੱਗਾ। ਸੰਗਤਾਂ ਦਾ ਬਹੁਤ ਇਕੱਠ ਹੋਇਆ। ਦੇਗਾਂ ਖੁੱਲੀਆਂ ਵਰਤੀਆਂ। ਭਾਰੀ ਉਤਸ਼ਾਹ ਹੋਇਆ। ਸੰਗਤਾਂ ਨੇ ਖੁਸ਼ੀਆਂ ਮਨਾਈਆਂ। ਖੇਮਕਰਨ, ਮਸਤਗੜ੍ਹ, ਨਵੇਂ ਭੂਰੇ, ਮੁਨਾਵਾ ਆਦਿ ਨਗਰਾਂ ਤੋਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਤੇ ਕਥਾ ਦਾ ਆਨੰਦ ਮਾਣਦੀਆਂ ਸਨ। 2 ਅਪ੍ਰੈਲ ਨੂੰ ਭਗਤ ਉਜਾਗਰ ਸਿੰਘ ਜੀ ਦਰਸ਼ਨ ਕਰਨ ਆਏ। 30 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। 3 ਨੂੰ ਨਿੱਘੀ ਵਿਦਾਇਗੀ ਲੈ ਕੇ ਪ੍ਰਸ਼ਾਦਾ ਛਕ ਕੇ ਕਮਰ ਕੱਸੇ ਕੀਤੇ। ਦਿਨ ਢਲੇ ਪੱਟੀ ਸ਼ਹਿਰ ਪਹੁੰਚ ਕੇ ਸ਼ਾਮ ਦਾ ਦੀਵਾਨ ਸਜਾਇਆ। 9 ਨੂੰ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਦਰਸ਼ਨਾਂ ਨੂੰ ਆਏ। ਗੁਰਦੁਆਰਾ ਵਸਤੀ ਸਿੱਖਾਂ ਵਾਰਡ ਨੰਬਰ 2 ਚ ਦੀਵਾਨ ਸਜਦੇ ਰਹੇ। 10 ਨੂੰ ਬਾਬਾ ਵਿਧੀ ਚੰਦ ਦੇ ਗੁਰਦੁਆਰੇ ਦੀਵਾਨ ਸਜਿਆ। ਸੇਵਾ ਬਾਬਾ ਸੋਹਣ ਸਿੰਘ ਜੀ ਤੇ ਹੋਰ ਨਿਹੰਗ ਸਿੰਘਾਂ ਨੇ ਕੀਤੀ। 35 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। ਸ਼ਾਮ ਨੂੰ ਸਾਰਾ ਜੱਥਾ ਬੱਸਾਂ ਤੇ ਅੰਮ੍ਰਿਤਸਰ ਪੁੱਜਾ। ਸੰਤ ਜੀ 11 ਨੂੰ ਟੈਕਸੀ ਤੇ ਪੱਟੀ, ਚੋਹਲਾ ਸਾਹਿਬ, ਡੇਹਰਾ ਸਾਹਿਬ, ਰਾਹਲ ਚਾਹਲ, ਖਾਨ ਛਾਬੜੀ, ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਖਡੂਰ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ, ਝਬਾਲ, ਬੀੜ ਬਾਬਾ ਬੁੱਢਾ ਸਾਹਿਬ, ਸ੍ਰੀ ਸੰਨ ਸਾਹਿਬ, ਸ੍ਰੀ ਵਡਾਲੀ ਸਾਹਿਬ, ਸ੍ਰੀ ਛੇਹਰਟਾ ਸਾਹਿਬ ਆਦਿ ਗੁਰ ਅਸਥਾਨਾਂ ਦੇ ਦਰਸ਼ਨ ਕਰਕੇ 5 ਵਜੇ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਪੁੱਜੇ। ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਯਾਤਰਾ ਕਰਕੇ ਰਾਤ ਨੂੰ ਬਾਬਾ ਖੜਕ ਸਿੰਘ ਜੀ ਦੇ ਡੇਰੇ ਜਾ ਬਿਰਾਜੇ। ਅੰਮ੍ਰਿਤਸਰ ਸੰਤ ਜੀ 12 ਤੋਂ ਸੁਬਹ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਕਰਦੇ ਰਹੇ। ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਆਏ ਮਹਾਵਾਕ ਦੀ ਕਥਾ, ਫਿਰ ਸਿੰਘਾਂ ਦੀ ਚੱਲ ਰਹੀ ਸੰਥਾ ਕਥਾ ਸ਼੍ਰਵਣ ਕਰਵਾਉਂਦੇ। ਸ਼ਹਿਰ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਜੁੜਦੀਆਂ। 13 ਨੂੰ ਦੁਪਹਿਰ ਆਰਾਮ ਡੇਰਾ ਸੰਤ ਅਮੀਰ ਸਿੰਘ ਜੀ ਗਲੀ ਸੱਤੋਵਾਲੀ ਵਿਖੇ ਕੀਤਾ। ਸੰਤ ਗਿਆਨੀ ਕਿਰਪਾਲ ਸਿੰਘ ਜੀ ਅਤੇ ਸੰਤ ਸੁਰਜੀਤ ਸਿੰਘ ਜੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਵਿਚਾਰਾਂ ਕੀਤੀਆਂ। ਸੰਤ ਜੀ ਨੇ ਖੋਲ ਕੇ ਵਿਸਥਾਰ ਸਹਿਤ ਦੱਸਿਆ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਵਿਸ਼ਰਾਮ ਦਾ ਧਿਆਨ ਹੋਣਾ ਅਤਿ ਜ਼ਰੂਰੀ ਹੈ। 17 ਨੂੰ ਜਥੇਦਾਰ ਜਗਦੀਸ਼ ਸਿੰਘ ਦਾ ਆਨੰਦ ਕਾਰਜ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਅੰਮ੍ਰਿਤਸਰ ਵਿਖੇ ਹੋਇਆ। 20 ਨੂੰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਨਾਲ ਪੰਥਕ ਵਿਚਾਰਾਂ ਹੋਈਆਂ ਤੇ ਉਹਨਾਂ ਨੂੰ ਮੰਗਲ ਠੀਕ ਕਰਕੇ ਛਾਪਣ ਲਈ ਕਿਹਾ। 23 ਨੂੰ ਬਾਬਾ ਸ਼ਾਮ ਸਿੰਘ ਜੀ ਦੀ ਬਰਸੀ ਸਮੇਂ ਡੇਰੇ 'ਚ ਸੰਤਾਂ ਨੇ ਮਹਾਵਾਕ ਦੀ ਕਥਾ ਕੀਤੀ ਤੇ ਮਹਾਂਪੁਰਖਾਂ ਦੇ ਜੀਵਨ ਤੇ ਰੌਸ਼ਨੀ ਪਾਈ। ਸਵੇਰ ਦੇ ਲੰਗਰ ਦੀ ਸੇਵਾ ਬਾਬਾ ਖੜਕ ਸਿੰਘ ਜੀ ਵੱਲੋਂ ਕੀਤੀ ਗਈ। 24 ਨੂੰ 14 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। 25 ਨੂੰ ਸਵੇਰ ਦੇ ਲੰਗਰ ਵਿੱਚ ਸੰਤਾਂ ਮਹਾਂਪੁਰਖਾਂ ਵੱਲੋਂ ਜਲੇਬੀਆਂ ਦਾ ਪੱਕਾ ਭੰਡਾਰਾ ਵਰਤਾਇਆ ਗਿਆ। 2000 ਰੁਪਏ ਖਰਚਾ ਹੋਇਆ। 26 ਨੂੰ ਸਰਦਾਰ ਗਿਆਨ ਸਿੰਘ ਲੈਂਡਲਾਰਡ ਨੇ ਆਪਣੇ ਨਵੇਂ ਮਕਾਨ ਦਾ ਨੀਂਹ ਪੱਥਰ ਸੰਤਾਂ ਤੋਂ ਰਖਾਇਆ। 100 ਰੁਪਏ ਭੇਟਾ ਕੀਤੇ ਜੋ ਸੰਤਾਂ ਨੇ ਸੰਤ ਰਣ ਸਿੰਘ ਜੀ ਨੂੰ ਭੇਟ ਕਰ ਦਿੱਤੇ। 27 ਨੂੰ ਡੇਰਾ ਗਲੀ ਸੱਤੋਵਾਲੀ ਵਿਖੇ ਹਾਲ ਕਮਰੇ ਦਾ ਲੈਂਟਰ ਪਾਇਆ। ਸੇਵਾ ਜਥੇ ਦੇ ਸਿੰਘਾਂ ਨੇ ਕੀਤੀ। 28 ਅਪ੍ਰੈਲ 1963 ਈਸਵੀ ਨੂੰ ਗਿਆਨੀ ਪ੍ਰੀਤਮ ਸਿੰਘ ਲਿਖਾਰੀ ਨੇ ਕਥਾਵਾਚਕ ਹੈੱਡ ਗ੍ਰੰਥੀ ਲੱਗਣ ਹਿੱਤ ਇਮਤਿਹਾਨ ਦਿੱਤਾ। ਪਾਸ ਹੋ ਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲੇ ਨਿਯੁਕਤੀ ਹੋਈ। ਇਮਤਿਹਾਨ ਸਾਰੇ ਸਿੰਘ ਸਾਹਿਬਾਨ ਨੇ ਲਿਆ, ਜਿਸ ਵਿੱਚ ਗਿਆਨੀ ਕਿਰਪਾਲ ਸਿੰਘ ਵੀ ਸ਼ਾਮਲ ਸੀ। 1 ਮਈ ਨੂੰ ਸੰਤ ਰਣ ਸਿੰਘ ਜੀ ਦੇ ਡੇਰੇ ਬਾਬਾ ਵੀਰ ਸਿੰਘ ਜੀ ਦੀ ਬਰਸੀ ਤੇ ਸੰਤਾਂ ਨੇ ਕਥਾ ਕੀਤੀ। ਲੰਗਰ ਡੇਰੇ ਵੱਲੋਂ ਕੀਤਾ ਗਿਆ। 11 ਪ੍ਰਾਣੀ ਗੁਰੂ ਵਾਲੇ ਬਣੇ। 7 ਨੂੰ ਸਰੀਰ ਢਿੱਲਾ ਹੋਣ ਕਰਕੇ ਸੰਤਾਂ ਨੇ ਅੰਮ੍ਰਿਤਸਰ ਤੋਂ ਖਡਿਆਲ ਪਿੰਡ ਪਹੁੰਚ ਕੇ ਹਕੀਮ ਨੂੰ ਸਰੀਰ ਦਿਖਾਇਆ ਤੇ ਦਵਾਈ ਲਈ। ਤੀਜੇ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਮੌੜ ਪਿੰਡ ਮਨਾਇਆ। ਕਥਾ ਕੀਤੀ। 12 ਮਈ ਤੱਕ ਮੌੜ ਪਿੰਡ ਹੀ ਰਹੇ। 12 ਨੂੰ ਜਥਾ ਅੰਮ੍ਰਿਤਸਰ ਤੋਂ ਨਾਭਾ ਸਾਹਿਬ ਪਹੁੰਚ ਗਿਆ। ਸੰਤ ਜੀ ਸ਼ਾਮ ਨੂੰ ਨਾਭਾ ਸਾਹਿਬ ਆ ਗਏ। ਨਾਭਾ ਸਾਹਿਬ 101 ਸ੍ਰੀ ਅਖੰਡ ਪਾਠ। 14 ਨੂੰ ਨਾਭਾ ਸਾਹਿਬ ਗੁਰਦੁਆਰੇ ਵਿਖੇ ਤੀਜੀ ਵਾਰ 101 ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਅਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸੰਥਾ ਕਥਾ ਵੀ ਅਰਦਾਸ ਕਰਕੇ ਆਰੰਭ ਕੀਤੀ। 16 ਤੋਂ ਹਰ ਰੋਜ਼ 2 ਅਖੰਡ ਪਾਠਾਂ ਦੇ ਭੋਗ ਪੈਂਦੇ, 2 ਦੇ ਮੱਧ ਲੱਗਦੇ ਤੇ 2 ਅਖੰਡ ਪਾਠ ਆਰੰਭ ਹੁੰਦੇ। ਦੋਨੋਂ ਸਮੇਂ ਦੀਵਾਨ ਸੱਜਦੇ। ਸੁਬਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਕਥਾ ਹੁੰਦੀ ਤੇ ਸ਼ਾਮ ਨੂੰ ਵੀ ਗੁਰੂ ਨਾਨਕ ਪ੍ਰਕਾਸ਼ ਅਤੇ ਦਸਮ ਗ੍ਰੰਥ ਦੀ ਸੰਥਾ ਕਥਾ ਦਾ ਵਿਦਿਆਰਥੀ ਤੇ ਸੰਗਤਾਂ ਰਸ ਮਾਣਦੀਆਂ। 21 ਜੂਨ ਨੂੰ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਸੰਤਾਂ ਮਹਾਂਪੁਰਖਾਂ ਨੇ 12 ਵਜੇ ਨਿਸ਼ਾਨ ਸਾਹਿਬ ਲਹਿਰਾਇਆ। ਇਸ ਸਮੇਂ ਬੁੱਢਾ ਦਲ ਦੇ ਜਥੇਦਾਰ ਬਾਬਾ ਚੇਤ ਸਿੰਘ ਜੀ ਵੀ ਪੁੱਜੇ ਹੋਏ ਸਨ। ਸੰਤਾਂ ਨੇ 125 ਰੁਪਏ ਭੇਟ ਕੀਤੇ। 5 ਜੁਲਾਈ ਨੂੰ 101ਵੇਂ ਅਖੰਡ ਪਾਠ ਦਾ ਭੋਗ ਪਾਇਆ। ਕਥਾ ਕੀਰਤਨ ਹੋਇਆ। ਮਾਲਵੇ, ਦੁਆਬੇ ਤੇ ਮਾਝੇ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਸਨ। ਸਮਾਪਤੀ ਸਮੇਂ ਸੰਤਾਂ ਮਹਾਂਪੁਰਖਾਂ ਤੇ ਜਥੇ ਦੇ ਮੁਖੀ ਸਿੰਘਾਂ ਨੂੰ ਸਿਰੋਂ ਪਾਉ ਬਖਸ਼ੇ ਗਏ। 25 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਵਿਦਾ ਹੋ ਕੇ ਸੰਤ ਜੀ ਟੈਕਸੀ ਵਿੱਚ ਤੇ ਜਥਾ ਟਰੱਕਾਂ ਉੱਪਰ ਗੁਰਦੁਆਰਾ ਭੱਠਾ ਸਾਹਿਬ ਰੋਪੜ ਪੁੱਜਿਆ। ਪਨਿਆਲੀ, ਬੱਲਾਚੌਰ ਆਦਿ ਪਿੰਡਾਂ ਦਾ ਪ੍ਰੋਗਰਾਮ। 10 ਨੂੰ ਗੁਰਦੁਆਰਾ ਭੱਠਾ ਸਾਹਿਬ ਤੋਂ ਸੁਬਹ ਦਾ ਦੀਵਾਨ ਕਰਕੇ ਜਲ ਪਾਣੀ ਛਕ ਕੇ ਪਿੰਡ ਪਨਿਆਲੀ ਭਾਈ ਹਰੀ ਸਿੰਘ ਰਤਨ ਸਿੰਘ ਦੇ ਘਰ ਪੁੱਜੇ। ਉੱਥੋਂ ਦੀ ਸੰਗਤ ਨੇ ਭਾਰੀ ਉਤਸ਼ਾਹ ਸਹਿਤ ਵਾਜਿਆਂ ਗਾਜਿਆਂ ਨਾਲ ਸੰਤਾਂ ਸਮੇਤ ਸਾਰੇ ਜਥੇ ਦਾ ਸਵਾਗਤ ਕੀਤਾ। ਮੁੱਖ ਵਾਕ ਦੀ ਕਥਾ ਉਪਰੰਤ ਭਾਈ ਹਰੀ ਸਿੰਘ ਦੇ ਘਰੋਂ ਪ੍ਰਸ਼ਾਦਾ ਛਕ ਕੇ ਚਾਲੇ ਪਾਏ ਤੇ ਬਲਾਚੌਰ ਸੰਤ ਤਾਰਾ ਸਿੰਘ ਦੇ ਡੇਰੇ ਪਹੁੰਚੇ। ਕੀਰਤਨ ਉਪਰੰਤ ਮਹਾਵਾਕ ਦੀ ਸੰਤਾਂ ਨੇ ਕਥਾ ਕੀਤੀ। ਜਲ ਪਾਣੀ ਛਕ ਕੇ ਬੱਸ ਰਾਹੀਂ ਅੱਡਾ ਮਾਹਲਪੁਰ ਪੁੱਜੇ। ਉੱਥੋਂ ਅੱਗੇ ਸਪੈਸ਼ਲ ਟੈਕਸੀ ਤੇ ਗਣੇਸ਼ਪੁਰੇ ਪਹੁੰਚ ਕੇ
ਰਾਤ ਦੇ 10 ਵਜੇ ਪ੍ਰਸ਼ਾਦਾ ਛਕ ਕੇ ਬਿਰਾਜੇ। ਪ੍ਰਬੰਧ ਭਾਈ ਬਲਵੰਤ ਸਿੰਘ ਲੱਖੋ ਤੇ ਭਾਈ ਪ੍ਰੀਤਮ ਸਿੰਘ ਨੇ ਕੀਤਾ। 18 ਨੂੰ ਦੁਪਹਿਰ ਦਾ ਲੰਗਰ ਸੰਤ ਬਿਸ਼ਨ ਸਿੰਘ ਨੰਗਲ ਵਾਲਿਆਂ ਦੇ ਡੇਰੇ ਸੰਤ ਮਾਨ ਸਿੰਘ ਜੀ ਵੱਲੋਂ ਕੀਤਾ। ਪਿਛਲੇ ਪਹਿਰ ਦੇ ਸੱਜੇ ਦੀਵਾਨ ਵਿੱਚ ਸੰਤ ਜੀ ਨੇ ਕਥਾ ਸਰਵਣ ਕਰਾਈ। ਸ਼ਾਮ ਦਾ ਲੰਗਰ ਵੀ ਡੇਰੇ ਹੀ ਹੋਇਆ। 24 ਨੂੰ ਗਣੇਸ਼ਪੁਰ ਤੋਂ ਚੱਲ ਕੇ ਜਥੇ ਸਮੇਤ ਸ਼ਾਮ ਨੂੰ ਮੱਧੋ ਕੇ ਪੁੱਜੇ। 31 ਨੂੰ 5 ਅਖੰਡ ਪਾਠਾਂ ਦੇ ਭੋਗ ਪਾਏ। 1 ਤੇ 2 ਅਗਸਤ ਤੱਕ 3 ਦਿਨ ਸਾਲਾਨਾ ਜੋੜ ਮੇਲਾ ਮਨਾਇਆ। ਸੰਤ ਫਤਿਹ ਸਿੰਘ ਜੀ ਅਤੇ ਜਥੇਦਾਰ ਮੋਹਨ ਸਿੰਘ ਤੁੜ ਆਦਿ ਲੀਡਰ ਪੁੱਜੇ। ਸੰਤਾਂ ਨੇ ਤਿੰਨੇ ਦਿਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਲੀਡਰਾਂ ਨੇ ਪੰਥਕ ਹਾਲਾਤ ਤੇ ਚਾਨਣਾ ਪਾਇਆ। ਬਾਅਦ ਵਿੱਚ ਸਭ ਨੂੰ ਸਟੇਜ ਵੱਲੋਂ ਸਿਰੋਂ ਪਾਉ ਬਖਸ਼ੇ। ਫਿਰ ਇੱਕ ਕਮਰੇ ਵਿੱਚ ਸੰਤ ਫਤਿਹ ਸਿੰਘ ਜੀ ਤੇ ਜਥੇਦਾਰ ਮੋਹਨ ਸਿੰਘ ਜੀ ਤੁੜ ਨੇ ਸੰਤਾਂ ਨੂੰ ਬੇਨਤੀ ਕੀਤੀ ਕਿ ਆਪ ਜਥੇਦਾਰਾਂ ਦੇ ਜਥੇਦਾਰ ਬਣੋ, ਸਾਰੇ ਜਥੇ ਸਮੇਤ ਅੰਮ੍ਰਿਤਸਰ ਰਿਹਾ ਕਰੋ, ਖਰਚਾ ਸ਼੍ਰੋਮਣੀ ਕਮੇਟੀ ਕਰੇਗੀ। ਪਰ ਸੰਤਾਂ ਨੇ ਫਰਮਾਇਆ ਕਿ ਅੰਮ੍ਰਿਤਸਰ ਤਾਂ ਗੁਰੂ ਕੀ ਨਗਰੀ ਹੈ, ਉੱਥੇ ਬੇਅੰਤ ਵਿਦਵਾਨ ਆਉਂਦੇ ਰਹਿੰਦੇ ਹਨ, ਗੁਰਮਤਿ ਦਾ ਪ੍ਰਚਾਰ ਹੁੰਦਾ ਰਹਿੰਦਾ ਹੈ। ਪਰ ਪਿੰਡਾਂ ਵਿੱਚ ਵਿਚਰ ਕੇ ਪ੍ਰਚਾਰ ਕਰਨ ਦੀ ਸਾਡੀ ਡਿਊਟੀ ਵੱਡੇ ਮਹਾਂਪੁਰਖਾਂ ਵੱਲੋਂ ਲੱਗੀ ਹੋਈ ਹੈ। ਸਾਨੂੰ ਇਹੀ ਡਿਊਟੀ ਨਿਭਾਉਣ ਦਿਓ, ਅਸੀਂ ਪੰਥ ਦੇ ਨਾਲ ਹਾਂ। 3 ਨੂੰ 30 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। 4 ਤੋਂ 11 ਤੱਕ ਦੋਨੋਂ ਸਮੇਂ ਦੇ ਦੀਵਾਨ ਢੁੱਡੀ ਕੇ ਨਗਰ ਵਿਖੇ ਸੱਜਦੇ ਰਹੇ। 12 ਨੂੰ ਸਾਹ ਰੁਕਣ ਨਾਲ ਸਰੀਰ ਢਿੱਲਾ ਹੋਣ ਕਰਕੇ ਕਾਰ ਰਾਹੀਂ ਪਟਿਆਲੇ ਬੇਦੀ ਉਪਕਾਰ ਸਿੰਘ ਦੇ ਘਰ ਰਹੇ। ਡਾਕਟਰ ਸੁਰਜੀਤ ਸਿੰਘ ਜਾਲੀ ਨੇ ਮੁਆਇਨਾ ਕਰਕੇ ਟੀਕਾ ਲਾਇਆ ਤੇ ਗੋਲੀਆਂ ਦਿੱਤੀਆਂ। ਰਾਤ ਨੂੰ ਆਰਾਮ ਰਿਹਾ। ਦਵਾਈਆਂ ਦੀ ਸੇਵਾ ਬੇਦੀ ਸਾਹਿਬ ਨੇ ਪ੍ਰੇਮ ਨਾਲ ਕੀਤੀ। ਅਗਲੇ ਦਿਨ ਐਕਸ-ਰੇ ਕੀਤਾ। 15 ਨੂੰ ਦਵਾਈਆਂ ਲੈ ਕੇ ਸ਼ਾਮ ਨੂੰ ਅਖਾੜੇ ਪਹੁੰਚ ਗਏ। ਜਥਾ ਢੁੱਡੀਕੇ ਤੋਂ ਆ ਗਿਆ। 17 ਅਗਸਤ ਨੂੰ ਸੰਗਰਾਂਦ ਵਾਲੇ ਦਿਨ ਅਕਾਲੀ ਕਾਨਫਰੰਸ ਹੋਈ। ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ, ਜਥੇਦਾਰ ਮੋਹਨ ਸਿੰਘ ਤੁੜ ਤੇ ਲਛਮਣ ਸਿੰਘ ਗਿੱਲ ਨੇ ਤਕਰੀਰਾਂ ਕੀਤੀਆਂ। ਸਭ ਨੂੰ ਸਿਰੋਂ ਪਾਉ ਦਿੱਤੇ ਗਏ। ਸਟੇਜ ਵੱਲੋਂ ਜੋ ਮੰਗਾਂ ਪੇਸ਼ ਕੀਤੀਆਂ ਗਈਆਂ, ਲੀਡਰਾਂ ਨੇ ਉਹ ਪੂਰੀਆਂ ਕਰਨ ਦਾ ਵਾਅਦਾ ਕੀਤਾ। 20 ਅਗਸਤ 1963 ਈਸਵੀ ਨੂੰ ਅਖਾੜੇ ਤੋਂ ਦੌਦਰ ਪੁੱਜੇ। 25 ਅਗਸਤ ਤੱਕ ਦੌਦਰ ਰਹੇ। ਸੇਵਾ ਭਾਈ ਪੂਰਨ ਸਿੰਘ, ਜਗੀਰ ਸਿੰਘ ਤੇ ਸਾਰੇ ਪਰਿਵਾਰ ਨੇ ਕੀਤੀ। 25 ਮਾਈ ਭਾਈ ਨੇ ਅੰਮ੍ਰਿਤਪਾਨ ਕੀਤਾ। 26 ਤੋਂ 1 ਸਤੰਬਰ ਤੱਕ ਮੁਨਾਵੇਂ ਦਾ ਪ੍ਰੋਗਰਾਮ ਭਾਈ ਲਾਹੌਰਾ ਸਿੰਘ ਨੇ ਨਗਰ ਦੀ ਸੰਗਤ ਨਾਲ ਮਿਲ ਕੇ ਬਣਾਇਆ ਤੇ ਭਾਈ ਵਰਿਆਮ ਸਿੰਘ ਦੇ ਪਰਿਵਾਰ ਨੇ ਬਹੁਤ ਸੇਵਾ ਕੀਤੀ। 1 ਨੂੰ 16 ਪ੍ਰਾਣੀ ਗੁਰੂ ਵਾਲੇ ਬਣੇ। 2 ਨੂੰ ਵਿਦਾ ਹੋ ਕੇ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਭਿੰਡਰ ਕਲਾਂ ਅੱਪੜੇ। 26 ਤੱਕ ਭਿੰਡਰੀ ਰਹੇ। 9, 10 ਤੇ 11 ਸਤੰਬਰ ਨੂੰ ਸਾਲਾਨਾ ਜੋੜ ਮੇਲਾ ਮਨਾਇਆ। 12 ਤੋਂ 20 ਤੱਕ ਧਰਮਕੋਟ ਵਿਖੇ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਪ੍ਰਬੰਧ ਕਿਸ਼ਨ ਸਿੰਘ ਧਰਮਕੋਟ ਨੇ ਕੀਤਾ। 21 ਨੂੰ 29 ਮਾਈ ਭਾਈ ਗੁਰੂ ਕੇ ਜਹਾਜ਼ੇ ਚੜੇ। 22 ਨੂੰ ਧਰਮਕੋਟ ਤੋਂ ਗੰਗਾ ਨਗਰ ਪਹੁੰਚੇ। ਗੰਗਾ ਨਗਰ ਸੰਤ ਫਤਿਹ ਸਿੰਘ ਨਾਲ ਮੀਟਿੰਗ। 23 ਨੂੰ ਆਰਾਮ ਕੀਤਾ ਤੇ 24 ਸੁਬਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਕਥਾ ਗੁਰਦੁਆਰਾ ਸਿੰਘ ਸਭਾ ਹੁੰਦੀ ਤੇ ਸ਼ਾਮ ਦੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸੰਥਾ ਕਥਾ ਸਰਦਾਰ ਜਵਾਹਰ ਸਿੰਘ ਦੇ ਬਾਗ ਵਿੱਚ ਹੁੰਦੀ। ਜਥੇ ਦਾ ਉਤਾਰਾ ਵੀ ਬਾਗ ਵਿੱਚ ਹੀ ਸੀ। 26 ਨੂੰ ਅਚਾਨਕ ਸੰਤ ਫਤਿਹ ਸਿੰਘ ਜੀ ਨੇ ਦਰਸ਼ਨ ਦਿੱਤੇ। ਆਪਸ ਵਿੱਚ ਮਿਲ ਕੇ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਦੱਸਿਆ
ਕਿ ਸਰਕਾਰ ਨੇ ਗੁਰਦੁਆਰਿਆਂ ਦੀ ਜ਼ਮੀਨ ਉੱਪਰ ਸੀਲਿੰਗ ਲਾ ਦਿੱਤੀ ਸੀ ਕਿ ਕੋਈ ਗੁਰਦੁਆਰਾ ਆਪਣੇ ਪਾਸ 30 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ। ਅਸੀਂ ਇਸ ਦੇ ਖਿਲਾਫ ਆਵਾਜ਼ ਉਠਾਈ ਹੈ। ਤਕਰੀਬਨ ਅਸੀਂ ਕਾਮਯਾਬ ਹੋ ਗਏ ਹਾਂ। ਦੂਜਾ, ਚੌਹਾਨ ਜੋ ਫੌਜਾਂ ਦਾ ਮਨਿਸਟਰ ਹੈ, ਉਸ ਨੂੰ ਕਿਹਾ ਕਿ ਹਰ ਸਿੱਖ ਫੌਜੀ ਤੋਂ ਰਹਿਤ ਰਖਾਈ ਜਾਵੇ। ਇਹ ਮੰਗ ਵੀ ਪ੍ਰਵਾਨ ਹੋ ਕੇ ਲਾਗੂ ਹੋ ਗਈ ਹੈ। ਤੀਜੀ ਮੰਗ ਇਹ ਹੈ ਕਿ ਭਾਰਤ ਭਰ ਦੇ ਸਾਰੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੋਣੇ ਚਾਹੀਦੇ ਹਨ। ਪੂਰੀ ਉਮੀਦ ਹੈ ਕਿ ਇਹ ਮੰਗ ਵੀ ਪੂਰੀ ਹੋ ਜਾਵੇਗੀ। ਸੰਤਾਂ ਨੇ ਬਾਬਾ ਫਤਿਹ ਸਿੰਘ ਜੀ ਨੂੰ ਮੰਗਲ ਠੀਕ ਕਰਕੇ ਮਹਾਰਾਜ ਦੇ ਸਰੂਪ ਛਾਪਣ ਲਈ ਕਹੀ ਤਾਂ ਉਹਨਾਂ ਨੇ ਕਿਹਾ ਕਿ ਸੰਤ ਸਮਾਜ ਆਪਣੇ ਵੱਲੋਂ 5 ਮੈਂਬਰ ਛੇਤੀ ਨਹੀਂ ਦੇ ਰਿਹਾ। ਮੈਂ ਤਾਂ ਬਹੁਤ ਉਤਾਵਲਾ ਹਾਂ ਕਿ ਇਹ ਕਾਰਜ ਛੇਤੀ ਹੋ ਜਾਵੇ, ਕਿਉਂਕਿ ਕਮੇਟੀ ਦਾ ਕੀ ਪਤਾ ਹੈ ਕਦੋਂ ਮੈਂਬਰ ਦੂਜੇ ਪਾਸੇ ਵੱਧ ਹੋ ਜਾਣ ਤੇ ਕੰਮ ਵਿੱਚੇ ਰਹਿ ਜਾਵੇ। 6 ਅਕਤੂਬਰ ਨੂੰ ਸੰਤ ਚੰਨਣ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਏ। ਚੱਕ ਵਿੱਚ ਸੰਤਾਂ ਨੂੰ ਮਿਲੇ। ਗੁਰੂ ਮਹਾਰਾਜ ਦੇ ਮੰਗਲ ਠੀਕ ਕਰਕੇ ਸਰੂਪ ਛਾਪਣ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ 3 ਮਹੀਨਿਆਂ ਦੇ ਤਿਆਰ ਹਾਂ, ਪਰ ਸੰਤ ਸਮਾਜ ਸਾਥ ਨਹੀਂ ਦੇ ਰਿਹਾ। ਹੁਣ ਤੱਕ 5 ਵਿਦਵਾਨ ਨਹੀਂ ਦਿੱਤੇ। ਪ੍ਰਧਾਨ ਜੀ ਨੇ ਸੰਤਾਂ ਨੂੰ ਕਿਹਾ ਕਿ ਆਪ ਇਸ ਕੰਮ ਵਿੱਚ ਅੱਗੇ ਲੱਗੋ, ਤਾਂ ਹੀ ਇਹ ਕਾਰਜ ਸਿਰੇ ਚੜ੍ਹੇਗਾ। ਅਸੀਂ ਚਾਹੁੰਦੇ ਹਾਂ ਕਿ ਇਹ ਕਾਰਜ ਛੇਤੀ ਹੋਵੇ। ਤਾਂ ਸੰਤਾਂ ਨੇ ਹਾਂ ਕੀਤੀ। ਸੰਤ ਸਮਾਜ ਦੀ ਇਕੱਤਰਤਾ ਲਈ ਸੰਤਾਂ ਨੇ ਉਦਮ ਕਰਨਾ। 4 ਵਜੇ 7 ਅਕਤੂਬਰ ਨੂੰ ਸਰਦਾਰ ਮੱਖਣ ਸਿੰਘ ਦੀ ਜੀਪ ਤੇ 5 ਸਿੰਘਾਂ ਸਮੇਤ ਗੰਗਾ ਨਗਰ ਤੋਂ ਅੰਮ੍ਰਿਤਸਰ ਪੁੱਜੇ। 8 ਨੂੰ ਬੀੜ ਬਾਬਾ ਬੁੱਢਾ ਸਾਹਿਬ ਦਾ ਸਾਲਾਨਾ ਜੋੜ ਮੇਲਾ ਸੀ। ਸੰਤ ਜੀ ਸਿੰਘਾਂ ਸਮੇਤ ਉੱਥੇ ਪੁੱਜੇ। ਉਥੋਂ ਸੰਤ ਈਸ਼ਰ ਸਿੰਘ ਕਲੇਰਾਂ ਵਾਲਿਆਂ ਦੇ ਸਰੀਰ ਤਿਆਗਣ ਦੀ ਖਬਰ ਸੁਣ ਕੇ ਨਾਨਕਸਰ ਕਲੇਰਾਂ ਗਏ। ਫਿਰ ਵਾਪਸ ਅੰਮ੍ਰਿਤਸਰ ਆ ਗਏ। 9 ਨੂੰ ਜਲ ਪ੍ਰਵਾਹ ਸਮੇਂ ਹਰੀ ਕੇ ਪੱਤਣ ਗਏ। ਸ਼ਾਮ ਨੂੰ ਵਾਪਸ ਅੰਮ੍ਰਿਤਸਰ ਆ ਗਏ। 10 ਨੂੰ ਅੰਮ੍ਰਿਤਸਰ ਤੋਂ ਮੁਰਾਦਾਬਾਦ ਯੂਪੀ 'ਚ ਸੰਤ ਰਾੜੇ ਵਾਲਿਆਂ ਨੂੰ ਮਿਲੇ। ਸੰਤ ਸਮਾਜ ਵੱਲੋਂ ਇਹ 5 ਮੈਂਬਰ ਚੁਣੇ ਗਏ। ਸਭ ਤੋਂ ਪਹਿਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਦੂਸਰੇ ਸੰਤ ਈਸ਼ਰ ਸਿੰਘ ਜੀ ਰਾੜੇ ਵਾਲੇ, ਤੀਸਰੇ ਗਿਆਨੀ ਕਿਰਪਾਲ ਸਿੰਘ ਜੀ ਗਲੀ ਸੱਤੋ ਵਾਲੀ, ਚੌਥੇ ਗਿਆਨੀ ਨਿਰੰਜਨ ਸਿੰਘ ਪਟਿਆਲਾ, ਪੰਜਵੇਂ ਮੁਨੀ ਅਰਜਨ ਸਿੰਘ ਜੀ। 11 ਨੂੰ ਮੁਰਾਦਾਬਾਦ ਤੋਂ ਦਿੱਲੀ ਸਰਦਾਰ ਹਰਨਾਮ ਸਿੰਘ ਲਾਇਲਪੁਰੀ ਦੀ ਕੋਠੀ ਆ ਰਹੇ। 12 ਨੂੰ ਦਿੱਲੀ ਤੋਂ ਪਟਿਆਲੇ ਗਿਆਨੀ ਨਿਰੰਜਨ ਸਿੰਘ ਕੋਲ ਆਏ। ਉਹਨਾਂ ਨੂੰ ਸਾਰੀ ਵਿਥਿਆ ਦੱਸੀ। ਉਹ ਪ੍ਰਸੰਨ ਹੋਏ। ਮੀਟਿੰਗ ਵਿੱਚ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ। ਗੁਰਦੁਆਰਾ ਦੁੱਖ ਨਿਵਾਰਨ ਮੱਥਾ ਟੇਕ ਕੇ ਚੱਲੇ। ਨਵਾਂ ਸ਼ਹਿਰ ਤੋਂ ਮੁੜ ਕੇ ਮਾਹਲਪੁਰ ਰਾਤ ਦੇ 10 ਵਜੇ ਪੁੱਜੇ। ਭਾਈ ਪ੍ਰੀਤਮ ਸਿੰਘ ਤੇ ਗਿਆਨੀ ਬਲਵੰਤ ਸਿੰਘ ਲੱਖੋ ਦੇ ਪਾਸ ਰਹੇ। 13 ਨੂੰ ਮਾਹਲਪੁਰ ਤੋਂ ਕਹਾਰਪੁਰ ਅੱਪੜੇ। ਸੰਤ ਹਰੀ ਸਿੰਘ ਜੀ ਨੂੰ ਮਿਲੇ। ਉਹ ਬਹੁਤ ਪ੍ਰਸੰਨ ਹੋਏ। ਉਹਨਾਂ ਦੀ ਡਿਊਟੀ ਲਾਈ ਕਿ ਸਭ ਸੰਤ ਸਮਾਜ ਨੂੰ ਖਬਰ ਦੇਣ ਕਿ ਸ੍ਰੀ ਦਮਦਮਾ ਸਾਹਿਬ ਮੀਟਿੰਗ ਤੇ ਦਰਸ਼ਨ ਦੇਣ।